1110 AM ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਗੁਰਮਤਿ ਵਿਚਾਰ। ਗੁਰਮਤਿ ਵਿਚਾਰ ਪ੍ਰੋਗਰਾਮ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਗੁਰਦੀਪ ਸਿੰਘ ਤਾਂ ਸਤਵਿੰਦਰਪਾਲ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੂਨ ਦੇ ਇਸ ਮਹੀਨੇ ਜਦੋਂ ਜੂਨ ਦਾ ਮਹੀਨਾ ਆਉਂਦਾ ਆ, ਸਿੱਖ ਜਗਤ ਦੋ ਬੜੇ ਹੀ ਇਤਿਹਾਸਿਕ ਘਟਨਾਵਾਂ ਨੂੰ ਯਾਦ ਕਰਦਾ ਆ। ਜਿਹੜੀ ਦੋ ਇਤਿਹਾਸਿਕ ਘਟਨਾ ਹੋਈਆਂ ਸਿੱਖ ਜਗਤ ਦੇ ਵਿੱਚ, ਸਭ ਤੋਂ ਪਹਿਲੀ ਉਹ ਘਟਨਾ ਹੈਗੀ ਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ। ਦੂਸਰੀ 1984 ਦਾ ਘੱਲੂਘਾਰਾ। ਆਹ ਦੋ ਐਸੀ ਘਟਨਾ ਹੈਗੀ ਆ ਜਿਹੜੀ ਸਿੱਖ ਜਗਤ ਮਰਦੇ ਦਮ ਤਾਈਂ ਕਦੀ ਨਹੀਂ ਭੁੱਲ ਸਕਦਾ ਔਰ ਭੁੱਲਣੀ ਵੀ ਨਹੀਂ ਚਾਹੀਦੀ। ਅੱਜ ਅਸੀਂ ਸਾਡਾ ਆ ਜਿਹੜਾ ਪ੍ਰੋਗਰਾਮ ਹੈ ਅੱਜ ਦਾ, ਐਸੀ ਇਤਿਹਾਸਿਕ ਘਟਨਾ ਜੋ ਜਿਹੜੀ ਦੋ ਘਟਨਾਵਾਂ ਆ ਇਹਨਾਂ ਦੇ ਯਾਦ ਵਿੱਚ ਸਮਰਪਿਤ ਆ। ਭਾਈ ਸਾਹਿਬ ਸਤਵਿੰਦਰਪਾਲ ਸਿੰਘ ਜੀ, ਹਾਂਜੀ, ਆਪਣੇ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹਾਦਤ ਹੋਈ ਆ, ਹਾਂਜੀ, ਅਸੀਂ ਹਰੇਕ ਸਾਲ ਸਿੱਖ ਜਗਤ ਜਿਹੜਾ ਹੈਗਾ ਬੜੇ ਉਤਸ਼ਾਹ ਨਾਲ ਪਿਆਰ ਨਾਲ ਮਨਾਉਂਦਾ ਆ, ਚੇਤੇ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ। ਬਿਲਕੁਲ ਜੀ। ਤਾਂ ਸਾਡਾ ਵੀ ਫਰਜ਼ ਬਣਦਾ ਵੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਹ ਸ਼ਹਾਦਤ ਤੇ ਗੱਲਬਾਤ ਕਰੀਏ। ਬਿਲਕੁਲ ਜ਼ਰੂਰ। ਤਾਂ ਉਹ ਸ਼ਹਾਦਤ ਨੂੰ ਯਾਦ ਕਰੀਏ। ਹਾਂਜੀ। ਤਾਂ ਸਭ ਤੋਂ ਪਹਿਲਾਂ ਆਹ ਦੱਸੋ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਾਰਨ ਕੀ ਸੀ? ਉਹਨਾਂ ਦੀ ਸ਼ਹਾਦਤ ਦੀ ਲੋੜ ਕਿਉਂ ਪਈ? ਆਪਣੇ ਗੁਰਦੀਪ ਸਿੰਘ ਜੀ, ਸਵਾਲ ਤੁਹਾਡਾ ਜਿਹੜੇ ਇੱਕ ਚੀਜ਼ ਦੋ ਸਵਾਲ ਨੇ। ਹਾਂਜੀ। ਇੱਕ ਇਸ ਤੋਂ ਪਹਿਲਾਂ ਮੈਂ ਇਹਨਾਂ ਦੇ ਜਵਾਬ ਦਿਆਂ ਤੁਹਾਨੂੰ ਜਾਂ ਸਰੋਤਿਆਂ ਨਾਲ ਸਾਂਝੇ ਕਰੀਏ। ਇੱਕ ਗੱਲ ਬੜੀ ਸਪਸ਼ਟ ਆ ਕਿ ਸਾਡਾ ਜਿਹੜਾ ਇਤਿਹਾਸ ਆ ਜਾਂ ਜੋ ਮਾਰ ਕੇ ਸਿੱਖ ਜਗਤ ਦੇ ਸਿੱਖ ਸਾਹਿਬਾਨਾਂ ਨੇ, ਗੁਰੂ ਸਾਹਿਬਾਨਾਂ ਨੇ ਔਰ ਉਹਨਾਂ ਤੋਂ ਬਾਅਦ ਸਾਡੇ ਸਿੰਘ ਸਾਹਿਬਾਨ ਜਿੰਨੇ ਵੀ ਯੋਧੇ ਹੋਏ ਸਿੱਖ ਯੋਧਿਆਂ ਨੇ ਕੌਤਕ ਦਿਖਾਲੇ ਆ, ਚਮਤਕਾਰ ਦਿਖਾਲੇ ਆ ਜਾਂ ਸੱਚ ਦੀ ਖਾਤਰ ਦ੍ਰਿੜਤਾ ਦਿਖਾਈ ਆ। ਹਾਂਜੀ। ਉਹਨਾਂ ਦਾ ਇਤਿਹਾਸ ਜਿਹੜਾ ਸੀ ਉਹ ਅਸੀਂ ਇੰਨਾ ਜ਼ਿਆਦਾ ਜਿਸ ਹਿਸਾਬ ਦੇ ਨਾਲ ਸਾਨੂੰ ਸਾਂਭ ਕੇ ਰੱਖਣਾ ਚਾਹੀਦਾ ਸੀ ਉਸ ਤਰ੍ਹਾਂ ਨਹੀਂ ਸੰਭਾਲਿਆ ਗਿਆ। ਇਹਦੇ ਵੀ ਕੁਝ ਕਾਰਨ ਨੇ। ਇਹ ਇਦਾਂ ਨਹੀਂ ਹੈ ਬਿਲਕੁਲ ਹੀ ਵੀ ਸਾਡੀ ਇਹ ਲਾਪਰਵਾਹੀ ਸੀ। ਕੁਝ ਮਜਬੂਰੀਆਂ ਵੀ ਸੀ, ਕੁਝ ਹਾਲਾਤ ਐਸੋ ਜਿਹੇ ਸੀਗੇ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਹੋਇਆ ਹਬੀਬ, ਉਹਨਾਂ ਨੇ ਬੜੇ ਇੱਕ ਕੰਮ ਦੀ ਗੱਲ ਆਪਣੇ ਇੱਕ ਕਿਤਾਬ ਵਿੱਚ ਲਿਖਦੇ। ਉਹ ਕਹਿੰਦੇ ਬਈ ਸਿੱਖਾਂ ਨੇ ਆਪਣਾ ਇਤਿਹਾਸ ਬਣਾਇਆ ਜ਼ਰੂਰ ਆ ਪਰ ਲਿਖਿਆ ਨਹੀਂ। ਉਹ ਕਹਿੰਦੇ ਵੀ ਦੋ ਬੜੀਆਂ ਉਹਦੇ ਵਿੱਚ ਜਿਹੜੀਆਂ ਹਕੀਕਤਾਂ ਸੀ ਆਪਣੇ ਉਸ ਕਿਤਾਬ ਵਿੱਚ ਪ੍ਰਗਟ ਕੀਤੀਆਂ। ਪਹਿਲੀ ਗੱਲ ਤਾਂ ਉਹਨੇ ਕਿਹਾ ਵੀ ਜਿਹੜਾ ਸਿੱਖਾਂ ਦਾ ਇਤਿਹਾਸ ਆ, ਸਿੱਖ ਇਤਿਹਾਸ ਹੈ, ਬੜਾ ਗੌਰਵਮਈ ਇਤਿਹਾਸ ਆ। ਤੇ ਦੂਜਾ ਉਹਨਾਂ ਨੇ ਇਹ ਪ੍ਰਗਟ ਕੀਤੀ ਗੱਲ ਕਿ ਸਿੱਖਾਂ ਨੇ ਇਹਨੂੰ ਆਪ ਲਿਖਣ ਤੇ ਪ੍ਰਚਾਰਨ ਸੰਬੰਧੀ ਬੜੀ ਅਣਗਹਿਲੀ ਦਿਖਾਲੀ ਆ। ਉਹਨਾਂ ਦਾ ਬਚਨ ਇਹ ਠੀਕ ਨੇ, ਪਰ ਜਿਵੇਂ ਪਹਿਲਾਂ ਅੱਜ ਕੀਤਾ ਵੀ ਕੁਝ ਮਜਬੂਰੀਆਂ, ਕੁਝ ਹਾਲਾਤ ਇਹੋ ਜਿਹੇ ਬਣ ਗਏ ਕਿ ਆਪਾਂ ਨੂੰ ਪਤਾ ਹੀ ਆ ਉਧਰ ਨਾ ਜਾਂਦੇ ਹੋਵੇ ਸਿੰਘਾਂ ਨੂੰ ਕਿਸ ਤਰ੍ਹਾਂ ਮੌਕੇ ਦੀ ਹਕੂਮਤ ਨਾਲ ਜੂਝਣਾ ਪੈਂਦਾ ਸੀ, ਜੰਗਲ ਵੇਲਿਆਂ 'ਚ ਦਿਨ ਕੱਟਣੇ ਤੇ ਆਪਣੇ ਗੁਰਦੁਆਰਾ ਸਾਹਿਬਾਨਾਂ ਜਿਹੜੇ ਸੀਗੇ ਉਹਨਾਂ ਦੀ ਸੇਵਾ ਸੰਭਾਲ ਵੀ ਜਿਹੜੀ ਸੀ ਉਹ ਕਈ ਵਾਰੀ ਦੂਸਰੇ ਲੋਕ ਹੀ ਕਰਦੇ ਸਨ। ਤੇ ਉਹਨਾਂ ਐਸੇ ਵਿਖੜੇ ਸਮਿਆਂ ਵਿੱਚ ਆਪਣਾ ਇਤਿਹਾਸ ਲਿਖਣਾ ਜਿਹੜਾ ਉਹ ਬੜਾ ਵਿਖੜਾ ਇੱਕ ਕੰਮ ਸੀ ਉਹਨਾਂ ਵਾਸਤੇ। ਪਰ ਫਿਰ ਵੀ ਸਾਨੂੰ ਬਹੁਤ ਕੁਝ ਜਿਹੜਾ ਆ ਮਿਲਦਾ ਲਿਖਿਆ ਹੋਇਆ, ਕੁਝ ਆਪਣਾ, ਕੁਝ ਆਪਣੇ ਅਨਮਤੀ ਜਿਹੜੇ ਦੂਸਰੇ ਸਨ ਇਸਲਾਮ ਦੇ ਉਸ ਵੇਲੇ ਰਾਈਟਰ ਕਾਫੀ ਉਹਨਾਂ ਦੇ ਬਾਦਸ਼ਾਹਾਂ ਦੇ ਲਈ ਕੰਮ ਕਰਦੇ ਸੀ। ਉਹਨਾਂ ਨੇ ਕਾਫੀ ਕੁਝ ਲਿਖਿਆ। ਕੁਝ ਵੈਸਟਰਨ ਜਿਹੜੇ ਇਤਿਹਾਸਕਾਰ ਸੀਗੇ ਉਹਨਾਂ ਨੇ ਉੱਥੇ ਜਾ ਕੇ ਲਿਖਿਆ, ਲੇਕਿਨ ਉਹਨਾਂ ਦੀ ਵੀ ਮਜਬੂਰੀ ਇੱਕ ਇਹ ਰਹੀ ਕਿ ਉੱਥੇ ਜੋ ਜਾ ਕੇ ਉਹ ਘੋਖ ਆਪ ਤਾਂ ਕਰਦੇ ਨਹੀਂ ਸੀ, ਜੋ ਪ੍ਰਚਲਿਤ ਗੱਲਾਂ ਸੁਣੀਆਂ ਸੁਣਾਈਆਂ ਸੀਗੀਆਂ ਉਹ ਮਤਲਬ ਜਾ ਕੇ ਉੱਥੇ ਉਹ ਪ੍ਰਗਟ ਕਰਦੇ ਸੀਗੇ। ਉਹਨਾਂ ਨੂੰ ਮਤਲਬ ਜੋ ਪ੍ਰਗਟ ਹੁੰਦੀਆਂ ਸੀ ਉਹਨਾਂ ਦੇ ਮੋਹਰੇ ਉਹਨਾਂ ਨੂੰ ਉਹ ਜਿਹੜਾ ਸੀ ਲਿਖਤੀ ਰੂਪ ਦੇ ਦਿੰਦੇ ਸੀਗੇ। ਲੇਕਿਨ ਇੱਕ ਗੱਲ ਜਿਹੜੀ ਆ ਉਹ ਬੜੀ ਤੈਅ ਹੈ ਇਤਿਹਾਸ ਚੋਂ, ਬੜੇ ਇੱਕ ਜਿੱਦਾਂ ਕਹਿੰਦੇ ਹੁੰਦੇ ਵੀ ਚਮਕਦਾਰ, ਜਿੱਦਾਂ ਹੀਰੇ ਦੀ ਤਰ੍ਹਾਂ ਚਮਕ ਕੇ ਸਾਹਮਣੇ ਹੋਏ ਆ ਭਈ ਨਿਸ਼ਚਿਤ ਤੌਰ ਤੇ ਜਿਵੇਂ ਬੇਮਿਸਾਲ ਤੇ ਲਾਸਾਨੀ ਸ਼ਹਾਦਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ,
ਸਾਡੇ ਗੁਰੂ ਸਾਹਿਬਾਨਾਂ ਨੂੰ ਅਤੇ ਸਿੱਖਾਂ ਨੂੰ ਕੋਈ ਵੀ ਚੀਜ਼ ਜਿਹੜੀ ਆ ਉਹ ਸੱਚ ਦੇ ਮਾਰਗ ਤੇ ਚੱਲਣ ਤੋਂ ਕਿਸੇ ਵੀ ਤਰ੍ਹਾਂ ਥਿਰਕਾ ਨਹੀਂ ਸਕੀ, ਚਾਹੇ ਉਹ ਦੇਗਾਂ ਦਾ ਵਾਲ ਹੋਵੇ, ਤੱਤੀ ਰੇਤ ਦਾ ਸੇਕ ਹੋਵੇ, ਆਰੇ ਦੇ ਤਿੱਖੇ ਦੰਦੇ ਹੋਣ, ਜਾਂ ਰੰਬੀ ਦੀ ਤੇਜ਼ੀ ਹੋਵੇ, ਤੇਜ਼ ਧਾਰ ਹੋਵੇ, ਜਾਂ ਸਰਹੰਦ ਦੀਆਂ ਨੀਹਾਂ ਹੋਣ, ਜਾਂ ਚਰਖੜੀ ਦਾ ਭਿਆਨਕ ਦੁੱਖ, ਜਾਂ ਫਿਰ ਗਰਮ ਜੰਬੂਰਾਂ ਦੁਆਰਾ ਸਰੀਰ ਵਿੱਚੋਂ ਮਾਸ ਦਾ ਤੋੜਨਾ ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੋਇਆ, ਜਾਂ ਫਿਰ ਮਤਲਬ ਭਾਈ ਮਨੀ ਸਿੰਘ ਜਿਵੇਂ ਟੋਕੇ ਦੇ ਨਾਲ ਬੰਦ ਕਟਵਾ ਲੈਣਾ। ਇੱਕ ਐਸੀਆਂ ਹਕੀਕਤਾਂ ਨੇ, ਐਸੇ ਇਤਿਹਾਸਕ ਵਾਕਿਆਤ ਨੇ ਕਿ ਜਿਨ੍ਹਾਂ ਨੂੰ ਅਸੀਂ ਨਹੀਂ ਵੀ ਲਿਖ ਸਕੇ ਜਾਂ ਸਾਨੂੰ ਜਿੱਥੋਂ ਵੀ ਲਿਖੇ ਮਿਲਦੇ ਨੇ, ਉਹ ਬਿਲਕੁਲ ਹੂਬਹੂ ਸਾਡੇ ਸਾਹਮਣੇ ਨੇ। ਪਰ ਅਖੀਰ ਗੱਲ ਇਹ ਹੈਗੀ ਹੈ ਕਿ ਅਸੀਂ ਖੁਦ ਇਹਨਾਂ ਚੀਜ਼ਾਂ ਦਾ ਜ਼ਿਆਦਾ ਪ੍ਰਚਾਰ ਨਹੀਂ ਕਰ ਸਕੇ। ਦੇਖੋ, ਦੂਸਰੇ ਧਰਮਾਂ ਦੇ ਵਿੱਚ ਇੱਕ ਸ਼ਹੀਦ ਉਹਨਾਂ ਦੇ ਹੋਏ ਆ ਤੇ ਉਹਨਾਂ ਨੇ ਆਪਣਾ ਜਿਹੜਾ ਫਲਸਫਾ ਆ ਉਹ ਸਾਰੀ ਦੁਨੀਆ ਵਿੱਚ ਪਹੁੰਚਾਇਆ। ਹਾਂਜੀ। ਲੇਕਿਨ ਸਾਡਾ ਜਿਹੜਾ ਇਤਿਹਾਸ ਹੈ ਉਹ ਸ਼ਹਾਦਤਾਂ ਨਾਲ ਭਰਿਆ ਹੋਇਆ, ਪਰ ਫਿਰ ਵੀ ਅਸੀਂ ਜਿਹੜੀ ਆ ਉਹ ਮਤੰਤਰਾਂ ਦਾ ਦੂਜੇ ਪਾਸੇ ਤਾਂ ਅਸੀਂ ਕੀ ਪ੍ਰਚਾਰ ਕਰਨਾ ਸੀਗਾ। ਅਸੀਂ ਆਪਣੇ ਦੇਸ਼ ਵਿੱਚ ਵੀ ਉਹ ਪ੍ਰਚਾਰ ਜਿਹੜਾ ਸੀ ਨਹੀਂ ਪੂਰਾ ਕਰ ਸਕੇ। ਤੁਹਾਡੀ ਇਸ ਗੱਲ ਤੋਂ ਭਾਈ ਸਾਹਿਬ ਮੈਨੂੰ ਚੇਤਾ ਆਂਦਾ ਮਸਕੀਨ ਜੀ ਦੀ ਇੱਕ ਗੱਲ, ਮਸਕੀਨ ਜੀ ਦੀ ਇੱਕ ਕਥਾ ਦੇ ਵਿੱਚ ਜ਼ਿਕਰ ਕੀਤਾ ਸੀ, ਬਹੁਤ ਵਧੀਆ ਉਹਨੀ ਗੱਲ ਕਹੀ ਸੀ। ਕਹਿੰਦੇ ਵੀ ਸਿੱਖ ਜਗਤ ਨੂੰ ਗੁਰੂਆਂ ਨੇ ਜਿਹੜਾ ਬਾਗ ਆਪਣੇ ਖੂਨ ਨਾਲ ਸਿੰਚਿਆ ਸੀਗਾ, ਜਿਹੜੇ ਸਿੰਘ ਸ਼ਹੀਦ ਹੋਏ ਉਹਨੇ ਜਿਹੜਾ ਬਾਗ ਪ੍ਰਫੁੱਲਿਤ ਕੀਤਾ ਸੀਗਾ ਆਪ ਸ਼ਹਾਦਤਾਂ ਦੇ ਕੇ, ਸਿੱਖ ਜਗਤ ਉਸ ਨੂੰ ਸੰਭਾਲ ਨਹੀਂ ਪਾਇਆ। ਤਾਂ ਉਹ ਜਿਹੜਾ ਬਾਗ ਸੀਗਾ ਉਹਨੂੰ ਗਾਹਾਂ ਮਾਲੀ ਚੰਗੇ ਨਹੀਂ ਮਿਲੇ ਜਿਹੜੇ ਦੇਖ ਰੇਖ ਕਰ ਸਕਣ। ਉਹ ਜਿਹੜਾ ਬਾਗ ਸੀਗਾ ਉਹ ਮੁਰਝਾਣ ਲੱਗ ਪਿਆ ਆ। ਬਿਲਕੁਲ ਉਹਨੇ ਫੁੱਲ ਨਹੀਂ ਆ ਜਿੰਨੇ ਚਾਹੀਦੇ ਸੀ, ਉਹਨਾਂ ਫੁੱਲ ਫਲ ਨਹੀਂ ਹੈ ਜਿੰਨਾ ਕਿ ਚਾਹੀਦਾ। ਬਿਲਕੁਲ। ਸੋ ਜੇ ਅਸੀਂ ਇਹ ਜ਼ਿਕਰ ਕਰਦੇ ਆ ਵੀ ਜਿੰਨਾ ਸਾਡਾ ਸਿਧਾਂਤ ਜਿਹੜਾ ਸੀਗਾ ਉਹ ਦੂਸਰੇ ਆਪਣੇ ਜਿਹੜੇ ਅਨਮਤਾਂ ਵਾਲਿਆਂ ਨੇ ਕਿਤੇ ਕਿਤੇ ਲਿਖਿਆ ਸਾਡਾ ਇਤਿਹਾਸ, ਪਰ ਉਹਨਾਂ ਨੇ ਵਿੱਚ ਕੁਝ ਗੱਲਾਂ ਕਰੀ ਸੀ ਐਸੀਆਂ ਵੀ ਅੰਕਿਤ ਕਰ ਦਿੱਤੀਆਂ, ਜਿਵੇਂ ਸਮਕਾਲੀ ਮੁਸਲਮਾਨ ਜਿਹੜੇ ਲਿਖਾਰੀ ਸੀਗੇ ਉਹਨਾਂ ਵੱਲੋਂ ਜੋ ਲਿਖਿਆ ਗਿਆ ਉਹਦੇ ਵਿੱਚ ਜਿੱਦਾਂ ਵੀ ਹੰਸ ਚੋਗ ਬਿਰਤੀ ਤੋਂ ਬਿਨਾਂ ਜਾਂ ਇੱਕ ਚੰਗੀ ਕਾਬਲੀਅਤ ਤੋਂ ਬਿਨਾਂ ਸੱਚਾਈ ਤਾਂ ਜਿਹੜੀ ਹਕੀਕਤ ਹੈ ਉਹਨੂੰ ਨਿਤਾਰ ਕੇ ਜਿਹੜਾ ਬਾਹਰ ਕੱਢਣਾ ਉਹ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ। ਇਹਨਾਂ ਲਿਖਾਰੀਆਂ ਵਿੱਚ ਜਿਹਦਾ ਬਹੁ ਗਿਣਤੀ ਜਿਹਦਾ ਮੁਤੱਸਬੀ, ਜਨੂਨੀ, ਪੱਖਪਾਤੀ ਬੰਦਿਆਂ ਦੀ ਸੀਗੀ, ਤੇ ਉਹਨਾਂ ਦੀਆਂ ਲਿਖਤਾਂ ਵਿੱਚੋਂ ਵੀ ਜਿਹਦਾ ਮੁਤੱਸਬ ਤੇ ਪੱਖਪਾਤ ਨੂੰ ਛਾਣ ਕੇ ਅੱਡ ਕਰਨ ਲਈ ਜਿਹਦਾ ਵਿਵੇਕ ਬੁੱਧੀ ਤੇ ਬੜੀ ਲਗਨ ਭਰੀ ਖੋਜ ਦੀ ਜ਼ਰੂਰਤ ਆ। ਹਾਂਜੀ। ਔਰ ਸਾਡੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਕੀਤੀ ਆ ਤੇ ਕਰਕੇ ਸਾਡੇ ਸਾਹਮਣੇ ਕੁਝ ਸਿੱਟੇ ਜਿਹੜੇ ਆ ਬੜੇ ਸਾਰਥਕ ਰੱਖੇ ਆ। ਤੇ ਜਿੱਥੋਂ ਤੱਕ ਹਿੰਦੂ ਲਿਖਾਰੀਆਂ ਦੀ ਗੱਲ ਆ, ਉਹ ਆਪਣੇ ਆਮ ਹਾਲਾਤਾਂ ਵਿੱਚ ਆਪਣਾ ਜਵਾਬ ਜਿੱਦਾਂ ਕਿ ਉਹਦੇ ਆਪ ਹੀ ਨੇ। ਮੌਜੂਦਾ ਦੌਰ ਤੱਕ ਹਿੰਦੂ ਲਿਖਾਰੀਆਂ ਨੇ ਜਿਹੜਾ ਜੋ ਕੁਝ ਵੀ ਖਾਸ ਖੂਬੀਆਂ ਪਾਈਆਂ ਜਾਂਦੀਆਂ ਉਹਨਾਂ ਦੀਆਂ ਲਿਖਤਾਂ ਦੇ ਵਿੱਚ, ਉਹ ਪ੍ਰਗਟ ਤੌਰ ਤੇ ਬਹੁਤ ਵਾਰੀ ਇਦਾਂ ਪ੍ਰਤੀਤ ਹੁੰਦਾ ਵੀ ਨਾ ਤਾਂ ਇਹ ਮੁਤੱਸਬੀ ਆ ਤੇ ਨਾ ਹੀ ਇਹ ਸਿੱਖੀ ਦੇ ਵਿਰੋਧੀ ਆ। ਕਈ ਵਾਰੀ ਸਿੱਖੀ ਦੀ ਜਿੱਦਾਂ ਬੜੀ ਭਰਪੂਰ ਸ਼ਲਾਘਾ ਵੀ ਕਰਦੇ ਜਿਹੜੇ ਉਹ ਲੱਗਦੇ ਆ, ਪਰ ਕੁਝ ਲਿਖਾਰੀਆਂ ਨੂੰ ਛੱਡ ਕੇ ਵਿੱਚੋਂ ਵਿੱਚ ਆਪਣਾ ਇਹ ਦਾ ਮਾਰਨੋਂ ਨਹੀਂ ਹਟਦੇ। ਅੰਦਰ ਖਾਤੇ ਇਹਨਾਂ ਦਾ ਪੂਰਾ ਜ਼ੋਰ ਇਸ ਗੱਲ ਤੇ ਲੱਗਾ ਹੁੰਦਾ ਕਿ ਸਿੱਖ ਮਤ ਨੂੰ ਹਿੰਦੂ ਮਤ ਦੀ ਇੱਕ ਸ਼ਾਖ ਹੀ ਦੱਸਿਆ ਜਾਵੇ ਅਤੇ ਸਿੱਖ ਜਿਹੜੇ ਸਤਿਗੁਰੂ ਸਾਹਿਬਾਨ ਅਤੇ ਸਿੱਖ ਬਜ਼ੁਰਗਾਂ ਨੂੰ ਹਿੰਦੂ ਰੂਪ ਵਿੱਚ ਜਿੱਦਾਂ ਪੇਸ਼ ਕੀਤਾ ਜਾਵੇ। ਅਸੀਂ ਅੱਜ ਵੀ ਦੇਖਦੇ ਹਾਂ ਸਾਡੀਆਂ ਜਿਹੜੀਆਂ ਕਿਤਾਬਾਂ ਨੇ ਉੱਥੇ ਰੌਲਾ ਪਿਆ ਰਹਿੰਦਾ ਸਿਲੇਬਸ ਦੇ ਵਿੱਚ ਵੀ ਉਹ ਗੁਰੂਆਂ ਬਾਰੇ ਇਦਾਂ ਲਿਖ ਦਿੱਤਾ ਗਿਆ, ਬੰਦਾ ਸਿੰਘ ਬਹਾਦਰ ਬਾਰੇ ਕੁਝ ਇਸ ਤਰ੍ਹਾਂ ਲਿਖ ਦਿੱਤਾ ਗਿਆ, ਕਿਉਂਕਿ ਉਹਨਾਂ ਦੀ ਉਹ ਇਸ ਚੀਜ਼ ਨੂੰ ਕਬੂਲ ਕਰਨ ਨੂੰ ਤਿਆਰ ਹੀ ਨਹੀਂ ਕਿ ਸਿੱਖ ਧਰਮ ਇੱਕ ਜਿਹੜਾ ਸੁਤੰਤਰ ਧਰਮ ਹੈ, ਸਿੱਖ ਕੌਮ ਇੱਕ ਸੁਤੰਤਰ ਕੌਮ ਆ। ਉਹ ਯਾਦ ਮਤਲਬ ਹੋਣ ਦੇ ਬਾਵਜੂਦ ਵੀ ਸਾਡੇ ਵਿਰੋਧੀ ਰਹੇ। ਦੂਜੀ ਗੱਲ ਹੈਗੀ ਆ ਭਈ ਜਿੱਦਾਂ ਇੱਕ ਮਿੱਠੀ ਛੁਰੀ ਨਹੀਂ ਚਲਾਉਣੀ ਹੁੰਦੀ, ਉਹ ਆਪਣੀਆਂ ਲਿਖਤਾਂ ਵਿੱਚ ਐਸੀ ਮਿੰਨੀ ਛੁਰੀ ਚਲਾਉਂਦੇ ਆ ਭਈ ਆਮ ਸ਼ਰਧਾਲੂ ਜਿਹੜੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ। ਤੇ ਜਿਵੇਂ ਫਿਰ ਵੈਸਟਰਨ ਦੀ ਗੱਲ ਕੀਤੀ ਜਿਹੜੇ ਹਿਸਟੋਰੀਅਨ ਨੇ ਜਾਂ ਉਹਨਾਂ ਨੇ ਵੀ ਉਹਨਾਂ ਤੋਂ ਗਾਂ ਉੱਥੇ ਜੋ ਪ੍ਰਚਲਿਤ ਕਥਾ ਕਹਾਣੀਆਂ ਸੁਣ ਕੇ ਲਿਖ ਦਿੱਤੀਆਂ ਤੇ ਆਪਣੇ ਬੰਦਿਆਂ ਦਾ ਤਾਂ ਮੱਖੀ ਤੇ ਮੱਖੀ ਫਿਰ ਗਾਂ ਇਹਨਾਂ ਨੇ ਮਾਰ ਦਿੱਤੀ। ਲੇਕਿਨ 100% ਮੱਖੀ ਤੇ ਮੱਖੀ ਨਹੀਂ ਮਾਰੀ ਗਈ। ਕਈ ਵਾਰੀ ਅੱਗੇ ਸਾਡਾ ਇੱਕ ਖਿਆਲ ਹੁੰਦਾ ਸੀ ਕਿ ਜਿੰਨੇ ਵੀ ਸਾਡੇ ਪੁਰਾਤਨ ਇਤਿਹਾਸਕ ਗ੍ਰੰਥ ਨੇ ਨਾ, ਉਹਨਾਂ ਵਿੱਚੋਂ ਕੁਝ ਗੱਲਾਂ ਐਸੀਆਂ ਮਿਲ ਜਾਂਦੀਆਂ ਜਿਹੜੀਆਂ ਕਿ ਗੁਰਮਤਿ ਦੇ ਗੁਰੂ ਸਾਹਿਬਾਨ ਦੇ ਜੀਵਨ ਤੇ ਉਹ ਮਤਲਬ ਫਿੱਟ ਨਹੀਂ ਬੈਂਦੀਆਂ, ਉਹ ਲੱਗਦੀਆਂ ਵਿਰੋਧੀ ਭਾਵ ਉਹਨਾਂ ਚੋਂ ਪ੍ਰਗਟ ਹੁੰਦੇ ਆ। ਤੇ ਅਸੀਂ ਸੋਚਦੇ ਹਾਂ ਵੀ ਇਹਨਾਂ ਗ੍ਰੰਥਾਂ ਨੂੰ ਤਾਂ ਅੱਗ ਲਾ ਦੇਣੀ ਚਾਹੀਦੀ ਆ, ਫੂਕ ਦੇਣਾ ਚਾਹੀਦਾ, ਜਾਂ ਮਤਲਬ ਇਹਨੂੰ ਦੁਬਾਰਾ ਸੰਪਾਦਿਤ ਕਰ ਲੈਣਾ ਚਾਹੀਦਾ, ਜਿਹੜਾ ਵਿੱਚੋਂ ਅਸਲੀ
ਉਹਨਾਂ ਦੇ ਵਿੱਚ ਸਾਨੂੰ ਮਿਲਦਾ ਇਤਿਹਾਸ ਜਿਹੜਾ ਗੁਰਮਤ ਤੇ ਪੂਰਾ ਉਤੋਂ ਤੋਂ ਰੱਖ ਲੈਣਾ ਚਾਹੀਦਾ। ਪਰ ਫਿਰ ਕਿਸੇ ਇੱਕ ਸੂਝਵਾਨ ਸੱਜਣ ਨਾਲ ਗੱਲ ਕਰਦਿਆਂ ਪਤਾ ਲੱਗਾ ਕਿ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਜਿਹੜਾ ਬੰਦਾ ਜ਼ਿੰਦਾ ਹੈ ਉਹਦੀ ਕਿਤਾਬ ਤੇ ਕੋਈ ਇਤਰਾਜ਼ ਆ ਉਹ ਆਪ ਉਹਦੇ ਤੇ ਚੇਂਜ ਕਰ ਸਕਦਾ, ਲੇਕਿਨ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹਦੀ ਕਿਤਾਬ ਨੂੰ ਦੁਬਾਰਾ ਉਹਦੀ ਮੌਤ ਤੋਂ ਬਾਅਦ ਠੀਕ ਕਰਕੇ ਪ੍ਰਕਾਸ਼ਿਤ ਕਰ ਸਕੇ। ਕੋਈ ਸਾਹਿਤ ਦਾ ਕੋਈ ਲਾ ਕਾਨੂੰਨ ਕੋਈ ਐਸਾ ਮੰਨਿਆ ਜਾਂਦਾ। ਪਰ ਇਹ ਜ਼ਰੂਰ ਆ ਕਿ ਹੁਣ ਸਾਡੇ ਜਿਹੜੇ ਦੁਬਾਰਾ ਉਹ ਗ੍ਰੰਥਾਂ ਨੂੰ ਸੰਪਾਦਿਤ ਕਰਦੇ ਆ ਜਾਂ ਬਾਰ-ਬਾਰ ਉਹਨਾਂ ਨੂੰ ਛਪਾਈ ਹੁੰਦੀ ਆ, ਉੱਥੇ ਜ਼ਰੂਰਤ ਆ ਉਹ ਕਹਿੰਦੇ ਕਿ ਉੱਥੇ ਫੁੱਟਨੋਟ ਦਿੱਤੇ ਜਾ ਸਕਦੇ ਆ ਵੀ ਇਹ ਜਿਹੜਾ ਗ੍ਰੰਥ ਹੈ ਇਹਦੇ ਵਿੱਚ ਆਹ ਜਿਹੜੀਆਂ ਚੀਜ਼ਾਂ ਨੇ ਇਹ ਗੁਰਮਤਿ ਅਨੁਸਾਰ ਨੇ, ਇਹਨਾਂ ਨੂੰ ਮੰਨ ਲੈਣਾ ਚਾਹੀਦਾ ਸਿੱਖ ਜਗਤ ਨੂੰ, ਤੇ ਜਿਹੜੀਆਂ ਮੰਨਣਯੋਗ ਨਹੀਂ ਉਹਨਾਂ ਦਾ ਤਿਆਗ ਕਰ ਦੇਣਾ ਚਾਹੀਦਾ। ਕਈ ਵਾਰੀ ਸ਼ਰਧਾ ਭਾਵਨਾ ਦੇ ਵੇਗ ਵਿੱਚ ਆ ਕੇ ਬੰਦਾ ਬਹੁਤ ਕੁਝ ਲਿਖ ਦਿੰਦਾ, ਤੇ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਫਿਰ ਸਾਨੂੰ ਸਮਝ ਹੋਣੀ ਚਾਹੀਦੀ ਹੈ ਅਪਣਾਉਣਯੋਗ ਹੈਗੀਆਂ ਜਾਂ ਨਹੀਂ ਹੈਗੀਆਂ। ਹੁਣ ਇੱਥੇ ਜਿਹੜੀ ਤੁਸੀਂ ਗ੍ਰੰਥ ਦੀ ਗੱਲ ਕਰਦੇ ਆ, ਹਾਂਜੀ, ਹੁਣ ਇੱਥੇ ਸਾਫ਼ ਕੀਤਾ ਜਾਵੇ ਵੀ ਆ ਜਿਹਦੀ ਗੱਲ ਕਰਦੇ ਆ ਵੀ ਸਿੱਖ ਵਿਦਵਾਨਾਂ ਨੇ ਜਿਹੜੇ ਲਿਖੇ ਆ, ਬਿਲਕੁਲ, ਨਾ ਕਿ ਗ੍ਰੰਥ ਗੁਰੂਆਂ ਨੇ ਵੀ ਲਿਖੇ ਆ, ਗੁਰੂਆਂ ਦੀ ਵੀ ਲਿਖਤ ਹੈਗੀ ਆ। ਹੁਣ ਇੱਥੇ ਆ ਬਿਲਕੁਲ ਇਹ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਆ ਕਿ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਡੇ 10 ਗ੍ਰੰਥ ਹੈ, ਭਾਈ ਨੰਦ ਲਾਲ ਜੀ ਦੀ ਰਚਨਾਵਲੀ ਹੈ, ਭਾਈ ਗੁਰਦਾਸ ਜੀ ਦੀਆਂ 12 ਕਵਿਤ ਸਵਈਏ ਨੇ, ਉਹਨਾਂ ਤੇ ਕੋਈ ਕਿੰਤੂ ਨਹੀਂ ਹੈ, ਉਹਨਾਂ ਵਿੱਚ ਕੋਈ ਚੀਜ਼ ਵੀ ਗੁਰਮਤਿ ਦੇ ਜਿਹੜੀ ਆ ਖਿਲਾਫ ਨਹੀਂ ਹੈ। ਹਾਂ ਕਿਸੇ ਨੂੰ ਸਮਝਣ ਵਿੱਚ ਕੋਈ ਊਣਤਾਈ ਲੱਗਦੀ ਆ ਜਾਂ ਟਪਲਾ ਖਾਂਦੇ ਆ ਰੌਲਾ ਪਾ ਕੇ ਬਹਿ ਜਾਂਦੇ ਕਈ ਵਾਰੀ, ਉਹ ਇੱਕ ਵੱਖਰੀ ਗੱਲ ਆ। ਹੁਣ ਇੱਥੇ ਕਲੀਅਰ ਕਰਨਾ ਜ਼ਰੂਰੀ ਸੀਗਾ ਨਾ ਵੀ ਕਿ ਜੇ ਸਾਹਿਤਕ ਕਲਾ ਦਾ ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਕਾਨੂੰਨ ਆ ਸਾਹਿਤ ਦਾ ਜੀ ਵੀ ਤੁਸੀਂ ਮੌਤ ਤੋਂ ਬਿਨਾਂ ਜਦੋਂ ਕਿਸੇ ਲਿਖਾਰੀ ਦੀ ਮੌਤ ਹੋ ਜਾਂਦੀ ਆ ਉਹ ਤੋਂ ਬਾਅਦ ਉਹ ਚੇਂਜ ਨਹੀਂ ਕਰ ਸਕਦੇ, ਲੇਕਿਨ ਥੱਲੇ ਫੁੱਟਨੋਟ ਦੇ ਕੇ ਲਿਖ ਸਕਦੇ ਆ, ਤੁਸੀਂ ਮੈਸੇਜ ਦੇ ਸਕਦੇ ਆ। ਉਸੇ ਤਰ੍ਹਾਂ ਵੀ ਹੁਣ ਜਿੱਦਾਂ ਕਿ ਇਸ ਵੇਲੇ ਜਿਹੜਾ ਦਸਮ ਗ੍ਰੰਥ ਦੇ ਅਗੇਂਸਟ ਧਾਰਿਆ ਉਹ ਕਹਿ ਰਹੇ ਵੀ ਕੁਝ ਗੱਲਾਂ ਮੰਨ ਲਓ ਕੁਝ ਨਾ ਮੰਨੋ, ਏਦਾਂ ਵੀ ਉਹਨਾਂ ਦਾ ਜੋਰ ਲੱਗਾ ਆ। ਤਾਂ ਵੀ ਇੱਥੇ ਆ ਗੱਲ ਕਰਨੀ ਜ਼ਰੂਰੀ ਸੀਗੀ ਇਸ ਪੁਆਇੰਟ ਤੇ ਵੀ ਜਿਹੜਾ ਗ੍ਰੰਥ ਦੀ ਗੱਲ ਕਰ ਰਹੇ ਆ ਅੱਜ ਸਾਡੇ ਸਕਾਲਰ ਹੁਣ ਹੋਏ ਆ ਜਿਹਨੇ ਕਿ ਕੋਈ ਸਾਹਿਬਾਨਾਂ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਭਾਈ ਸੰਤੋਖ ਸਿੰਘ ਜੀ ਦਾ ਸੂਰਜ ਪ੍ਰਕਾਸ਼ ਆ, ਫਿਰ ਆਪਣੇ ਗੁਰਬਿਲਾਸ ਪਾਤਸ਼ਾਹੀ 9ਵੀਂ 10ਵੀਂ 6ਵੀਂ ਇਹ ਕਾਫੀ ਗੁਰਸਿੱਖਾਂ ਨੇ ਲਿਖੀਆਂ ਨੇ, ਉਹਨਾਂ ਦੇ ਜੀਵਨ ਉਹਨਾਂ ਦੀਆਂ ਜੀਵਨ ਕਾਲ ਦੀਆਂ ਘਟਨਾਵਾਂ। ਸਾਡੀ ਮੁਰਾਦ ਉਹਨਾਂ ਗ੍ਰੰਥਾਂ ਤੋਂ ਹੈ ਜਿਨ੍ਹਾਂ ਵਿੱਚ ਕਿ ਕਈ ਵਾਰੀ ਕੁਝ ਗੱਲਾਂ ਐਸੀਆਂ ਮਿਲ ਜਾਂਦੀਆਂ ਔਰ ਉਹਨਾਂ ਬਾਬਤ ਵੀ ਸਿੱਖ ਵਿਦਵਾਨ ਕਈ ਕਹਿੰਦੇ ਨੇ ਕਿ ਜਿਹਨੇ ਕਿਉਂਕਿ ਉਦੋਂ ਉਹ ਲਿਖਦੇ ਹੀ ਸਨ ਕਲਮ ਦੇ ਨਾਲ, ਛਾਪੇਖਾਨੇ ਤੇ ਨਹੀਂ ਸੀਗੇ, ਪ੍ਰੈਸਾਂ ਨਹੀਂ ਸੀਗੀਆਂ, ਪ੍ਰਿੰਟਿੰਗ ਦਾ ਕੋਈ ਸਿਸਟਮ ਨਹੀਂ ਸੀਗਾ। ਉਹ ਕਹਿੰਦੇ ਕੁਝ ਲੋਕ ਜਿਹੜੇ ਉਸ ਵੇਲੇ ਪੜ੍ਹੇ ਲਿਖੀ ਜਮਾਤ ਸੀਗੀ ਉਹ ਆਪਣੇ ਸਿੱਖਾਂ 'ਚ ਨਹੀਂ ਸੀ, ਸਿੱਖ ਘੱਟ ਸੀਗੇ, ਦੂਜੇ ਧਰਮਾਂ ਦੇ ਵਾਲੇ ਜ਼ਿਆਦਾ ਸੀਗੇ, ਤੇ ਉਹ ਤਾਰੇ ਕਰਨ ਦੇ ਕੰਮ ਜਿੱਦਾਂ ਉਹਨਾਂ ਕੋਲ ਸੀ। ਜਿੱਦਾਂ ਕਹਿ ਲਓ ਵੀ ਇੱਕ ਗ੍ਰੰਥ ਜੇ ਸੂਰਜ ਪ੍ਰਕਾਸ਼ ਹੀ ਸੰਤੋਖ ਸਿੰਘ ਨੇ ਤਿਆਰ ਕੀਤਾ ਤੇ ਉਹਦੀਆਂ ਜੇ ਹੋਰ ਕਾਪੀਆਂ ਕਰਨੀਆਂ ਤੇ ਉਹ ਫਿਰ ਦੂਸਰੇ ਸੱਜਣਾਂ ਨੇ ਕਰਨੀਆਂ ਸੀ ਜਿਹੜੇ ਕਿ ਜਿਨ੍ਹਾਂ ਕੋਲ ਕਿ ਲਿਖਣ ਦੀ ਉਸ ਵੇਲੇ ਯੋਗਤਾ ਸੀ, ਕਲਾ ਸੀ, ਲਿਖਦੇ ਸੀ, ਉਹਨਾਂ ਦਾ ਇਹ ਇੱਕ ਕਿਸਮ ਦਾ ਰੋਜੀ ਰੋਟੀ ਦਾ ਸਾਧਨ ਵੀ ਸੀ। ਲੇਕਿਨ ਉਹ ਫਿਰ ਜਦੋਂ ਦੁਬਾਰਾ ਕਾਪੀਆਂ ਕਰਦੇ ਸੀ, ਅਗਰ ਉਹਨਾਂ ਨੂੰ ਕਿਤੇ ਕੋਈ ਗੱਲ ਲੱਗਦੀ ਸੀ ਵੀ ਸਾਡੇ ਚੁੱਭਵੀਂ ਆ ਤਾਂ ਉਹ ਉਸ ਨੂੰ ਵੀ ਮਤਲਬ ਚੇਂਜ ਕਰਕੇ ਲਿਖ ਜਾਂਦੇ ਸੀ। ਹਾਂਜੀ, ਉਹ ਹੁਣ ਬਲੇਮ ਸਾਰਾ ਉਸ ਲਿਖਾਰੀ ਤੇ ਆ ਜਾਂਦਾ ਜਿਹਨੇ ਕਿ ਉਹ ਜਿਹਦੇ ਨਾਂ ਤੇ ਉਹ ਗ੍ਰੰਥ ਲਿਖਿਆ ਗਿਆ। ਹਾਂਜੀ, ਸੋ ਇਸ ਕਰਕੇ ਇੱਕ ਗੁਰਸਿੱਖ ਨੂੰ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਭਾਈ ਨੰਦ ਲਾਲ ਜੀ ਦੀ ਜਿਹੜੀ ਰਚਨਾਵਲੀ ਆ ਉਹਦਾ ਗਿਆਤਾ ਆ, ਉਹਨੂੰ ਉਹ ਸਾਫ਼ ਦਿਖਾਈ ਦੇ ਜਾਂਦਾ ਉਹਨਾਂ ਗ੍ਰੰਥਾਂ ਵਿੱਚ ਕਿ ਆਹ ਜਿਹੜੀ ਗੱਲ ਆ ਇਹ ਮੰਨਣਯੋਗ ਹੈ, ਆਹ ਜਿਹੜੀ ਗੱਲ ਆ ਇਹ ਮੰਨਣਯੋਗ ਨਹੀਂ ਆ। ਹੁਣ ਜਿਹੜੀ ਗੱਲ ਅਸੀਂ ਅੱਜ ਕਿਉਂਕਿ ਪ੍ਰੋਗਰਾਮ ਸਾਡਾ 1984 ਦੇ ਜਿਹੜਾ ਘੱਲੂਘਾਰਾ ਹੈ ਉਹਦੇ ਪ੍ਰਤੀ ਔਰ ਗੁਰੂ ਇਸੇ ਮਹੀਨੇ ਦੇ ਵਿੱਚ ਇੱਕ ਮਹਾਨ ਸ਼ਹਾਦਤ ਜੋ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਨੀ ਆ। ਸੋ ਗੁਰਦੀਪ ਸਿੰਘ ਜੀ ਸਤਿਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਜਿਹੜੀ ਹੋਈ ਉਹਦਾ ਜਿਹੜਾ ਮੂਲ ਕਾਰਨ ਆ ਉਹ ਹਾਕਮ ਕੌਮ ਦੇ ਉਹ ਮੁਤੱਸਬੀ ਤੇ ਜਨੂਨੀ ਜਿਹੜੇ ਮੁਸਲਮਾਨ ਲੀਡਰ ਸਨ ਉਹਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਹੱਥ ਆ, ਜਿਹਨੂੰ ਇੱਕ ਆਪਣੇ ਉਸ ਵੇਲੇ ਦਾ ਜਿਹੜਾ ਮਜ਼ਹਬੀ ਉਹਨਾਂ ਦਾ ਲੀਡਰ ਸੀਗਾ ਉਹਦਾ ਨਾਂ ਸੀ ਸ਼ੇਖ ਅਹਿਮਦ ਸਰਹੰਦੀ, ਤੇ ਉਹ ਆਪਣੇ ਆਪ ਨੂੰ ਮੁਜੱਦਦ ਅਲ-ਫਾਨੀ ਕਹਾਉਂਦਾ ਸੀ। ਉਹ ਸਾਰੇ ਇਸਲਾਮ ਨੂੰ ਲੀਡ ਕਰ ਰਿਹਾ ਸੀ, ਗਾਈਡ ਕਰ ਰਿਹਾ ਸੀ, ਔਰ ਉਹ ਇੰਨਾ ਮਤਲਬ ਕੱਟੜ ਸੀਗਾ ਵੀ ਉਹ ਇਹ ਚਾਹੁੰਦਾ ਸੀ ਵੀ ਜਿਹੜਾ ਹਿੰਦੁਸਤਾਨ ਆ ਨਾ
ਉਹਦੇ ਵਿੱਚ ਹੋਰ ਕੋਈ ਧਰਮ ਹੋਣਾ ਹੀ ਨਹੀਂ ਚਾਹੀਦਾ, ਹੋਰ ਕੋਈ ਧਰਮ ਦਿਸਣਾ ਹੀ ਨਹੀਂ ਚਾਹੀਦਾ। ਅਗਰ ਕੋਈ ਹੈ ਤੇ ਉਹਨੂੰ ਨੇਸਤੋ ਨਾਬੂਦ ਕਰਕੇ ਉਹਨੂੰ ਬਿਲਕੁਲ ਉੱਥੋਂ ਦਾ ਸਫਾਇਆ ਕਰ ਦਿੱਤਾ ਜਾਵੇ। ਉਹਨੇ ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੀ ਉਹਦੇ ਵਿੱਚ ਬਹੁਤ ਇੱਕ ਵੱਡੀ ਭੂਮਿਕਾ ਨਿਭਾਈ। ਇੱਕ ਉਹਦਾ ਚੇਲਾ ਸੀ ਸ਼ੇਖ ਫਰੀਦ ਬੁਖਾਰੀ। ਇਹ ਦੋ ਬੰਦਿਆਂ ਦਾ ਨਾਂ ਜਿਹੜਾ ਆ ਇਹ ਬਹੁਤ ਉੱਭਰ ਕੇ ਸਾਹਮਣੇ ਆਉਂਦਾ ਆ। ਇਹਨਾਂ ਨੇ ਮਤਲਬ ਜਿਹੜੀਆਂ ਗੱਲਾਂ ਤੁਰੀਆਂ ਆ ਰਹੀਆਂ ਸੀਨਾ ਬਸੀਨਾ ਕਿ ਚੰਦੂ ਸ਼ਾਹ ਜਿਹੜਾ ਸੀ ਉਹਦਾ ਵੀ ਇਹਦੇ ਵਿੱਚ ਕਾਫੀ ਰੋਲ ਸੀ, ਉਹਦੀ ਗੱਲ ਬਾਅਦ ਚ ਕਰਾਂਗੇ। ਪਰ ਇਹ ਜਿਹੜੇ ਦੋ ਸ਼ਖਸ ਨੇ ਇਹਨਾਂ ਦਾ ਜਿਹੜਾ ਮਤਲਬ ਗੁਰੂ ਅਰਜਨ ਦੇਵ ਜੀ ਜਿਹੜੀ ਸ਼ਹਾਦਤ ਆ ਉਹਦੇ ਨਾਲ ਬਹੁਤ ਗਹਿਰਾ ਤੇ ਸਿੱਧਾ ਸੰਬੰਧ ਆ। ਹੋਇਆ ਇਸ ਤਰ੍ਹਾਂ ਵੀ ਸਿੱਧਾ ਵਿਰੋਧ ਕਰਨਾ ਜਿਹੜਾ ਸੀਗਾ ਉਹ ਇਹਨਾਂ ਦੇ ਵੱਸ ਦੀ ਗੱਲ ਨਹੀਂ ਸੀ। ਇਹਨਾਂ ਨੇ ਉਸ ਵੇਲੇ ਫਿਰ ਕੀ ਕੀਤਾ, ਇੱਕ ਜੁਗਤ ਅਪਣਾਈ ਕਿ ਜਿਹੜਾ ਮੌਕੇ ਦਾ ਹਾਕਮ ਜਮਾਤ ਆ ਜਿਹੜਾ ਕਿ ਉਸ ਵੇਲੇ ਇਹ ਜਦੋਂ ਸ਼ੇਖ ਅਹਿਮਦ ਸਰਹੰਦੀ ਆਪਣੇ ਪੂਰੇ ਜੋਬਨ ਤੇ ਸੀ ਲੀਡ ਕਰ ਰਿਹਾ ਸੀ, ਉਸ ਵੇਲੇ ਅਕਬਰ ਜਿਹੜਾ ਸੀ ਉਹ ਬਾਦਸ਼ਾਹ ਸੀ ਹਿੰਦੁਸਤਾਨ ਦਾ। ਲੇਕਿਨ ਆਪਾਂ ਸਾਰੇ ਜਾਣਦੇ ਹਾਂ ਕਿ ਅਕਬਰ ਜਿਹੜਾ ਸੀ ਉਹ ਬੜਾ ਜਿੱਦਾਂ ਇੰਨਾ ਜਿੱਦਾਂ ਮਤਲਬ ਤੰਗ ਦਿਲ ਨਹੀਂ ਸੀਗਾ। ਉਹਨੇ ਸਾਰੇ ਧਰਮਾਂ ਨੂੰ ਆਪਣੇ ਆਪਣੇ ਤੌਰ ਤੇ ਜਿੱਦਾਂ ਛੋਟ ਦੇ ਰਖੀਰ ਸੀਗੀ ਵੀ ਹਰ ਇੱਕ ਬੰਦਾ ਆਪਣਾ ਧਰਮ ਆਪਣੇ ਅਕੀਦੇ ਦੇ ਮੁਤਾਬਕ ਆਪਣੀ ਇਬਾਦਤ ਕਰੇ ਤੇ ਕੋਈ ਕਿਸੇ ਤਰ੍ਹਾਂ ਦਾ ਉਹਦੇ ਤੇ ਕੋਈ ਜ਼ੁਲਮ ਜਾਂ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਸੀ ਪਾਇਆ ਜਾ ਰਿਹਾ। ਤੇ ਇਸ ਕਰਕੇ ਇਹ ਜਿਹੜਾ ਸੀ ਇਹ ਬਹੁਤ ਸ਼ੇਖ ਅਹਿਮਦ ਸਰਹੰਦੀ ਜਿਹੜਾ ਉਹਨੂੰ ਲਾਈਕ ਨਹੀਂ ਕਰਦਾ ਸੀ। ਉਹਦੀਆਂ ਲਿਖਤਾਂ ਵਿੱਚੋਂ ਇਹ ਚੀਜ਼ਾਂ ਅੱਜ ਵੀ ਇਤਿਹਾਸ ਵਿੱਚ ਦਰਜ ਨੇ। ਬਹੁਤ ਤਰ੍ਹਾਂ ਦੇ ਜਿਹੜੀਆਂ ਲਿਖਤਾਂ ਮੌਜੂਦ ਨੇ ਔਰ ਸਿੱਖ ਵਿਦਵਾਨਾਂ ਨੇ ਉਹਨਾਂ ਦੀ ਖੋਜ ਕਰਕੇ ਉਹ ਸਿੱਖ ਜਗਤ ਦੇ ਸਾਹਮਣੇ ਬਾਕੀ ਸਾਰੇ ਜਗਤ ਦੇ ਸਾਹਮਣੇ ਵੀ ਰੱਖੀਆਂ ਕਿ ਇਹ ਕਿਸ ਤਰ੍ਹਾਂ ਦਾ ਇਨਸਾਨ ਸੀ ਔਰ ਕਿਸ ਤਰ੍ਹਾਂ ਨੂੰ ਹਿੰਦੁਸਤਾਨ ਦੇ ਵਿੱਚ ਇਹ ਆਪਣਾ ਜਿਹੜਾ ਸੀਗਾ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਥੱਲੇ ਲਿਆਉਣਾ ਚਾਹੁੰਦਾ ਸੀਗਾ। ਬਾਕੀ ਜਿਹੜੀਆਂ ਮੁਖਾਲਫਤ ਆ ਕਰਨ ਵਿੱਚ ਜਦੋਂ ਜਿਹੜਾ ਸਾਡਾ ਸਿੱਖ ਧਰਮ ਆ ਉੱਥੋਂ ਦਾ ਜਿਹੜਾ ਹਿੰਦੂ ਮਤ ਸੀ ਉਹਦਾ ਵੀ ਇਹ ਕਾਫੀ ਜਿਹੜੇ ਕਰਮ ਕਾਂਡ ਸੀ ਉਹਦਾ ਖੰਡਨ ਕਰਦਾ ਸੀ। ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਲੈ ਕੇ ਹੀ ਇਹ ਆਪਣੇ ਤੌਰ ਤੇ ਇੱਕ ਐਸੀ ਲਹਿਰ ਸੀ ਸਿੱਖ ਮਤ ਦੀ ਕਿ ਇਹ ਇੰਨੀ ਸਾਦੀ ਸੀ, ਇੰਨੀ ਸੌਖੀ ਸੀ ਔਰ ਇੰਨੀ ਸੱਚ ਦੇ ਨਾਲ ਪ੍ਰਫੁੱਲਤ ਸੀ, ਭਰਪੂਰ ਸੀ ਕਿ ਹਰ ਇੱਕ ਬੰਦਾ ਜਿਹੜਾ ਸੀ ਇਹ ਵੱਲ ਨੂੰ ਖਿੱਚਿਆ ਜਾਂਦਾ ਸੀ। ਇਹ ਚੀਜ਼ ਜਿਹੜੀ ਸੀ ਇਹ ਨਾ ਉਸ ਵੇਲੇ ਦੀ ਹਾਕਮ ਜਮਾਤ ਨੂੰ ਸ਼ੇਖ ਅਹਿਮਦ ਸਰਹੰਦੀ ਹੁਣਾਂ ਨੂੰ ਕਬੂਲ ਸੀ ਕਿਉਂਕਿ ਉਹਨਾਂ ਦਾ ਜਿਹੜੀ ਸੁਪਨੇ ਸੀ ਉਹ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੀ ਛਤਰਛਾਇਆ ਥੱਲੇ ਦੇਖਣਾ ਚਾਹੁੰਦੇ ਸੀ। ਤੇ ਸੇਮ ਟਾਈਮ ਜਿਹੜੇ ਹਿੰਦੂ ਮਤ ਸੀਗਾ ਉਹਦੇ ਲਈ ਵੀ ਇੱਕ ਬਹੁਤ ਖਤਰੇ ਦੀ ਘੰਟੀ ਉਹ ਸਮਝਦੇ ਸੀ ਕਿ ਉਹਨਾਂ ਦਾ ਸਾਰਾ ਜਿਹੜਾ ਸਿਸਟਮ ਸੀ ਜਿਸ ਹਿਸਾਬ ਨਾਲ ਉਹ ਕਰਮਕਾਂਡ ਵਿੱਚ ਫਸੇ ਹੋਏ ਸੀਗੇ ਉਸ ਤੇ ਇੱਕ ਬੜੀ ਕਰਾਰੀ ਚੋਟ ਸੀਗੀ। ਤੇ ਗੁਰੂ ਨਾਨਕ ਦੇਵ ਜੀ ਨੇ ਦੇਖੋ ਆਪਣੇ ਸਾਰੇ ਜੀਵਨ ਵਿੱਚ ਬੜੇ ਨਰੋਏ ਸੁਚੱਜੇ ਜਿਹੜਾ ਮਤ ਸੀ ਉਹਨੂੰ ਲੈ ਕੇ ਭਾਰਤ ਦੇ ਵੱਖ-ਵੱਖ ਖੰਡਾਂ ਵਿੱਚ ਦੇਸ਼ਾਂ ਵਿੱਚ ਗਏ, ਫਿਰ ਭਾਰਤ ਤੋਂ ਬਾਹਰ ਵੀ ਗਏ, ਏਸ਼ੀਆ ਦੇ ਕਈ ਦੇਸ਼ਾਂ 'ਚ ਗਏ, ਯੂਰਪ ਅਫਰੀਕਾ ਦੇ ਵਿੱਚ ਕਈ ਭਾਗਾਂ ਵਿੱਚ ਬੜਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕੀਤਾ। ਫਿਰ ਗੈਰ ਸਿੱਖ ਲਿਖਾਰੀਆਂ ਨੇ ਵੀ ਇਹ ਤੱਥ ਲਿਖੇ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ 3 ਕਰੋੜ ਦੇ ਲਗਭਗ ਲੋਕਾਂ ਨੂੰ ਆਪ ਖੁਦ ਗੁਰੂ ਦੀਖਿਆ ਦਿੱਤੀ, ਜਿਨ੍ਹਾਂ ਵਿੱਚ ਜ਼ਮਾਨੇ ਦੇ ਉਸ ਵੇਲੇ ਦੇ ਵੱਡੇ ਵੱਡੇ ਆਗੂ ਰਾਜੇ ਮਹਾਰਾਜੇ ਵੀ ਸ਼ਾਮਲ ਸਨ। ਆਪਾਂ ਇਹ ਸਾਰਾ ਇਤਿਹਾਸ ਜਾਣਦੇ ਹਾਂ। ਅਨੇਕਾਂ ਥਾਵਾਂ ਤੇ ਜਿੱਦਾਂ ਪ੍ਰਚਾਰ ਲਈ ਸੈਂਟਰ ਕਾਇਮ ਕੀਤੇ ਜਿਨ੍ਹਾਂ ਨੂੰ ਸੰਗਤ ਕਿਹਾ ਜਾਂਦਾ ਸੀ। ਫਿਰ ਗੁਰੂ ਅੰਗਦ ਦੇਵ ਜੀ ਦੇ ਟਾਈਮ ਤੇ ਵੀ ਇਹ ਸਿਲਸਿਲਾ ਗੁਰੂ ਅਮਰਦਾਸ ਜੀ ਦੇ ਟਾਈਮ ਤੇ ਵੀ ਜਾਰੀ ਰਿਹਾ ਤੇ ਸਿੱਖੀ ਦਾ ਜਿਹੜਾ ਪ੍ਰਚਾਰ ਦਾ ਘੇਰਾ ਸੀ, ਪ੍ਰਚਾਰ ਦੇ ਨਾਲ ਨਾਲ ਪ੍ਰਚਾਰ ਦਾ ਕੰਮ ਪੱਕੇ ਪੈਰਾਂ ਤੇ ਜਿੱਦਾਂ ਪ੍ਰਫੁੱਲਤ ਹੋਣਾ ਸ਼ੁਰੂ ਹੋ ਗਿਆ। ਤੇ ਇਹ ਅਸੀਂ ਇੱਕ ਇਤਿਹਾਸ ਵਿੱਚ ਇਹ ਗੱਲ ਆਉਂਦਾ ਜ਼ਿਕਰ ਕਿ ਸਿੱਖੀ ਦਾ ਦਾਇਰਾ ਗੁਰੂ ਅਮਰਦਾਸ ਜੀ ਦੇ ਵੇਲੇ ਇੰਨਾ ਵੱਧ ਚੁੱਕਿਆ ਸੀਗਾ ਕਿ ਉਹਨਾਂ ਨੇ ਵੱਖਰੇ ਵੱਖਰੇ ਇਲਾਕੇ ਵੰਡ ਕੇ ਤੇ 22 ਮੰਜੀਆਂ ਜਿਹਨੂੰ ਆਪਾਂ ਕਹਿੰਦੇ ਆ 22 ਜਿੱਦਾਂ ਚੰਗੇ ਕਰਨੀ ਵਾਲੇ ਸਿੱਖ ਜਿਹੜੇ ਰਹਿਤ ਵਿੱਚ ਪਰਪੱਕ ਉਹਨਾਂ ਨੂੰ ਆਪਣੇ ਪ੍ਰਚਾਰ ਦਾ ਕੰਮ ਸੌਂਪ ਦਿੱਤਾ ਤੇ ਇਲਾਕੇ ਦੇ ਵਿੱਚ ਜਿਹੜੀਆਂ ਸੰਗਤਾਂ ਦੀ ਉਹਨਾਂ ਦਾ ਸੰਗਠਨ ਕਰਨ ਦਾ ਹੁਕਮ ਦਿੱਤਾ। ਤੇ ਇੱਥੇ ਮਤਲਬ ਬਸ ਨਹੀਂ ਕੱਲੇ ਜਿੱਦਾਂ ਅੱਡ-ਅੱਡ ਜਾਤ ਬਰਾਦਰੀਆਂ ਦੇ ਜਿਹੜੇ ਲੋਕ ਸੀ ਨਗਰੀ ਸਿੰਘ ਉਹ ਵੀ ਮਤਲਬ ਸਿੱਖ ਮਤ ਵੱਲ ਨੂੰ ਸਿੱਖ ਧਰਮ ਵੱਲ ਨੂੰ ਖਿੱਚੇ ਜਾਣ ਲੱਗ ਪਏ ਬੜੀ ਤੇਜ਼ੀ ਨਾਲ। ਉਹ ਕਿਉਂਕਿ ਸਾਡੇ ਵਿੱਚ ਕੋਈ ਜਾਤ ਬਰਾਦਰੀ ਦਾ ਕੋਈ ਇਦਾਂ ਦਾ ਰੌਲਾ ਨਹੀਂ ਸੀਗਾ, ਸਾਰਿਆਂ ਨੂੰ ਬਰਾਬਰ ਦੀ ਗਿਣਤੀ ਨਾਲ ਦੇਖਿਆ ਜਾਂਦਾ ਸੀਗਾ। ਸੋ ਲੱਖਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਉਹ ਸਿੱਖ ਮਤ ਜਿਹੜਾ ਸੀ ਧਾਰਨ ਕਰਨ ਲੱਗ ਪਏ ਔਰ ਧਾਰਨੀ ਹੋ ਗਏ। ਤੇ ਬਹੁਤ ਸਾਰੇ ਮੁਸਲਮਾਨ ਜੋ ਸਮੇਂ ਦੀ ਹਾਕਮ ਜਿਹੜੀ ਕੌਮ ਸੀ ਉਹਦੇ ਨਾਲ ਸੰਬੰਧਿਤ ਸੀਗੇ ਉਹ ਵੀ ਸਿੱਖ ਮਤ ਦੇ ਧਾਰਨੀ ਬਣਨੇ ਸ਼ੁਰੂ ਹੋ ਗਏ ਕਿਉਂਕਿ ਇਹ ਸਿਲਸਿਲਾ ਇੰਨਾ
ਚੰਗਾ ਸੀ, ਇੱਕ ਮਾਤੀ ਐਸਾ ਸਾਫ਼ ਸੁਥਰਾ ਸੀਗਾ। ਇੱਕ ਜ਼ਿਕਰ ਆਉਂਦਾ ਅੱਲਾ ਯਾਰ ਖਾਨ ਦਾ ਕਿ ਉਹ 22 ਮੰਜੀਦਾਰਾਂ ਵਿੱਚੋਂ ਇੱਕ ਸੀ ਜਿਹਨੂੰ ਸਿੱਖੀ ਪ੍ਰਚਾਰ ਲਈ ਕਾਫੀ ਇਲਾਕਾ ਵੀ ਗੁਰੂ ਸਾਹਿਬ ਨੇ ਸੌਂਪ ਦਿੱਤਾ ਸੀਗਾ। ਸਿੱਖ ਮਤ ਦੇ ਪ੍ਰਚਾਰ ਦੇ ਇਤਿਹਾਸ ਜਾਣਨ ਵਾਲੇ ਵਿਦਿਆਰਥੀ ਜਿਹੜੇ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਆ ਕਿ ਬਾਬਾ ਅੱਲਾ ਯਾਰ ਖਾਨ ਵਰਗੇ ਅਨੇਕਾਂ ਬੰਦੇ ਸਿਰਫ ਮੁਸਲਮਾਨਾਂ ਤੋਂ ਕਦੀ ਸਿੱਖ ਹੀ ਨਹੀਂ ਬਣੇ, ਉਹ ਸਿੱਖੀ ਦੇ ਪ੍ਰਚਾਰਕ ਵੀ ਬਣ ਗਏ ਤੇ ਹੋਰਨਾਂ ਲੋਕਾਂ ਵਿੱਚ ਬੜੇ ਉਤਸ਼ਾਹ ਨਾਲ ਪ੍ਰਚਾਰ ਕਰਨ ਲੱਗੇ। ਤੇ ਹਿੰਦੂਆਂ ਵਿੱਚੋਂ ਵੀ ਉੱਚ ਜਾਤੀ ਤੇ ਜਿਹੜੇ ਜਾਤ ਅਭਿਮਾਨੀ ਸੀਗੇ ਉਹਨਾਂ ਨੂੰ ਛੱਡ ਕੇ ਜਿਹੜਾ ਆਮ ਬੰਦਾ ਸੀ ਉਹਦਾ ਝੁਕਾਅ ਵੀ ਜਿਹੜਾ ਸੀ ਉਹ ਪੂਰਾ ਸਿੱਖ ਮਤ ਵੱਲ ਨੂੰ ਹੋ ਗਿਆ। ਤੇ ਫਿਰ ਗੱਲ ਗੁਰੂ ਅਰਜਨ ਦੇਵ ਜੀ ਸਾਹਿਬ ਦੇ ਸਮੇਂ ਤੱਕ ਆਉਂਦੇ ਆਉਂਦੇ ਇੰਨਾ ਤੇਜ਼ੀ ਨਾਲ ਪ੍ਰਚਾਰ ਇਹ ਵੱਧ ਚੁੱਕਾ ਸੀ ਕਿ ਉਸ ਸਮੇਂ ਭਾਈ ਗੁਰਦਾਸ, ਭਾਈ ਮੰਝ, ਭਾਈ ਬਹਿਲੋ, ਭਾਈ ਕਲਿਆਣਾ, ਭਾਈ ਤਿਲਕਾ, ਭਾਈ ਲੰਗਾ, ਭਾਈ ਬੋੜੂ, ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਪਿਰਾਣਾ ਆਦਿਕ ਜਿੱਦਾਂ ਆਪਾਂ ਨਾਂ ਇਤਿਹਾਸ 'ਚ ਆਉਂਦੇ ਸੁਣਦੇ ਆ, ਹੋਰ ਵੀ ਅਨੇਕਾਂ ਨਾਮ ਨੇ। ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਜਿਹੜਾ ਸੀ ਪ੍ਰਚਾਰ ਜਿਹੜਾ ਸੀ ਪੂਰੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਕੀਤਾ ਸੀਗਾ। ਇੱਕ ਇਤਿਹਾਸਕ ਹਵਾਲਾ ਮਿਲਦਾ ਕਿ ਦੁਆਬੇ ਦੇ ਦੌਰੇ ਸਮੇਂ ਜਦੋਂ ਗੁਰੂ ਸਾਹਿਬ ਦੁਆਬੇ ਦੇ ਵਿੱਚ ਸੀਗੇ ਤੇ ਜਲੰਧਰ ਦਾ ਗਵਰਨਰ ਇੱਕ ਸੀ ਸੈਯਦ ਅਜ਼ੀਮ ਖਾਨ। ਉਹ ਕਹਿੰਦੇ ਸਿੱਖੀ ਅਸੂਲਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਨਾ ਕੇਵਲ ਸਿੱਖੀ ਅਸੂਲ ਹੀ ਗ੍ਰਹਿਣ ਕੀਤੇ ਗੁਰਦੀਪ ਸਿੰਘ ਜੀ, ਬਲਕਿ ਸਤਿਗੁਰਾਂ ਨੂੰ ਉੱਚੀ ਉੱਚੀ ਬੇਨਤੀ ਕਰਕੇ ਆਪਣੇ ਇਲਾਕੇ ਵਿੱਚ ਕਰਤਾਰਪੁਰ ਜਲੰਧਰ ਵਿਖੇ ਜਿੱਥੇ ਮਹਾਨ ਕੇਂਦਰ ਸਥਾਪਿਤ ਕਰਾਇਆ ਸਿੱਖੀ ਦਾ। ਵਜ਼ੀਰ ਖਾਨ ਵਰਗੇ ਦੇਖ ਲਓ ਵੀ ਦਰਬਾਰੀ ਤੇ ਮੀਆਂ ਮੀਰ ਵਰਗੇ ਮੁਸਲਮਾਨ ਧਾਰਮਿਕ ਆਗੂ ਵੀ ਸਿੱਖੀ ਦੇ ਦਾਇਰੇ ਵਿੱਚ ਆ ਕੇ ਮਿਲੇ। ਹਾਲਾਂਕਿ ਇਹ ਮੀਆਂ ਮੀਰ ਹੁਣੀ ਇਹ ਸਾਰੇ ਮਤਲਬ ਇਸਲਾਮ ਦੇ ਪ੍ਰਚਾਰਕ ਸਨ, ਪਰ ਦੇਖ ਲਓ ਗੁਰੂ ਸਾਹਿਬ ਦੀ ਸ਼ਖਸੀਅਤ, ਗੁਰੂ ਸਾਹਿਬ ਦਾ ਸੱਚ ਜਾਂ ਸੱਚਾ ਮਾਰਗ ਕਿਤਨਾ ਪ੍ਰਭਾਵ ਸੀ ਕਿ ਇਹ ਲੋਕ ਵੀ ਇਹ ਆਪਣੇ ਮਤਲਬ ਸਿੱਖ ਮਤ ਦੇ ਅਨੁਯਾਈ ਬਣ ਗਏ, ਗੁਰੂ ਸਾਹਿਬ ਦੇ ਸ਼ਰਧਾਲੂ ਬਣ ਗਏ। ਇੱਕ ਸਮਾਂ ਉਹ ਸੀ ਜਿੱਦਾਂ ਹੁਣ ਤੁਸੀਂ ਕਹਿ ਰਹੇ ਆ, ਇੱਕ ਸਮਾਂ ਉਹ ਸੀਗਾ ਵੀ ਸਿੱਖੀ ਦੀ ਰਹਿਣੀ ਤਾਂ ਸਿੱਖੀ ਦੀ ਜਿਹੜੀ ਸੋਚ ਸੀ ਉਹ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਹੀ ਹਜ਼ਾਰਾਂ ਹੀ ਕਹ ਲੋ, ਜੇ ਲੱਖ ਨਹੀਂ ਤਾਂ ਹਜ਼ਾਰਾਂ ਹੀ ਲੋਕ ਸਿੱਖ ਬਣ ਗਏ ਤਾਂ ਬਣ ਰਹੇ ਸੀ ਉਸ ਵੇਲੇ। ਬਿਲਕੁਲ ਅੱਜ ਦਾ ਆ ਯੁੱਗ ਆ ਦੌਰ ਆ ਕਹ ਲੋ ਵੀ ਜਿਹਦੇ ਚ ਸਿੱਖ ਦੂਸਰੇ ਕੌਮਾਂ ਨੇ ਤਾਂ ਕੀ, ਦੂਸਰੇ ਜਿਹੜੇ ਕੌਮ ਦੇ ਬੰਦੇ ਆ ਜਾਂ ਹੈਗੇ ਲੋਕ ਉਨੀ ਤਾਂ ਕੀ ਪ੍ਰਭਾਵਿਤ ਹੋਣਾ ਸਾਡੀ ਰਹਿਣੀ ਤੋਂ ਤੇ ਸਾਡੀ ਸੋਚ ਤੋਂ ਜੀ। ਐਕਚੁਅਲੀ ਅਸੀਂ ਆਪ ਛੱਡ ਕੇ ਪਰੇ ਜਾ ਰਹੇ ਹਾਂ। ਬਿਲਕੁਲ ਤੁਸੀਂ ਇੱਥੇ ਅੱਜ ਇੱਕ ਮੈਗਜ਼ੀਨ ਦੀ ਗੱਲ ਕਰਦੇ ਸੀ, ਉਹ ਯੋਗਾ 'ਚ ਹੀ ਕਹੀ ਜਾਂਦੇ ਸਾਨੂੰ ਬੜਾ ਆਨੰਦ ਆ ਰਿਹਾ ਵੀ ਜਦੋਂ ਮੈਂ ਸਿੱਖ ਧਰਮ 'ਚ ਜੰਮੇ ਪਲੇ ਆ, ਕੋਈ ਆਨੰਦ ਹੀ ਨਹੀਂ ਆਇਆ ਸਾਰੀ ਉਮਰ ਸਿੱਖੀ 'ਚ ਸਾਨੂੰ। ਹਾਂਜੀ ਦੇਖੋ ਮਤਲਬ ਸਿਚੁਏਸ਼ਨ ਕਿਸ ਤਰ੍ਹਾਂ ਦੀ ਅਸੀਂ ਬਣਾ ਰੱਖੀ ਆ, ਇਹਦੇ ਜ਼ਿੰਮੇਵਾਰ ਅਸੀਂ ਲੋਕ ਹੀ ਆ। ਹੁਣ ਪਤਾ ਨਹੀਂ, ਹੁਣ ਆਪਾਂ ਪੂਰੀ ਗੱਲ ਤਾਂ ਜਾਣਦੇ ਨਹੀਂ ਹੈ ਨਾ ਉਸ ਲੇਖ ਜਿਹੜਾ ਲੇਖ ਲਿਖਿਆ ਗਿਆ ਪੂਰਾ ਡਿਟੇਲ ਤਾਂ ਪਤਾ ਨਹੀਂ। ਉਹਨਾਂ ਦੇ ਘਰ ਦਾ ਮਾਹੌਲ ਕੀ ਸੀਗਾ, ਜਿਹੜੇ ਉਹਦੇ ਮਾਪੇ ਜਿਹੜੇ ਸੀਗੇ ਉਨੀ ਪੂਰੇ ਸਿੱਖ ਮਤ ਦੇ ਧਾਰਨੀ ਸੀਗੇ ਨਹੀਂ ਸੀਗੇ, ਉਹ ਕਿੱਥੇ ਖੜੇ ਨੇ, ਆਪਾਂ ਪੂਰਾ ਹੁਣ ਉਸ ਗੱਲ ਤੇ ਕਮੈਂਟ ਨਹੀਂ ਕਰ ਸਕਦੇ ਨਾ ਪੂਰੀ, ਕਿਉਂਕਿ ਪੂਰੀ ਗੱਲ ਦਾ ਪਤਾ ਨਹੀਂ। ਤਾਂ ਲੇਕਿਨ ਇਹ ਦੁਖਦਾਈ ਗੱਲ ਆ ਵੀ ਇੱਕ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਲੜਕਾ ਜਾਂ ਲੜਕੀ ਉਹਨੂੰ ਯੋਗ ਮਤ ਜ਼ਿਆਦਾ ਪਸੰਦ ਆ ਰਿਹਾ ਆ ਸਿੱਖ ਮਤ ਨਾਲੋਂ। ਦਰਅਸਲ ਗੱਲ ਇਹ ਹੈ ਕਿ ਸਾਡੇ ਕੁਝ ਕਿਰਦਾਰ, ਸਾਡਾ ਕੁਝ ਰਹਿਣ ਸਹਿਣ, ਸਾਡੀ ਜਿਹੜਾ ਕੌਮੀ ਤੌਰ ਦੇ ਉੱਤੇ ਜਿਹੜੀ ਗਿਰਾਵਟ ਆ ਉਹ ਆਪਾਂ ਨਿਊਜ਼ਾਂ ਵੀ ਨਿਤ ਸੁਣਦੇ ਆ, ਪੰਜਾਬ ਵਿੱਚ ਵੀ ਇੱਥੇ ਵੀ। ਉਹ ਕਿਰਦਾਰ ਦੀ ਪ੍ਰਦਰਸ਼ਨੀ ਜੋ ਗੁਰੂ ਸਾਹਿਬਾਨ ਨੇ ਖੁਦ ਕੀਤੀ ਤੇ ਉਸ ਵੇਲੇ ਦੇ ਸਿੱਖਾਂ ਨੇ ਕੀਤੀ, ਉਹ ਇੱਕ ਬੇਮਿਸਾਲ ਆ, ਲਾਸਾਨੀ ਆ। ਸਾਨੂੰ ਉਸ ਚੀਜ਼ ਨੂੰ ਬਰਕਰਾਰ ਰੱਖਣਾ ਚਾਹੀਦਾ ਸੀ। ਜਿਵੇਂ ਕਿ ਤੁਸੀਂ ਮਸਕੀਨ ਸਾਹਿਬ ਦੀ ਇੱਕ ਐਗਜ਼ਾਮਪਲ ਦਿੱਤੀ ਕਿ ਉਹ ਬਾਗ ਤੇ ਬਹੁਤ ਅੱਛਾ ਸੀ ਲਾਇਆ, ਗੁਰੂ ਸਾਹਿਬਾਨ ਨੇ ਆਪਣਾ ਖੂਨ ਨਾਲ ਸਿੰਜਿਆ ਸੀ, ਪਰ ਮਾਲੀ ਜਿਹੜੇ ਸੀ ਉਹ ਇੰਨੇ ਸੁਸਤ ਹੋ ਗਏ ਕਿ ਉਹ ਸਭ ਕੁਝ ਮੁਰਝਾਉਣਾ ਸ਼ੁਰੂ ਹੋ ਗਿਆ। ਲੇਕਿਨ ਉਸ ਵੇਲੇ ਜਿਹੜਾ ਸੀ ਗੁਰੂ ਸਾਹਿਬਾਨ ਦਾ ਜਿਹੜੇ ਲੋਕ ਜ਼ਿਆਦਾ ਖਿੱਚੇ ਜਾਂਦੇ ਉਹਦਾ ਬੜਾ ਮੇਨ ਕਾਰਨ ਸੀ ਵੀ ਸਤਿਗੁਰੂ ਸਾਹਿਬਾਨ ਦਾ ਆਪਣਾ ਜੀਵਨ ਇਤਨਾ ਪ੍ਰਭਾਵਸ਼ਾਲੀ ਸੀ ਕਿ ਲੋਕੀ ਬਦੋ-ਬਦੀ ਸਿੱਖੀ ਵਿੱਚ ਦਾਖਲ ਹੋਣਾ ਲੋਚਦੇ ਸੀ। ਦੂਜੇ ਪਾਸੇ ਜਿਹੜੇ ਹਿੰਦੂ ਮੁਸਲਮਾਨ ਜੋਗ ਮਤ ਦੇ ਪ੍ਰਚਾਰਕ ਦੇ ਉਹਨਾਂ ਦੇ ਜਿਹੜੇ ਜੀਵਨ, ਉਹਨਾਂ ਦੇ ਸਿਧਾਂਤ ਵਿੱਚ ਇੰਨੀਆਂ ਕਮਜ਼ੋਰੀਆਂ ਸੀਗੀਆਂ ਵੀ ਬਿਨਾਂ ਬਹੁਤਾ ਗਹਿਰਾ ਯਤਨ ਕੀਤਿਆਂ ਧੜਾ-ਧੜ ਲੋਕੀ ਜਿਹੜੇ ਉਹਨਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਸਿੱਖ ਮਤ ਵਿੱਚ ਸ਼ਾਮਲ ਹੋ ਰਹੇ ਸੀ। ਕਿਉਂ ਹੋ ਰਹੇ ਸੀ? ਕਾਰਨ ਦੋ ਚਾਰ ਜਿਹੜੇ ਆ ਉਹ ਤੁਹਾਨੂੰ ਹੈਗੇ ਵੀ ਉਹਨਾਂ ਦਾ ਆਪਣਾ ਜੀਵਨ ਤੇ ਉਹਨਾਂ ਦੇ ਸਿਧਾਂਤਾਂ ਦੀਆਂ ਕਮਜ਼ੋਰੀਆਂ ਤੇ ਹੋਰ ਕਰਮਕਾਂਡ ਜਿਹੜਾ ਕਿ ਉਹ ਕਰੀ ਜਾਂਦੇ ਸੀਗੇ, ਆ ਰਹੇ ਸੀਗੇ ਉਹਨਾਂ ਦੇ ਵਿੱਚ, ਉਹਨਾਂ ਤੋਂ ਨਿਕਲਣਾ ਉਹਨਾਂ ਲਈ ਬੜਾ ਸੌਖਾ ਸੀ।
ਔਰ ਅੱਜ ਸਾਡੇ ਵਿੱਚ ਉਹ ਕਰਮਕਾਂਡ ਆ ਗਿਆ ਆ, ਸਾਡੇ ਵਿੱਚ ਉਹ ਕਮਜ਼ੋਰੀਆਂ ਆ ਗਈਆਂ। ਸਾਡਾ ਜਿਹੜਾ ਜੀਵਨ ਹੈ ਆਪਣਾ ਬਹੁ ਗਿਣਤੀ ਜਿਹੜੇ ਕਿ ਸਾਡੇ ਰੋਲ ਮਾਡਲ ਹੋਣੇ ਚਾਹੀਦੇ ਆ, ਉਹਨਾਂ ਦੇ ਜੀਵਨ ਵਿੱਚ ਵੀ ਗਿਰਾਵਟ ਹੈ। ਔਰ ਇਸ ਕਰਕੇ ਜਿਵੇਂ ਦੂਜੇ ਧਰਮਾਂ ਦੇ ਦੀ ਹਾਲਾਤ ਇਤਨੀ ਕਮਜ਼ੋਰ ਸੀ ਕਿ ਉਹ ਸਿੱਖੀ ਦੇ ਸੱਚ ਵੱਲ ਨੂੰ ਬਦੋ ਬਦੀ ਖਿੱਚੀ ਆਏ, ਉਹਨਾਂ ਨੂੰ ਕੋਈ ਬਹੁਤ ਐਫਰਟ ਨਹੀਂ ਕਰਨਾ ਪਿਆ। ਅੱਜ ਸਾਡੀ ਹਾਲਤ ਉਹਨਾਂ ਧਰਮਾਂ ਦੀ ਤਰ੍ਹਾਂ ਕਮਜ਼ੋਰ ਆ ਕਿ ਸਾਡੇ ਵਿੱਚੋਂ ਲੋਕ ਨਿਕਲ ਕੇ ਕੋਈ ਰਾਧਾ ਸਵਾਮੀ ਬਣ ਰਿਹਾ, ਕੋਈ ਨਿਰੰਕਾਰੀ ਬਣ ਰਿਹਾ, ਕੋਈ ਕੁਛ ਬਣ ਰਿਹਾ, ਕੋਈ ਅਸ਼ੂਤੋਸ਼ ਦਾ ਬਣ ਗਿਆ, ਇੱਕ ਸੱਚਾ ਸੌਦੇ ਵਾਲੇ ਹੈਗੇ ਆ, ਉਹ ਉਧਰ ਨੂੰ ਲੋਕੀ ਖਿੱਚੇ ਜਾ ਰਹੇ ਆ। ਮੇਰੇ ਇੱਕ ਦੋਸਤ ਨੇ ਦੱਸਿਆ ਵੀ ਉਹ ਕਿਤੇ ਟੀਵੀ ਤੇ ਉਹਨਾਂ ਦਾ ਵਿਖਿਆਨ ਆਉਂਦਾ ਸੁਣਦਾ ਸੀ, ਕਹਿੰਦਾ ਮੈਂ ਉਹ ਵਿਖਿਆਨ ਸੁਣਿਆ 20 ਮਿੰਟ ਤੇ ਮੈਂ ਸੁਣ ਕੇ ਹੈਰਾਨ ਸੀ ਵੀ ਇਦਾਂ ਦੇ ਗਪੌੜ ਸੁਣ ਕੇ ਲੋਕੀ ਉੱਥੇ ਬੈਠੇ ਆ ਤੇ ਉਹਨੂੰ ਮੰਨ ਰਹੇ ਆ। ਵੀ ਹੈਰਾਨੀ ਹੁੰਦੀ ਵੀ ਲੋਕਾਂ ਦੇ ਦਿਮਾਗ ਹੈਗੇ ਵੀ ਆ ਸਿਰਾਂ 'ਚ ਕਿ ਹੈ ਨਹੀਂ। ਉੱਥੇ ਹੁਣ ਸਾਡੇ ਸਾਹਮਣੇ ਹੀ ਆ ਭਾਈ ਸਾਹਿਬ, ਹੁਣ ਜਿਹੜੇ ਇੱਥੇ ਡੇਰੇ ਖੋਲ ਕੇ ਇੰਡੀਆ 'ਚ ਇਕੱਲੇ ਨਹੀਂ ਬੈਠੇ ਆ, ਇੱਥੇ ਵੀ ਖੋਲ ਕੇ ਬੈਠੇ ਆ। ਇੱਥੇ ਨਾਨਕਸਰ ਡੇਰਾ ਆ। ਬਿਲਕੁਲ ਬਿਲਕੁਲ। ਹੁਣ ਜੇ ਮੱਤ ਦੇਖੀ ਜਾਵੇ ਹਿੰਦੁਸਤਾਨ ਦੇ ਵਿੱਚ ਵੀ ਸਿੱਖਾਂ ਦੀ ਮੱਤ ਪੁੱਠੇ ਪਾਸੇ ਨੂੰ ਜਾ ਰਹੀ ਆ। ਬਿਲਕੁਲ ਇੱਥੇ ਵੀ ਜਿਹੜੀ ਹੈਗੀ ਸਿੱਖਾਂ ਦੀ ਮੱਤ, ਇੱਕ ਜੋਇਸ ਵਾਲਾ ਬਾਬਾ ਆ ਜੀ, ਦੇਖ ਲਓ ਤਾਂ, ਹੈ ਨਾ, ਜੋਇਸ ਸਟਰੀਟ ਤੇ ਬੈਠਾ ਹੈ ਬਾਬਾ, ਇੱਕ ਮੈਨੂੰ ਨਾਂ ਤਾਂ ਉਹਦਾ ਪਤਾ ਨਹੀਂ ਕੀ ਆ। ਚਲੋ ਨਾਂ ਦਾ ਕੀ ਲੈਣਾ, ਬਾਬਾ ਤਾਂ ਹੈ ਨਾ, ਬੈਠਾ ਹੈ, ਸਾਰੀ ਦੁਨੀਆ ਜਾਣਦੀ, ਜੱਗ ਜਾ ਰਿਹਾ ਇਹ ਗੱਲ ਕਿ ਸਾਡੇ ਸਿੱਖਾਂ ਦੀ ਜ਼ਿਆਦਾ ਗਿਣਤੀ ਉੱਥੇ ਜਾਂਦੀ ਆ। ਉੱਥੇ ਨੰਗੋ ਤੁਸੀਂ ਤਾਂ ਵੱਡੇ ਵੱਡੇ ਦਾੜੀਆਂ ਲੈ ਕੇ ਪ੍ਰਕਾਸ਼ੀ ਦਾੜੀ ਪ੍ਰਕਾਸ਼ੀ ਹੋਇਆ, ਪੱਗਾਂ ਬੰਨੀਆਂ ਆ, ਆਉਂਦੇ ਆ। ਤਾਂ ਮਤਲਬ ਗੱਲ ਆ ਵੀ ਡਿੱਗਦੇ ਕਿੱਥੇ ਜਾ ਕੇ? ਇੰਨਾ ਕੁਝ ਗੁਰੂ ਨੇ ਬਖਸ਼ਿਆ ਤੁਹਾਨੂੰ, ਰੱਬ ਨੇ ਤੁਹਾਨੂੰ ਇੰਨਾ ਕੁਝ ਦਿੱਤਾ, ਸਰਦਾਰੀਆਂ ਬਖਸ਼ੀਆਂ, ਧਨ ਦੌਲਤ ਬਖਸ਼ੀ ਹੋਇਆ, ਸਾਰਾ ਕੁਝ ਬਖਸ਼ਿਆ, ਲੇਕਿਨ ਤੁਸੀਂ ਫਿਰ ਉੱਥੇ ਹੀ ਖੂਹ 'ਚ ਜਾ ਕੇ ਡਿੱਗਣ ਨੂੰ ਫਿਰਦੇ ਆ। ਇਹ ਬਦਬਖਤੀ ਆ। ਗੁਰੂਆਂ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ, ਫਰੀडम ਬਖਸ਼ੀ ਆ, ਅਸੀਂ ਕਿਸੇ ਦੇ ਗੁਲਾਮ ਨਹੀਂ, ਫਰੀडम ਬਖਸ਼ੀ ਆ। ਔਰ ਅਸੀਂ ਟਕੇ ਦੇ ਡੇਰੇਦਾਰਾਂ ਦੇ ਜਾ ਕੇ ਗੁਲਾਮ ਬਣ ਗਏ ਉਹਨਾਂ ਦੇ। ਬਿਲਕੁਲ ਬਿਲਕੁਲ। ਪਰ ਗੁਰਦੀਪ ਸਿੰਘ, ਜਿਵੇਂ ਸਿੱਖੀ ਦਾ ਉਸ ਵੇਲੇ ਪਸਾਰ ਹੋ ਰਿਹਾ ਸੀ, ਵੱਧ ਰਿਹਾ ਸੀ, ਦਿਨੋਂ ਦਿਨ ਚੜ੍ਹਦੀ ਕਲਾ ਬਣ ਰਹੀ ਸੀ, ਇਹ ਸਾਰੇ ਕਾਹੇ ਦਾ ਨਤੀਜਾ ਕੀ ਨਿਕਲਿਆ ਵੀ ਹਿੰਦੂਆਂ ਵਿੱਚੋਂ ਜਿਹੜੇ ਉੱਚ ਜਾਤੀ ਦੇ ਸੀਗੇ, ਖਾਸ ਕਰਕੇ ਬ੍ਰਾਹਮਣ, ਜੋ ਸਾਰੀ ਹਿੰਦੂ ਕੌਮ ਨੂੰ ਲੁੱਟ ਕੇ ਖਾ ਰਹੇ ਸੀਗੇ, ਉਹ ਸਿੱਖੀ ਲਹਿਰ ਦੇ ਵੀ ਸਖਤ ਵਿਰੋਧੀ ਬਣ ਗਏ। ਦੂਜੇ ਪਾਸੇ ਜਿੱਦਾਂ ਮੈਂ ਦੱਸਿਆ ਵੀ ਕੱਟੜ ਮੁਸਲਮਾਨ, ਜਿੱਦਾਂ ਕਿ ਸ਼ੇਖ ਅਹਿਮਦ ਸਰਹੰਦੀ ਵਰਗੇ, ਹਾਂਜੀ, ਉਹ ਵੀ ਚਿਤਾਤਰ ਹੋ ਗਏ, ਕਿਉਂਕਿ ਉਹਨਾਂ ਦਾ ਤਾਂ ਸਾਰੇ ਹਿੰਦੁਸਤਾਨ ਨੂੰ ਆਪਣੇ ਇਸਲਾਮੀ ਝੰਡੇ ਹੇਠ ਲਿਆਉਣ ਦਾ ਜਿਹੜਾ ਨਿਸ਼ਾਨਾ ਸੀ, ਪੂਰਾ ਕਰਨ ਵਿੱਚ ਇਹ ਭਾਰੀ ਵਿਘਨ ਪੈ ਗਿਆ। ਦੂਜਾ ਕੱਲਾ ਵਿਘਨ ਹੀ ਨਹੀਂ ਪਿਆ, ਮੁਸਲਮਾਨਾਂ ਵਿੱਚ ਉਲਟੇ ਧਰਮ ਪਰਿਵਰਤਨ ਕਰਕੇ ਲੋਕੀ ਸਿੱਖ ਸਜਣੇ ਸ਼ੁਰੂ ਹੋ ਗਏ। ਸੋ ਇਸਲਾਮ ਦਾ ਜਿਹੜਾ ਅਸਲੀ ਨਿਸ਼ਾਨਾ ਸੀ ਉੱਥੇ ਉਸ ਵੇਲੇ ਦਾ, ਉਹਨਾਂ ਨੂੰ ਇੱਕ ਇਹ ਬਹੁਤ ਵੱਡਾ, ਜਿੱਦਾਂ ਉਹਨਾਂ ਦੇ ਰਸਤੇ ਦੇ ਵਿੱਚ ਜਿੱਦਾਂ ਕਹਿੰਦੇ ਰੋੜਾ ਲੱਗਾ, ਇੱਕ ਮਤਲਬ ਬਹੁਤ ਵੱਡਾ ਜਿੱਦਾਂ ਰੁਕਾਵਟ ਬਣ ਗਈ ਉਹਨਾਂ ਲਈ ਵੀ ਜਿਸ ਸਮੇਂ ਧੜਾ ਧੜ ਇਹ ਸੱਚ ਦਾ ਜਿਹੜਾ ਧਰਮ ਆ, ਇਹ ਸਿੱਖ ਧਰਮ ਵੱਧਦਾ ਜਾ ਰਿਹਾ, ਇਹਦੇ ਨਾਲ ਤੇ ਲੱਗਦਾ ਇੱਕ ਦਿਨ ਨੂੰ ਸਾਰਾ ਹਿੰਦੁਸਤਾਨ ਹੀ ਇਸ ਦੀ ਲਪੇਟ ਵਿੱਚ ਆ ਜਾਏਗਾ ਤੇ ਜਿਹੜੇ ਸਾਡੇ ਸੁਪਨੇ ਨੇ ਉਹ ਧਰੇ ਧਰਾਏ ਰਹਿ ਜਾਣਗੇ। ਤੇ ਜਿਹੜਾ ਕਿ ਅਸੀਂ ਮਤਲਬ ਚਾਹੁੰਦੇ ਆ ਵੀ ਆਪਣਾ ਜਿਹੜਾ ਸਾਡਾ ਰਾਜ ਭਾਗ ਇੱਥੇ ਸਾਡੇ ਕੋਲ ਸ਼ਕਤੀ ਆ, ਉਸ ਸ਼ਕਤੀ ਦੇ ਆਸਰੇ ਦੇ ਨਾਲ ਅਸੀਂ ਸਾਰਾ ਇਹ ਜਿਹੜਾ ਅਸੀਂ ਆਪਣਾ ਜਿਹੜਾ ਮਾਤਿਆ ਸਾਰੇ ਹਿੰਦੁਸਤਾਨ ਦੇ ਵਿੱਚ ਉਹਨੂੰ ਫੈਲਾ ਦਿੱਤਾ ਜਾਵੇ। ਸੋ ਇਸਲਾਮਕ ਦਾ ਜਿਹੜਾ ਭਾਈਚਾਰਕ ਸੀ, ਉਹਨਾਂ ਦੇ ਕੁਝ ਅਸੂਲ ਵੀ ਗਦੀਬ ਇਸ ਤਰ੍ਹਾਂ ਦੇ ਹੀ ਹੈਗੇ ਆ ਵੀ ਉਹ ਸ਼ੁਰੂ ਤੋਂ ਹਰ ਥਾਂ ਮੁਸਲਮਾਨੀ ਰਾਜ ਸ਼ਕਤੀ ਵਾਲੇ ਸਮਾਜ ਦੀ ਜਿੱਦਾਂ ਸਥਾਪਨਾ ਕਰਨ ਦੇ ਅਨੁਕੂਲ ਰਹਿੰਦੇ ਆ, ਤਤਪਰ ਰਹਿੰਦੇ ਆ। ਜਿਸ ਦੇਸ਼ ਵਿੱਚ ਵੀ ਜਿੱਦਾਂ ਗੈਰ ਇਸਲਾਮੀ ਰਾਜ ਸੀ, ਉਹਨੂੰ ਆਪਣਾ ਦੁਸ਼ਮਣ ਸਮਝਦੇ ਸੀ। ਸੋ ਉਹਨਾਂ ਨੇ ਮਤਲਬ ਇਹ ਪੂਰੀ ਕੋਸ਼ਿਸ਼ ਸੀ ਕਿ ਅਸੀਂ ਇੱਥੋਂ ਮਤਲਬ ਇਸਲਾਮ ਤੋਂ ਬਿਨਾਂ ਕੋਈ ਹੋਰ ਚੀਜ਼ ਬਦਲ ਫੁੱਲਣ ਨਹੀਂ ਦੇਣੀ। ਤੇ ਹੁਣ ਵਧਣ ਫੁੱਲਣ ਦਾ ਜਿਹੜਾ ਗੁਰੂ ਸਾਹਿਬਾਨ ਦਾ ਸਿਧਾਂਤ ਸੀ, ਮਤ ਸੀ, ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ, ਉਹ ਇਤਨੀ ਜ਼ੋਰ ਸ਼ੋਰ ਨਾਲ ਵਧਿਆ ਫੁੱਲਿਆ ਤੇ ਮਤਲਬ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਸੀ ਉਹ ਲੋਕ ਜਿਹੜੇ ਸੀ ਗੁਰੂ ਸਾਹਿਬਾਨ ਦੇ, ਗੁਰੂ ਘਰ ਦੇ ਸ਼ਰਧਾਲੂ ਬਣ ਗਏ। ਔਰ ਇੱਕ ਬਹੁਤ ਵੱਡਾ ਚੈਲੰਜ ਉਸ ਵੇਲੇ ਉਸ ਇਸਲਾਮ ਜਗਤ ਦੇ ਹਾਕਮਾਂ ਨੂੰ ਹੋਇਆ ਤੇ ਉੱਥੋਂ ਦੇ ਜਿਹੜੇ ਉਹਨਾਂ ਦੇ ਜਿਹੜੇ ਬਹੁਤ ਵੱਡੇ ਆਗੂ ਸੀਗੇ ਧਾਰਮਿਕ, ਉਹਨਾਂ ਨੂੰ ਹੋਇਆ। ਤੇ ਉਹਨਾਂ ਨੇ ਫਿਰ ਮਤਲਬ ਇਹ ਜਿਹੜੀ ਸਾਰੀ ਵਿਉਂਤਬੰਦੀਆਂ ਸੀਗੀਆਂ, ਇਹਨਾਂ ਨੂੰ ਮਤਲਬ ਕਿ ਕਿਸੇ ਤਰ੍ਹਾਂ ਰੋਕਣਾ ਆ, ਖਤਮ ਕਰਨਾ ਆ, ਉਹ ਜਿਹੜੀਆਂ ਸੀਗੀਆਂ ਫਿਰ ਉਹ ਸੁਪਨੇ ਲੈਣੇ ਸ਼ੁਰੂ ਕੀਤੇ ਵੀ ਕਿਵੇਂ ਹੋਣਾ ਚਾਹੀਦਾ ਆ। ਜਿਵੇਂ 10ਵੀਂ ਸਦੀ ਦੇ ਵਿੱਚ ਸ਼ੁਰੂ ਵਿੱਚ ਵੀ ਜਿਹੜਾ ਸੂਫੀ ਮਤ ਦੀਆਂ ਖੁੱਲ੍ਹੇਆਮ ਗੱਲਾਂ ਕਰਨ ਵਾਲੇ ਮਨਸੂਰ ਨੂੰ ਵੀ ਉੱਥੇ ਬਗਦਾਦ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੀ ਸੋਚ ਵਾਲਿਆਂ ਨੇ ਜਿੱਦਾਂ ਭਈ ਸੂਲੀ ਦੇ ਚੜਾ ਦਿੱਤਾ ਸੀ। ਉਹ ਵੀ ਸੱਚ ਦੀ ਗੱਲ ਕਰਦਾ ਸੀ ਔਰ ਸੱਚ ਦੇ
ਵਿੱਚ ਉਹਦਾ ਇੰਨਾ ਵਿਸ਼ਵਾਸ ਸੀ, ਉਹ ਕਹਿੰਦਾ ਸੀ ਕਿ ਜਿਹੜਾ ਜੋ ਕੁਝ ਵੀ ਆ ਸਭ ਕੁਝ ਆ ਉਹ ਸਾਰਾ ਰੱਬ ਦੀ ਕਿਰਤ ਆ, ਰੱਬ ਦੇ ਬੰਦੇ ਆ, ਮੈਨੂੰ ਸਾਰਿਆਂ 'ਚ ਹੀ ਰੱਬ ਦਿਸਦਾ। ਉਹ ਕਹਿੰਦਾ ਮੇਰੇ ਵਿੱਚ ਵੀ ਰੱਬ ਆ। ਉਹਦਾ ਨਾਰਾ ਇਹ ਸੀ ਅਨਲ ਹੱਕ, ਕਿ ਮੈਂ ਰੱਬ ਹੋ ਗਿਆ, ਮੈਂ ਰੱਬ ਹਾਂ। ਤੇ ਇਹਨਾਂ ਕੱਟੜਪੰਥੀਆਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀਗੀ ਤੇ ਉਹਨੂੰ ਉੱਥੇ ਚੱਕ ਕੇ ਸੂਲੀ ਚੜਾਤਾ। ਉਹਨੂੰ ਸੂਲੀ ਚੜਾਉਣ ਦੇ ਨਾਲ ਫਿਰ ਜਿਹੜੇ ਸੂਫੀ ਸੀ ਇਹਨਾਂ ਨੇ ਆਪਣਾ ਜਿਹੜਾ ਗੱਲਬਾਤ ਕਰਨ ਦਾ ਢੰਗ ਸੀ, ਤਰੀਕਾ ਸੀ, ਉਹ ਬਦਲਿਆ। ਔਰ ਇਹਨਾਂ ਦੇ ਕਾਫੀ ਘਰਾਣੇ ਜਿਹੜੇ ਸੀ ਹਿੰਦੁਸਤਾਨ ਵਿੱਚ ਚੱਲਦੇ ਰਹੇ, ਜਿਹੜੇ ਕਿ ਬੜੇ ਪਿਆਰ ਦੇ ਨਾਲ, ਸਹੀ ਢੰਗ ਦੇ ਨਾਲ ਜਿਹੜਾ ਸੀ ਆਪਣਾ ਪ੍ਰਚਾਰ ਕਰਦੇ ਸੀਗੇ, ਲੇਕਿਨ ਤਲਵਾਰ ਦੇ ਜ਼ੋਰ ਨਾਲ ਨਹੀਂ ਕਿਸੇ ਨੂੰ ਵੀ ਬਦਲਦੇ ਸੀਗੇ। ਔਰ ਇਹਨਾਂ ਦੇ ਘਰਾਣਿਆਂ ਦੇ ਵਿੱਚੋਂ ਹੀ ਇੱਕ ਆਪਣੇ ਮਹਾਨ ਭਗਤ ਸ਼ੇਖ ਫਰੀਦ ਜੀ, ਬਾਬਾ ਸ਼ੇਖ ਫਰੀਦ ਜੀ ਹੋਇਆ, ਜਿਨ੍ਹਾਂ ਦਾ ਕਲਾਮ, ਪਵਿੱਤਰ ਕਲਾਮ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੌਜੂਦ ਆ। ਤੇ ਭਾਈ ਸਾਹਿਬ ਸਤਿੰਦਰਪਾਲ ਸਿੰਘ ਜੀ, ਹਾਂਜੀ, ਇੱਥੇ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਚਾਹੂੰਗਾ। ਆਪਾਂ ਸੂਫੀ ਮਤ ਤਾਂ ਇਸਲਾਮ ਮਤ, ਇਹਦੇ ਵਿੱਚ ਕੀ ਫਰਕ ਹੈ? ਕਿੰਨਾ ਕੁ ਫਰਕ ਹੈ? ਬਹੁਤਾ ਜ਼ਿਆਦਾ ਆ ਜਾਂ ਬਹੁਤ ਥੋੜਾ ਆ? ਕੀ ਗੱਲ ਵੀ ਇੱਥੇ ਵੀ ਕਈ ਲੋਕਾਂ ਨੂੰ ਜਿੱਦਾਂ ਮੈਂ ਕਿਹਾ ਪਤਾ ਨਹੀਂ ਵੀ ਸੂਫੀ ਮਤ ਤਾਂ ਇਸਲਾਮ ਮਤ ਦੋ ਵੱਖਰੇ ਮਤ ਹੈਗੇ ਆ ਜਾਂ ਇਹ ਇਸ ਤਰ੍ਹਾਂ ਹੈ ਗੁਰਦੀਪ ਸਿੰਘ ਜੀ ਵੀ ਜਦੋਂ ਇਹ ਛੋਟੇ ਹੁੰਦੇ ਬੜੇ ਗਰੋ ਹੋ ਰਹੇ ਸੀਗੇ ਜਾਂ ਜਿਉਂ ਸਿੱਖਿਆ ਲੈ ਰਹੇ ਸੀ ਜਾਂ ਉਹ ਦੌਰ ਸੀ, ਉਹਦੇ ਵਿੱਚ ਹੋਰ ਵੀ ਬਹੁਤ ਗੱਲਾਂ ਐਸੀਆਂ ਸੀਗੀਆਂ ਜਿਹੜੀਆਂ ਕਿ ਸਰਾਸਰੀ ਸੁਣ ਲੈਣੀਆਂ ਤੇ ਲੜ ਬਣ ਲੈਣੀਆਂ। ਜਿਵੇਂ ਕਿ ਉਹਨਾਂ ਵਿੱਚ ਇਹ ਸੀ ਵੀ ਜਿਹੜੇ ਸੂਫੀ ਆ ਇਹ ਜੀ ਕਿ ਸੂਫ ਦੇ ਕੱਪੜੇ ਪਹਿਨਦੇ ਆ, ਉਹਨਾਂ ਦੇ ਕੱਪੜੇ ਉਹਨਾਂ ਨੂੰ ਸੂਫ ਕਹਿੰਦੇ ਆ। ਅੱਛਾ। ਤਾਂ ਵੀ ਜਿਹੜੇ ਉਹਨਾਂ ਦੇ ਕੱਪੜੇ ਪਹਿਨਣ ਵਾਲੇ ਸੀਗੇ ਫਕੀਰ ਲੋਕ, ਉਹਨਾਂ ਦਾ ਨਾਂ ਸੂਫੀ ਪੈ ਗਿਆ। ਅਸੀਂ ਇਹ ਯਕੀਨ ਕਰਦੇ ਰਹੇ ਬੜੇ ਸਾਲ, ਇਹ ਸੀ ਜਾਨੂੰ ਕੋਈ ਪੁੱਛਦਾ ਵੀ ਸੀ ਤਾਂ ਇਹੀ ਕਹਿੰਦੇ ਵੀ ਭਾਈ ਜਿਹੜੇ ਸੂਫ ਦੇ ਕੱਪੜੇ ਪਹਿਨਦੇ ਆ ਉਹਨਾਂ ਦੇ ਕੱਪੜੇ ਪਹਿਨਦੇ ਆ। ਤੇ ਦਲੀਲ ਵੀ ਉਹ ਜਿੱਥੋਂ ਅਸੀਂ ਸੁਣੀ ਅਗਲਿਆਂ ਨੇ ਸਾਨੂੰ ਵੀ ਇਹ ਬੜੀ ਵਧੀਆ ਦਿੱਤੀ ਵੀ ਦੇਖੋ ਗਰਮੀ ਪੈਂਦੀ ਆ ਉੱਥੇ, ਫਿਰ ਉਹ ਜਦੋਂ ਉਹਨੂੰ ਪਹਿਨਦੇ ਸੀ ਉਹਨਾਂ ਨੂੰ ਪਸੀਨਾ ਆ ਜਾਂਦਾ ਸੀ, ਫਿਰ ਉਹਨਾਂ ਨੂੰ ਠੰਡੀ ਹਵਾ ਲੱਗਦੀ ਸੀ ਪਸੀਨੇ ਨਾਲ, ਫਿਰ ਉਹ ਆਰਾਮ 'ਚ ਰਹਿੰਦੇ ਸੀ, ਇਸ ਕਰਕੇ ਉਹ ਉੱਨ ਪਹਿਨਦੇ ਸੀ, ਸੂਫ ਪਹਿਨਦੇ ਸੀ ਤੇ ਉਹਨਾਂ ਨੂੰ ਸੂਫੀ ਕਹਿਣ ਲੱਗ ਪਏ। ਫਿਰ ਸਾਡੇ ਮੂਹਰੇ ਇੱਕ ਉਦੋਂ ਉਹਨਾਂ ਦਿਨਾਂ 'ਚ ਹੀ ਬਚਪਨ ਤੋਂ ਹੀ ਇਹ ਸਵਾਲ ਮਨ 'ਚ ਕਿਤੇ ਆਇਆ ਜਾਂ ਕਿਤੇ ਸੁਣ ਲਿਆ, ਸਾਡੇ ਮਨ 'ਚ ਤਾਂ ਕੀ ਹੋਣਾ ਸੀ, ਕਿਸੇ ਨੇ ਪੁੱਛਿਆ ਕਹਿ ਲਓ ਤੇ ਸਾਡੇ ਕੰਨੀ ਪੈ ਗਿਆ ਵੀ ਸ਼ੀਆ ਤੇ ਸੁੰਨੀ ਜਿਹੜੇ ਆ ਉਹਨਾਂ 'ਚ ਕੀ ਫਰਕ ਆ। ਲਓ ਜੀ, ਸੁੰਨੀ ਨੂੰ ਸੁਨਨਤ ਤੋਂ ਨਾਲ ਜੋੜ ਦਿੱਤਾ ਵੀ ਜਿਹੜੇ ਸੁਨਨਤ ਕਰਦੇ ਆ ਉਹ ਸੁੰਨੀ ਆ, ਜਿਹੜੇ ਅਖੇ ਨਹੀਂ ਕਰਦੇ ਉਹ ਸ਼ੀਆ ਆ। ਇਹ ਬਾਅਦ ਦੇ ਵਿੱਚ ਜਦੋਂ ਅਸਲੀ ਰਾਜ ਖੁੱਲੇ ਨਾ ਗੱਲਾਂ ਦੇ, ਦੋਨੇ ਗੱਲਾਂ ਗਲਤ ਸੀਗੀਆਂ, ਇਹ ਬਿਲਕੁਲ ਝੂਠ ਆ। ਸੁੰਨੀ ਸ਼ੀਆ ਦਾ ਜਿਹੜਾ ਫਰਕ ਆ ਉਹ ਸੁਨਨਤ ਨਾਲ ਨਹੀਂ ਆ। ਸੁਨਨਤ ਤੇ ਸਾਰੇ ਮੁਸਲਮਾਨ ਕਰਦੇ ਆ, ਸ਼ੀਆ ਵੀ ਕਰਦੇ ਆ ਤੇ ਬਹੁਤੇ ਆਪਣੇ ਕ੍ਰਿਸਚੀਅਨਾਂ ਵਿੱਚ ਵੀ ਇਹ ਹੈ ਚੀਜ਼ ਦੇਖਣ ਨੂੰ ਮਿਲਦੀ ਆ, ਕਰਦੇ ਆ। ਪਰ ਜਿਹੜਾ ਬੁਨਿਆਦੀ ਫਰਕ ਆ ਉਹ ਬੁਨਿਆਦੀ ਫਰਕ ਨੂੰ ਭੁੱਲ ਕੇ ਕਈ ਵਾਰੀ ਗੱਲਾਂ ਐਵੇਂ ਜਿੱਦਾਂ ਚੱਲ ਪੈਂਦੀਆਂ, ਜਿਵੇਂ ਸਾਡੇ ਡੇਰੇਦਾਰ ਕਈ ਸਾਡੇ ਗੁਰੂਆਂ ਨਾਲ ਚਲਾਈ ਜਾਂਦੇ ਰਹਿੰਦੇ ਆ, ਜਿਵੇਂ ਆਪਾਂ ਕਈ ਵਾਰੀ ਜ਼ਿਕਰ ਕੀਤਾ। ਅਸਲੀ ਜਿਹੜਾ ਬੁਨਿਆਦੀ ਫਰਕ ਆ ਆਪਣੇ ਸੁੰਨੀ ਤੇ ਸ਼ੀਆ ਦੇ ਵਿੱਚ, ਸੁੰਨੀ ਜਿਹੜੀ ਆ ਉਹ ਸੁੰਨੀ ਲਫ਼ਜ਼ ਜਿਹੜਾ ਆ ਉਹਦਾ ਮਤਲਬ ਹੈਗਾ ਵੀ ਜਿਹੜੇ ਕਰਮ ਹੁੰਦੇ ਆ, ਕਰਮ, ਕਿਰਤ ਬਿਰਤ ਕਰਮ, ਵੀ ਜਿਹੜੇ ਕਰਮ ਮੁਹੰਮਦ ਸਾਹਿਬ ਨੇ ਕੀਤੇ ਜਾਂ ਮੁਹੰਮਦ ਸਾਹਿਬ ਨੇ ਜਿਸ ਤਰ੍ਹਾਂ ਦਾ ਜੀਵਨ ਜੀਵਿਆ ਜਾਂ ਜਿਸ ਤਰ੍ਹਾਂ ਜੀਵਨ ਜੀਣ ਨੂੰ ਕਿਹਾ, ਜਿਹੜੇ ਉਹਦੇ ਪੈਰੋਕਾਰ ਨੇ, ਜਿਹੜੇ ਉਹੀ ਕੰਮ ਕਰਦੇ ਨੇ ਜਿਹੜੇ ਕਿ ਮੁਹੰਮਦ ਸਾਹਿਬ ਨੇ ਕਰਨ ਨੂੰ ਕਹੇ ਸੀ ਜਾਂ ਖੁਦ ਕੀਤੇ ਸੀ, ਉਹ ਸੁੰਨੀ ਨੇ। ਤੇ ਜਿਹੜੇ ਸ਼ੀਆ ਮੁਸਲਮਾਨ ਨੇ, ਸ਼ੀਆ ਜਿਹੜਾ ਲਫ਼ਜ਼ ਆ, ਸ਼ੀਆ ਦਾ ਮਤਲਬ ਹੈਗਾ ਜਿੱਦਾਂ ਸਾਥੀ, ਕਾਮਰੇਡ, ਜਿਵੇਂ ਆਪਾਂ ਆਪਣੇ ਆਪ ਨੂੰ ਸਾਥੀ ਕਹਾਉਂਦੇ ਨਾ, ਉਹਨਾਂ ਦੀ ਭਾਸ਼ਾ ਦਾ ਕਾਮਰੇਡ ਦਾ ਅਰਥ ਵੀ ਜਿੱਦਾਂ ਸਾਥੀ ਬਣਦਾ, ਉਹ ਆਪਣੇ ਨੂੰ ਸਾਥੀ ਕਹਿੰਦੇ ਆ ਪੰਜਾਬੀ 'ਚ, ਵੀ ਸਾਥੀ ਫਲਾਨਾ ਆਏ, ਕਾਮਰੇਡ ਦਾ ਟ੍ਰਾਂਸਲੇਸ਼ਨ ਪੰਜਾਬੀ 'ਚ ਸਾਥੀ ਆ। ਇਦਾਂ ਜਿਹੜਾ ਸ਼ੀਆ ਲਫ਼ਜ਼ ਆ ਇਹ ਅਰਬੀ ਫਾਰਸੀ ਦਾ ਆ, ਇਹਦੇ ਅੱਖਰੀ ਅਰਥ ਵੀ ਨੇ ਦੋਸਤ ਜਾਂ ਸਾਥੀ। ਤੇ ਉਹ ਕਿਉਂਕਿ ਜਿਹੜੇ ਇਹ ਸੀਗੇ ਬੰਦੇ, ਉਹਨਾਂ ਵਿੱਚ ਇੱਕ ਗਰੁੱਪ ਉਸ ਵੇਲੇ ਬਣ ਗਿਆ ਮੁਹੰਮਦ ਸਾਹਿਬ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ। 4 ਖਲੀਫੇ ਹੋਏ ਉਹਨਾਂ ਦੇ, ਪਹਿਲਾ ਖਲੀਫਾ ਅਬੂ ਬਕਰ ਸੀ, ਫਿਰ ਉਮਰ, ਫਿਰ ਉਸਮਾਨ ਤੇ ਫਿਰ ਅਲੀ, ਚੌਥੇ ਖਲੀਫੇ ਅਲੀ ਸਾਹਿਬ ਸੀਗੇ ਉਹਨਾਂ ਦੇ। ਹੋਇਆ ਕਿ ਭਈ ਜਿਹੜੇ ਅਲੀ ਦੇ ਨਾਲ ਸੰਬੰਧ ਰੱਖਦੇ ਲੋਕ ਸੀ ਉਸ ਵੇਲੇ, ਜਦੋਂ ਪਹਿਲਾ ਖਲੀਫਾ ਅਬੂ ਬਕਰ ਬਣਿਆ, ਉਹਨਾਂ ਦਾ ਹੈਡ ਬਣਿਆ ਜਾਂ ਲੀਡਰ ਬਣਿਆ ਮੁਹੰਮਦ ਸਾਹਿਬ ਤੋਂ ਬਿਨਾਂ ਬਾਅਦ, ਉਹ ਲੋਕ ਕੁਛ ਐਸੇ ਸੀ ਉਹਨਾਂ ਨੇ ਮਤਲਬ ਇਹ ਸਮਝਿਆ ਵੀ ਅਬੂ ਬਕਰ ਨਹੀਂ ਬਣਨਾ ਚਾਹੀਦਾ ਸੀ, ਕਿਉਂਕਿ ਅਲੀ ਜਿਹੜੇ ਸੀ ਉਹ ਰਿਸ਼ਤੇਦਾਰ ਵੀ ਸਨ, ਕਰੀਬੀ ਸਨ, ਉਹਨਾਂ ਦੇ ਭਤੀਜੇ ਵੀ ਸਨ, ਦਮਾਦ ਵੀ ਸਨ, ਭਾਵ ਜਵਾਈ ਵੀ ਸਨ ਮੁਹੰਮਦ ਸਾਹਿਬ ਦੇ, ਵੀ ਉਹ ਬਣਨੇ ਚਾਹੀਦੇ ਆ। ਉਹਨਾਂ ਨੇ ਜਿਹੜੇ ਤਿੰਨ ਫਿਰ ਬਾਅਦ ਵਿੱਚ ਖਲੀਫੇ ਸੀਗੇ ਅਬੂ ਬਕਰ, ਉਮਰ ਤੇ ਉਸਮਾਨ, ਉਹਨਾਂ ਨੂੰ ਨਹੀਂ ਮੰਨਿਆ। ਉਹਨਾਂ ਨੇ ਉਸੇ ਦਿਨ ਤੋਂ ਹੀ ਅਲੀ ਨੂੰ ਆਪਣਾ ਖਲੀਫਾ ਮੰਨ ਲਿਆ ਤੇ ਅਲੀ ਦੇ ਨਾਲ
ਸਾਥ ਦਿੱਤਾ, ਅਲੀ ਦਾ ਸਾਥ ਦੇਣ ਲੱਗੇ। ਉਸ ਵੇਲੇ ਫਿਰ ਉਹਨਾਂ ਦੀਆਂ ਜੰਗਾਂ ਜੁੱਦਾਂ ਵੀ ਬੜੀਆਂ ਹੋਈਆਂ ਆ। ਸੋ ਉਹ ਜਿਹੜੇ ਸ਼ੀਆ ਮੁਸਲਮਾਨ ਨੇ ਉਹਨਾਂ ਦਾ ਬਲੀਵ ਇਹ ਆ ਕਿ ਮੁਹੰਮਦ ਸਾਹਿਬ ਤੋਂ ਬਾਅਦ ਜਿਹੜੀ ਕਮਾਂਡ ਆ ਉਹ ਅਲੀ ਦੇ ਹੱਥ ਸੀ, ਅਲੀ ਡਿਜ਼ਰਵ ਕਰਦਾ ਸੀ ਤੇ ਅਸੀਂ ਉਹਨੂੰ ਹੀ ਮੰਨਦੇ ਆ। ਸ਼ੀਹਾਂ ਨੇ ਅਲੀ ਦੇ ਸਾਥੀ, ਉਹ ਫਿਰ ਉਹਦਾ ਸ਼ਾਰਟ ਵਰਜਨ ਬਣ ਜਾਂਦਾ ਸ਼ੀਆ ਮੁਸਲਮਾਨ। ਸ਼ੀਆ ਮੁਸਲਮਾਨ ਜਿਹੜੇ ਉਹ ਅਲੀ ਨੂੰ ਮੰਨਦੇ ਨੇ ਮੁਹੰਮਦ ਸਾਹਿਬ ਤੋਂ ਬਾਅਦ, ਤੇ ਜਿਹੜੇ ਸੁੰਨੀ ਨੇ ਉਹ ਜੋ ਮੁਹੰਮਦ ਸਾਹਿਬ ਤੋਂ ਬਾਅਦ ਜਿਹੜੇ 4 ਖਲੀਫੇ ਲਗਾਤਾਰ ਲੜੀਵਾਰ ਹੋਏ ਨੇ ਉਹ ਉਹਨਾਂ 'ਚ ਯਕੀਨ ਰੱਖਦੇ ਨੇ। ਸੋ ਇਹ ਇਹਨਾਂ ਦਾ ਬੁਨਿਆਦੀ ਫਰਕ ਆ। ਦੂਸਰਾ ਹੁਣ ਤੁਸੀਂ ਸਵਾਲ ਕੀਤਾ ਸੀ ਸੁੰਨੀ ਤੇ ਆਪਣੇ ਦੂਸਰੇ ਸੂਫੀ ਤੇ ਇਸਲਾਮ। ਇਹ ਫਰਕ ਜਿਹੜਾ ਇਹ ਵੀ ਬੜਾ ਜਿੱਦਾਂ ਬੁਨਿਆਦੀ ਤੌਰ ਤੇ ਹੈ ਔਰ ਬੜਾ ਕਾਬਲੇ ਗੌਰ ਆ। ਤੇ ਬੜਾ ਮਤਲਬ ਮੈਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਮੈਂ ਵੀ ਬੜਾ ਮਤਲਬ ਖੁਸ਼ ਹੋਇਆ ਵੀ ਦੇਖੋ ਕਿਸ ਤਰ੍ਹਾਂ ਦੇ ਨਾਲ ਲੋਕ ਪੁਰਾਣੇ ਸੋਚਦੇ ਸੀ ਜਾਂ ਫਲਸਫੇ ਚੱਲਦੇ ਆ ਜਾਂ ਧਰਮ ਚੱਲਦੇ ਆ, ਔਰ ਉਹਨਾਂ ਦੀਆਂ ਬੁਨਿਆਦੀ ਜੜ੍ਹਾਂ ਦੇ ਵਿੱਚ ਕਿੰਨਾ ਕਈ ਵਾਰੀ ਸੱਚ ਹੁੰਦਾ ਤੇ ਕਿਵੇਂ ਸੱਚ ਤੋਂ ਪਰੇ ਹੋ ਕੇ ਕਈ ਵਾਰੀ ਕੁਝ ਦਾ ਕੁਝ ਬਣ ਜਾਂਦਾ। ਜਿਹੜੇ ਸੂਫੀ ਏ ਇਹਨਾਂ ਦਾ ਜਿਹੜਾ ਸਿਧਾਂਤ ਆ ਉਹ ਹੈ ਹਮਾ ਔਸਤ, ਭਈ ਜੋ ਕੁਝ ਵੀ ਹੈ ਉਹ ਪਰਮਾਤਮਾ ਹੀ ਆ। ਜਿੱਦਾਂ ਅਸੀਂ ਵੀ ਕਹਿੰਦੇ ਵੀ ਜੋ ਦਿਸੇ ਸੋ ਤੇਰਾ ਰੂਪ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਾਂਜੀ। ਤੇ ਬੁੱਲੇ ਸ਼ਾਹ ਨੂੰ ਵੀ ਅਸੀਂ ਕਈ ਵਾਰੀ ਪੜ੍ਹਦੇ, ਉਹ ਵੀ ਕਹਿੰਦਾ ਵੀ ਹਰ ਵਿੱਚ ਸੂਰਤ ਰੱਬ ਦੀ ਆ ਤੇ ਕਿਸੇ ਨੂੰ ਵੀ ਮਤਲਬ ਦਿਲ ਨਹੀਂ ਢਾਉਣਾ ਚਾਹੀਦਾ ਕਿਸੇ ਦਾ ਵੀ। ਬਾਬਾ ਫਰੀਦ ਦਾ ਵੀ ਕਲਾਮ ਹੈ ਵੀ ਜੇ ਤੋ ਪਿਰਿਆ ਦੀ ਸਿੱਖ ਹਿਆਉ ਨ ਠਾਹੇ ਕਹੀਂ ਦਾ, ਕਿਉਂਕਿ ਹਰ ਹਿਰਦੇ ਵਿੱਚ ਹਰ ਦਿਲ ਵਿੱਚ ਉਹ ਆਪ ਪਰਮਾਤਮਾ ਵਸਦਾ। ਇਸ ਸਿਧਾਂਤ ਦਾ ਜਿਹੜਾ ਨਾਂ ਹੈ ਉਸ ਨੂੰ ਕਹਿੰਦੇ ਨੇ ਵਹਿਦਤੁਲ ਵਜੂਦ। ਤੇ ਇਸ ਦੇ ਜਿਹੜਾ ਉਲਟ ਸਿਧਾਂਤ ਇਹਦੇ ਮੁਕਾਬਲਤਨ ਆ, ਫਰਕ ਬਿਲਕੁਲ ਬਹੁਤ ਮਾਮੂਲੀ ਆ, ਲੇਕਿਨ ਜਦੋਂ ਉਹਨੂੰ ਸੋਚਦੇ ਤਾਂ ਫਿਰ ਬਹੁਤ ਵੱਡਾ ਫਰਕ ਬਣ ਜਾਂਦਾ ਉਹਦਾ। ਸੂਫੀ ਮਤ ਜਿਹੜਾ ਉਹ ਇੱਥੇ ਖੜਾ, ਇਸ ਸਿਧਾਂਤ ਤੇ ਖੜਾ ਵਹਿਦਤੁਲ ਵਜੂਦ, ਕਿ ਇਹ ਜੋ ਕੁਝ ਵੀ ਹੈ ਇਹ ਪਰਮਾਤਮਾ ਦਾ ਹੀ ਰੂਪ ਹੈ, ਉਹ ਆਪ ਹੀ ਪਸਰਿਆ ਹੋਇਆ। ਤੇ ਦੂਸਰੇ ਪਾਸੇ ਉਹ ਕਹਿੰਦੇ ਨੇ ਵਹਿਦਤ ਉਲ ਸ਼ਹੂਦ, ਭਈ ਇਹ ਜੋ ਕੁਝ ਹੈ ਇਹ ਪਰਮਾਤਮਾ ਨਹੀਂ ਹੈ, ਖੁਦ ਉਹਦਾ ਰੂਪ ਨਹੀਂ ਹੈ, ਉਸਨੇ ਇਹ ਬਣਾਇਆ ਹੋਇਆ, ਲੇਕਿਨ ਆਪ ਉਹ ਇਹਦੇ ਵਿੱਚ ਨਹੀਂ ਹੈ, ਆਪ ਉਹ ਕਿਤੇ ਬੈਠ ਕੇ ਸਾਰੀ ਕਮਾਂਡ ਕਰ ਰਿਹਾ। ਠੀਕ, ਉਸ ਸਵਰਗ 'ਚ ਜਾਂ 7ਵੇਂ ਆਸਮਾਨ ਤੇ ਜਾਂ ਕਿਤੇ ਵੀ। ਹਾਂ ਠੀਕ ਆ। ਵੀ ਸੂਫੀ ਕਹਿੰਦੇ ਸਭ ਕੁਝ ਉਹੋ ਹੀ ਆ, ਉਹ ਕਹਿੰਦੇ ਸਭ ਕੁਝ ਉਸ ਤੋਂ ਆ। ਇੱਕ ਵਿੱਚ ਤੋ ਜਿੱਦਾਂ ਲੱਗ ਜਾਂਦਾ ਨਾ, ਇੰਨਾ ਇਹ ਫਰਕ ਆ, ਪਰ ਇਸੇ ਫਰਕ ਨਾਲ ਹੀ ਇੱਕ ਜ਼ਮੀਨ ਤੇ ਅਸਮਾਨ ਦਾ ਜਿਹੜਾ ਉਹ ਫਰਕ ਜਿਹੜਾ ਉਹ ਪੈਦਾ ਹੋ ਜਾਂਦਾ। ਔਰ ਇਸ ਫਰਕ ਨੂੰ ਮੁੱਖ ਰੱਖ ਕੇ ਜਿਹੜਾ ਸ਼ੇਖ ਅਹਿਮਦ ਆਪਣਾ ਸੀਗਾ ਸਰਹੰਦੀ, ਉਹਨੇ ਇਸ ਵਹਿਦਤੁਲ ਸ਼ਹੂਦ ਦਾ ਜਿਹੜਾ ਸੀ ਉਹ ਪ੍ਰਚਾਰ ਕੀਤਾ। ਔਰ ਇਸਲਾਮ ਦੇ ਵਿੱਚ ਜਿਹੜੇ ਸੂਫੀ ਫਕੀਰ ਸੀ ਉਹ ਵੀ ਇਸ ਚੀਜ਼ ਤੋਂ ਉਹਦੇ ਤੋਂ ਮਤਲਬ ਨਾ ਖੁਸ਼ ਨਹੀਂ ਸੀਗੇ। ਔਰ ਮੀਆਂ ਮੀਰ ਵਰਗੇ ਜਿਹੜੇ ਸੀ ਉਹਨਾਂ ਨੇ ਵੀ ਉਸ ਦਾ ਸਾਥ ਦੇਣ ਦੀ ਬਜਾਏ ਗੁਰੂ ਘਰ ਦਾ ਸਾਥ ਦਿੱਤਾ, ਕਿ ਗੁਰੂ ਘਰ ਵੀ ਇਹ ਕਹਿੰਦਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਜਿਵੇਂ ਵੀ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਹ ਸਿਧਾਂਤ ਜਿਹੜਾ ਹੈ ਵਹਿਦਤੁਲ ਵਜੂਦ ਆ। ਤੇ ਜਿਹੜਾ ਦੂਸਰਾ ਸਿਧਾਂਤ ਆ ਕਿ ਇਹ ਇੱਕ ਝੂਠਾ, ਉਹਦੀ ਇੱਕ ਛਾਇਆ ਹੈ ਅੱਲਾ ਦੀ ਜਾਂ ਪਰਮਾਤਮਾ ਦੀ, ਉਹ ਆਪ ਕਿਤੇ ਹੋ ਰਿਹਾ ਵਿੱਚ ਨਹੀਂ ਆ, ਉਹ ਹੈ ਵਹਿਦਤੁਲ ਸ਼ਹੂਦ। ਤਾਂ ਇਹ ਜਿਹੜਾ ਬੁਨਿਆਦੀ ਫਰਕ ਆ ਇਹਨਾਂ ਦਾ, ਆਪਣੇ ਸੂਫੀ ਦਾ ਤੇ ਦੂਸਰੇ ਪਾਸੇ ਵਾਲੇ ਜਿਹੜੇ ਆਪਣੇ ਸ਼ੇਖ ਅਹਿਮਦ ਸਰਹੰਦੀ ਹੋਣੀ ਜਿਸ ਇਸਲਾਮ ਨੂੰ ਮੰਨਦੇ ਨੇ ਜਾਂ ਜਿਸ ਤਰ੍ਹਾਂ ਦੀ ਉਹ ਰੂਪ ਰੇਖਾ ਬਣਾ ਕੇ ਪੇਸ਼ ਕਰਦੇ ਰਹੇ ਆ, ਜਿਸੇ ਸਿਧਾਂਤ ਦੇ ਅਧੀਨ ਹੀ ਆਪਣੇ ਮਨਸੂਰ ਦਾ ਜਿਹੜਾ ਸੀ ਉਹਨੂੰ ਸੂਲੀ ਚੜ੍ਹਨਾ ਪਿਆ, ਸ਼ਮਸ ਤਬਰੇਜ਼ ਨੂੰ ਪੁੱਠੀ ਖੱਲ ਲਹਾਉਣੀ ਪਈ, ਹੋਰ ਅਨੇਕਾਂ ਵਾਕਿਆਤ, ਸਰਮਦ ਨੂੰ ਦਿੱਲੀ ਦੇ ਵਿੱਚ ਕਤਲ ਕੀਤਾ ਗਿਆ। ਉਹ ਇਹ ਸਾਰੇ ਲੋਕ ਵਹਿਦਤੁਲ ਵਜੂਦ ਦੇ ਧਾਰਨੀ ਸਨ, ਲੇਕਿਨ ਜਿਹੜੀ ਹਾਕਮ ਜਮਾਤ ਸੀ ਉਹ ਵਹਿਦਤੁਲ ਸ਼ਹੂਦ ਦੀ ਧਾਰਨੀ ਸੀਗੀ। ਠੀਕ ਹੈ ਜੀ। ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ ਉਹ ਆਪਣੇ ਆਪ ਨੂੰ ਇਤਨਾ ਇੱਕ ਵੱਡਾ ਲੀਡਰ ਸਮਝਦਾ ਸੀ ਕਿ ਉਹ ਆਪਣੇ ਆਪ ਨੂੰ ਜਾਂ ਉਹਦੇ ਜਿਹੜੇ ਚੇਲੇ ਸੀ ਜਾਂ ਪੈਰੋਕਾਰ ਸੀ ਜਿਹੜੇ ਕਿ ਉਹਦੀ ਕਮਾਂਡ ਨੂੰ ਹੀ ਸੁਪਰੀਮ ਮੰਨਦੇ ਸੀਗੇ, ਉਹਦੇ ਮਤਲਬ ਇੱਕ ਲਫ਼ਜ਼ ਉਹਦਾ ਕਿਹਾ ਵੀ ਉਹ ਰੱਬੀ ਫਰਮਾਨ ਸਮਝਦੇ ਸੀ, ਉਹਨੂੰ ਉਹ ਕਯੂਮ ਦੀ ਪਦਵੀ ਨਾਲ ਸੰਬੋਧਨ ਕਰਦੇ ਸੀ, ਕਯੂਮ। ਠੀਕ ਹੈ। ਤੇ ਉਹ ਆਪਣੇ ਆਪ ਨੂੰ ਮਤਲਬ ਕਯੂਮ ਸਮਝਦਾ ਸੀ, ਇੱਕ ਪਦਵੀ ਹੁੰਦੀ ਸੀ। ਹਾਂ ਠੀਕ ਹੈ। ਜਿਹਦਾ ਕੋਈ ਜਨਰਲ ਕਹਿ ਦੋ ਜਾਂ ਉਹਨਾਂ ਕਿਊਮ ਦਾ ਮਤਲਬ ਮੈਨੂੰ ਨਹੀਂ ਲੱਗਦਾ ਵੀ ਬਹੁਤਿਆਂ ਨੂੰ ਪਤਾ ਹੋਣਾ, ਮੇਰੇ ਵਰਗੇ ਨੂੰ ਨਹੀਂ ਪਤਾ, ਕਈ ਬੰਦੇ ਨੂੰ ਨਹੀਂ ਪਤਾ ਹੋਣਾ ਕਿਊਮ ਦਾ ਮਤਲਬ
ਕਿਉਂ ਜਿਹੜਾ ਪਦਵੀ ਹੁੰਦੀ ਹੈ ਹਾਂਜੀ ਜਿੱਦਾਂ। ਇਹ ਅਰਬੀ ਦਾ ਲਫ਼ਜ਼ ਆ। ਇਹਦੇ ਮਤਲਬ ਜੇ ਆਪਾਂ ਦੇਖਣਾ ਹੋਵੇ ਨਾ ਤਾਂ ਮਤਲਬ ਜਦੋਂ ਮੈਂ ਪੜ੍ਹਿਆ ਸੀ ਤਾਂ ਮਤਲਬ ਹੈਰਾਨੀ ਬਹੁਤ ਹੋਈ ਵੀ ਕੋਈ ਇੱਕ ਇਨਸਾਨੀ ਜਾਮੇ ਵਿੱਚ ਵੀ ਇਸ ਤਰ੍ਹਾਂ ਦੀ ਪਦਵੀ ਆਪਣੇ ਨਾਲ ਲਵਾ ਸਕਦਾ ਆ। ਇਸ ਵੈਰੀ ਵੈਰੀ ਜਿੱਦਾਂ ਮਤਲਬ ਉਹ ਮਤਲਬ ਆਈ ਓਪਨਰ ਸੀ ਮੇਰੇ ਲਈ ਤਾਂ। ਕਿਉਂ ਦਾ ਮਤਲਬ ਜਿਹੜਾ ਗੁਰਦੀਪ ਸਿੰਘ ਹੈਗਾ ਵੀ ਜਿਹਦੇ ਅਧੀਨ ਸਰਵਨਾਮ ਰੂਪ ਵਸਤੂ ਗੁਣ ਧਾਤ ਧਰਮ ਹਨ ਅਤੇ ਜਿਸ ਦੀ ਅਮਿਤ ਆਭਾ ਦੇ ਪ੍ਰਕਾਸ਼ ਹੇਠਾਂ ਸਭ ਸ੍ਰਿਸ਼ਟੀਆਂ, ਇੱਕ ਅੱਧੀ ਸ੍ਰਿਸ਼ਟੀ ਨਹੀਂ, ਸਾਰੀਆਂ ਸ੍ਰਿਸ਼ਟੀਆਂ, ਮਨੁੱਖ, ਪੰਖੀ, ਬਨਸਪਤੀ, ਸਭ ਜੀਵ ਜੰਤੂ, ਪੱਥਰ, ਬਿਰਖ, ਊਬ, ਪਿਆਲ, ਲੇਖ, ਲੇਖਨ, ਸਮਗਰੀ, ਗ੍ਰਹਿ, ਤਾਰੇ, ਸੂਰਜ, ਚੰਦਰਮਾ, ਆਕਾਸ਼, ਨਛੱਤਰ, ਇਹ ਸਭ ਕੁਝ ਉਸ ਦੇ ਹੁਕਮ ਦੀ ਖੇਡ ਆ। ਉਹ ਕਹਿੰਦੇ ਬਰਖਾ ਦਾ ਵੀ ਜੇ ਇੱਕ ਤੁਪਕਾ ਡਿੱਗਣਾ ਤਾਂ ਕਿਉਂ ਦੀ ਆਗਿਆ ਤੋਂ ਬਿਨਾ ਨਹੀਂ ਡਿੱਗ ਸਕਦਾ। ਮਤਲਬ ਆ ਕਿਉਂ ਰੱਬ ਹੋ ਗਿਆ। ਹੋਗਾ, ਰੱਬ ਹੀ ਹੋ ਗਿਆ। ਫਿਰ ਅੱਗੇ ਚੱਲ ਕੇ ਮੈਂ ਜਿਹੜੀ ਤੁਹਾਨੂੰ ਉਹਦੀ ਪਰਿਭਾਸ਼ਾ ਇਹ ਲਿਖਤੀ ਰੂਪ ਵਿੱਚ ਹੈ ਆਪਣੇ ਸਰਦਾਰ ਕਪੂਰ ਸਿੰਘ ਹੋਣਾ ਦੀ ਕਿਤਾਬ ਆ ਸੱਚੀ ਸਾਖੀ, ਉਹਦੇ ਵਿੱਚ ਉਹਨੇ ਇਹ ਲਿਖੀ ਆ ਪੇਜ 99 ਤੋਂ 100 ਤੇ ਜਾਂਦੀ। ਜੇ ਕਿਸੇ ਕੋਲ ਘਰ ਪਈ ਹੋਵੇ ਜ਼ਰੂਰ ਪੜ੍ਹਨੇ ਇਸ ਨੂੰ, ਔਰ ਸਾਰੇ ਇਸ ਸਿਧਾਂਤ ਦੀ ਵੀ ਜਿਹੜੀ ਆ ਹੋਰ ਸਪਸ਼ਟਤਾ ਨਾਲ ਉਹਨਾਂ ਨੂੰ ਸਮਝ ਪਾਏਗੀ ਕਿ ਵਹਿਦਤੁਲ ਵਜੂਦ ਤੇ ਵਹਿਦਤੁਲ ਸ਼ਹੂਦ ਦਾ ਆਪਸ ਵਿੱਚ ਕੀ ਫਰਕ ਆ। ਫਿਰ ਉਹ ਕਹਿੰਦੇ ਵੀ ਸੰਸਾਰ ਦੇ ਦੁੱਖ ਸੁੱਖ, ਜੀਵਨ ਮ੍ਰਿਤੂ ਕੁਝ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ ਹਨ। ਹੁਣ ਦੱਸੋ ਵੀ ਕਿਵੇਂ ਇੱਕ ਇਨਸਾਨੀ ਜਾਮੇ ਵਿੱਚ ਕਿਸੇ ਦੇ ਇੰਨਾ ਕੁਝ ਹੋ ਸਕਦਾ। ਕਿਤੇ ਖਿੰਨ, ਪਲ, ਘੜੀਆਂ, ਪੈਰ, ਥਿੱਤਾਂ, ਦਿਨ ਰਾਤ, ਨੇਕੀ ਬਦੀ, ਖਾਦ ਪਦਾਰਥਾਂ ਦੀ ਉਪਜ, ਤਾਤਪਰਜ ਇਹ ਆ ਕਹਿੰਦੇ ਦਾ ਸਭ ਕਾਹੇ ਦਾ ਵੀ ਕੁਝ ਵੀ ਤਿੰਨ ਕਾਲ ਉਸ ਦੀ ਆਗਿਆ ਤੇ ਉਸਦੇ ਹੁਕਮ ਤੋਂ ਬਾਹਰ ਨਹੀਂ ਆ। ਫਿਰ ਅੱਗੇ ਚੱਲ ਕੇ ਲਿਖਦੇ ਵੀ ਜੋ ਸਾਧੂ ਸੰਤ ਹਠੀ ਤਪੀ ਗਿਆਨੀ ਧਿਆਨੀ ਤੀਰਥਾਂ ਧਰਮ ਸਥਾਨਾਂ ਪਹਾੜਾਂ ਕੰਦਰਾਂ ਜੰਗਲਾਂ ਨਦੀਆਂ ਕਿਨਾਰੇ ਪ੍ਰਭੂ ਭਗਤੀ ਜਾਂ ਆਤਮ ਸਾਧਨਾ ਵਿੱਚ ਲੀਨ ਹਨ ਉਹ ਸਭ ਉਸ ਦੀ ਇੱਛਾ ਅਨੁਸਾਰ ਹੀ ਹਨ। ਬੇਸ਼ੱਕ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਜਾਂ ਨਾ ਹੋਵੇ, ਲੇਕਿਨ ਉਹ ਕਿਉਂ ਦੀ ਉਹ ਇੱਛਾ ਆ ਕਿ ਉਹ ਇਸ ਤਰ੍ਹਾਂ ਦੇ ਨਾਲ ਭਗਤੀ ਵਿੱਚ ਲੱਗੇ ਹੋਏ ਨੇ। ਫਿਰ ਅੱਗੇ ਜਾ ਕੇ ਪਤਾ ਅਖੀਰ ਤੇ ਕੀ ਲਿਖਿਆ ਗਿਆ। ਉਹ ਕਹਿੰਦੇ ਜਦੋਂ ਤੱਕ ਉਹਨਾਂ ਦੀ ਸ਼ਰਧਾ ਤਪੱਸਿਆ ਕਰਨੀ ਕਮਾਈ ਕਿਉਂ ਪ੍ਰਵਾਨ ਨਹੀਂ ਕਰਦਾ ਅੱਲਾਹ ਤਾਲਾ ਦੇ ਘਰ ਕਬੂਲ ਨਹੀਂ ਹੁੰਦੀ। ਹੁਣ ਦੇਖੋ ਵੀ ਗੌਰਤਲਬ ਆ ਸ਼ੇਖ ਅਹਿਮਦ ਦੀ ਚਲਾਕੀ। ਹਾਂ ਹੁਣ ਦੇਖ ਲਓ ਜਿਹੜਾ ਹੁਣ ਕਿਉਂ ਹੁਣ ਅੱਲਾਹ ਦਾ ਨਹੀਂ ਆਪਣਾ ਰੱਖ ਲਿਆ ਸਿੱਧਾ ਨਾ, ਸਿੱਧਾ ਨਹੀਂ ਉਹਨੂੰ ਰੱਖਿਆ। ਪਤਾ ਸੀ ਜੇ ਮੈਂ ਅੱਲਾਹ ਦੀ ਪਦਵੀ ਲੈ ਲਵਾਂ ਹਾਂ ਇੰਨੀ ਸਾਰਿਆਂ ਨੇ ਵੱਢ ਦੇਣਾ ਮੈਨੂੰ। ਬਿਲਕੁਲ ਜੋ ਅਨਲ ਹੱਕ ਨਾ ਕਰਨ ਵਾਲੇ ਮਨਸੂਰ ਨਾ ਹੋਇਆ ਉਹ ਇਹਦੇ ਨਾਲ ਹੋਣਾ ਸੀ। ਜਿਹਦੇ ਨਾਲ ਹੋਣਾ ਸੀ। ਇਹ ਕਿੰਨਾ ਚਲਾਕ ਸੀ। Yeah. ਹੁਣ ਕਿਉਂ ਇੱਕ ਲਫ਼ਜ਼ ਜਾਂ ਸ਼ਬਦ ਚੱਕ ਲਿਆ ਵੀ ਮੈਂ ਕਿਉਂ ਆ ਤਾਂ ਲੇਕਿਨ ਜਿਹੜੀ ਕੁਆਲਿਟੀਜ਼ ਤਾਂ ਜਿਹੜੇ ਗੁਣ ਰੱਬ ਦੇ ਸੀ ਉਹ ਉਹਦੇ ਨਾਲ ਜੋੜ ਲਏ। ਬਿਲਕੁਲ ਬਿਲਕੁਲ। ਹੁਣ ਸਿੱਧਾ ਅੱਲਾਹ ਤਾਂ ਨਹੀਂ ਕਿਹਾ ਵੀ ਮੈਂ ਅੱਲਾਹ ਆ। ਨਾ ਨਾ ਨਾ, ਉਹਨੇ ਮਤਲਬ ਪੂਰੀ ਚਲਾਕੀ ਤੋਂ ਕੰਮ ਲਿਆ ਆਪਣੇ ਤੇ ਉਹਦਾ ਮਤਲਬ ਉਹ ਹੁਣ ਜਿਹੜਾ ਬੰਦਾ ਇਸ ਤਰ੍ਹਾਂ ਦਾ ਸੀ, ਇਸ ਤਰ੍ਹਾਂ ਦਾ ਕਿਉਂ ਬਣਿਆ ਬੈਠਾ ਸੀ ਔਰ ਉਹ ਪੂਰਾ ਬੋਲਬਾਲਾ ਦੇਖਣਾ ਚਾਹੁੰਦਾ ਸੀ ਆਪਣੇ ਧਰਮ ਦਾ ਤੇ ਉਹਦੇ ਵਾਸਤੇ ਫਿਰ ਸਰਦਾਰ ਜੀ ਕਿਹੜਾ ਹੀਲਾ ਵਸੀਲਾ ਸੀ ਕਿ ਉਹ ਨਹੀਂ ਵਰਤ ਸਕਦਾ ਸੀ ਜਾਂ ਕਿਤੇ ਵੀ ਉਹਨੂੰ ਜੇ ਲੱਗਦਾ ਸੀ ਵੀ ਮਾੜਾ ਜਿਹਾ ਵੀ ਕੋਈ ਹੋਰ ਧਰਮ ਜਾਂ ਕੋਈ ਸ਼ਾਖਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਿ ਇਸਲਾਮ ਦੇ ਖਿਲਾਫ ਆ ਜਾਂ ਇਸਲਾਮ ਨੂੰ ਨਹੀਂ ਮੰਨਣ ਵਾਲੀ ਆ, ਉਹ ਮਤਲਬ ਜਿਹੜੀ ਆ ਪਨਪ ਜਾਏ ਉਹਦੇ ਹੁੰਦਿਆਂ ਜਾਂ ਉਹਦੀ ਹਾਜ਼ਰੀ ਵਿੱਚ ਇਹ ਤਾਂ ਮਤਲਬ ਕਦੇ ਉਹਨੂੰ ਮਤਲਬ ਉਹ ਸੁਪਨਾ ਵੀ ਨਹੀਂ ਇਸ ਚੀਜ਼ ਦਾ ਲੈ ਸਕਦਾ ਸੀਗਾ। ਸੋ ਇਸ ਕਰਕੇ ਉਹਨੇ ਜਦੋਂ ਆਪਣੇ ਅਕਬਰ ਜਿਹੜਾ ਸੀ ਉਹ ਅਕਬਰ ਵੀ ਇੱਕ ਬਹੁਤ ਲੰਮਾ ਚਿਰ ਰਾਜ ਕੀਤਾ, ਬੜਾ ਜਿੱਦਾਂ ਹਿਸਟਰੀ ਵਿੱਚ ਕਾਫੀ ਉਹਦੇ ਕਈ ਦਹਾਕਿਆਂ ਬਾਅਦ ਉਹਦਾ ਸੀਗਾ ਪਸਰਿਆ ਰਾਜ। ਤੇ ਜਹਾਂਗੀਰ ਜਿਹੜਾ ਉਹ ਵੀ ਬੜਾ ਦੁਖੀ ਸੀ ਵੀ ਕਾਦ ਜਿੱਦਾਂ ਕਹਿੰਦੇ ਹੁੰਦੇ ਆ ਵੀ ਭੋਗ ਪਵੇ ਤਾਂ ਮੈਂ ਰਾਜਾ ਬਣਾ। ਆਪਾਂ ਨੂੰ ਕਦੀ ਵੀ ਯਾਦ ਆ ਇਤਿਹਾਸ ਦੇ ਵਿੱਚ ਵੀ ਜਿਹੜਾ ਅਕਬਰ ਸੀ ਉਹਨੂੰ ਜਹਾਂਗੀਰ ਬਾਰੇ ਪਤਾ ਸੀ ਵੀ ਜਹਾਂਗੀਰ ਅਯਾਸ਼ ਪ੍ਰਸਤ ਖਾਣ ਪੀਣ ਵਾਲਾ ਬੰਦਾ ਸੀ। ਉਹਦੇ ਬਾਰੇ ਵੀ ਆ ਵੀ ਉਹ 2-4 ਸਿਰ ਸ਼ਰਾਬ ਵੀ ਪੀਂਦਾ ਸੀ ਦਿਹਾੜੀ ਦੀ। ਇਹ ਲਿਖਤੀ ਮਿਲਦੇ ਸਬੂਤ ਇਸ ਗੱਲ ਦੇ। ਤੇ ਅਕਬਰ ਜਿਹੜਾ ਸੀ ਉਹ ਆਪਣੇ ਗਾਹ ਪੋਤੇ ਨੂੰ ਦੇਣੀ ਚਾਹੁੰਦਾ ਸੀ ਗੱਦੀ ਤੇ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਜਹਾਂਗੀਰ ਨੇ ਸੋਚਿਆ ਵੀ ਜਿਹੜਾ ਇਹ ਕਿਉਂ ਆ ਸ਼ੇਖ ਅਹਿਮਦ ਸਰਹੰਦੀ, ਹਾਂਜੀ, ਇਹਦੇ ਮਤਲਬ ਜਿੰਨੀ ਕੈਬਨਿਟ ਆ ਮੇਰੇ ਬਾਪ ਦੀ ਇਹਦੇ ਹੱਥਾਂ 'ਚ ਵੀ ਜੇ ਇਹਨੂੰ ਹੱਥਾਂ 'ਚ ਕਰ ਲਿਆ ਜਾਵੇ ਤਾਂ ਫਿਰ ਮੈਨੂੰ ਜਿਹੜੀ ਆ ਸਿੰਘਾਸਣ ਮਿਲ ਸਕਦਾ, ਨਹੀਂ ਤਾਂ ਇਹ ਸਿੰਘਾਸਣ ਜਿਹੜਾ ਖੁਸਰੋ ਦੇ ਹੱਥ ਲੱਗਣਾ। ਜਹਾਂਗੀਰ ਨੇ ਫਿਰ ਕੀ ਕੀਤਾ,
ਉਹਨੇ ਸਭ ਤੋਂ ਪਹਿਲਾਂ ਤਾਂ ਉਹਨੂੰ ਮਤਲਬ ਆਪਣੇ ਨਾ ਕਬਜ਼ੇ 'ਚ ਕਰਨ ਦੀ ਟਰਾਈ ਕੀਤੀ ਕਿਊਮ ਨੂੰ। ਕਿਉਂ ਨੂੰ ਤੇ ਕਿਉਂ ਵੀ ਮਤਲਬ ਇਸ ਖਿਆਲ ਦਾ ਸੀਗਾ ਕਿ ਅਕਬਰ ਦਾ ਭੋਗ ਪਵੇ ਤੇ ਖੁਸਰੋ ਨਾ ਬਣੇ, ਕਿਉਂ ਖੁਸਰੋ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਉਹ। ਤੇ ਕਿਉਂ ਦਾ ਤੇ ਜਹਾਂਗੀਰ ਦਾ ਬਾਦਸ਼ਾਹ ਜਹਾਂਗੀਰ ਬਣਨ ਤੋਂ ਪਹਿਲਾਂ ਹੀ ਆਸ ਵਿੱਚ ਇਹਨੇ ਇੱਕ ਸਮਝੌਤਾ ਕਰ ਲਿਆ। ਕਿਉਂ ਨੇ ਤੈਨੂੰ ਕਹਿਤਾ ਵੀ ਮੈਂ ਤੈਨੂੰ ਬਾਦਸ਼ਾਹ ਬਣਾ ਦੂੰ, ਪਰ ਤੈਨੂੰ ਕੁਝ ਸ਼ਰਤਾਂ ਮੰਨਣੀਆਂ ਪੈਣੀਆਂ। ਉਹ ਕਹਿੰਦਾ ਵੀ ਦੱਸ ਕਿਹੜੀਆਂ? ਉਹ ਕਹਿੰਦਾ ਵੀ ਆਹ ਜਿਹੜਾ ਸਿੱਖ ਧਰਮ ਚੱਲ ਰਿਹਾ ਇੱਕ, ਇਹਨੂੰ ਬੰਦ ਕਰਨਾ ਪਏਗਾ। ਰਾਈਟ ਵੇ ਜਦੋਂ ਤੂੰ ਬਹਿਣਾ ਆ ਤੇ ਇਹਨਾਂ ਦਾ ਭੋਗ ਪਾਉਣਾ ਸਭ ਤੋਂ ਪਹਿਲਾਂ, ਕਿਉਂਕਿ ਇਹ ਸਾਡੀ ਜਿਹੜੀ ਧਰਮ ਦੀ ਇੱਥੇ ਪ੍ਰਚਾਰ ਦੀ ਜਿਹੜੀ ਸਾਡੀ ਲਹਿਰ ਆ ਉਹਦੇ ਲਈ ਇੱਕ ਬਹੁਤ ਵੱਡਾ ਖਤਰਾ ਬਣੀ ਬੈਠਾ ਆ, ਔਰ ਬਹੁਤ ਵੱਡਾ ਇੱਕ ਰੋੜਾ ਬਣਿਆ ਹੋਇਆ ਭਈ ਅਸੀਂ ਹਿੰਦੂਆਂ ਨੂੰ ਤਾਂ ਆਪਣੇ ਧਰਮ 'ਚ ਕੀ ਲਿਆਉਣਾ। ਹਿੰਦੂ ਵੀ ਜ਼ਿਆਦਾ ਉਧਰ ਹੀ ਪਰਿਵਰਤਨ ਹੋ ਰਹੇ ਆ, ਔਰ ਸਾਡੇ ਮੁਸਲਮਾਨ ਜ਼ਿਆਦਾ ਉਧਰ ਨੂੰ ਪਰਿਵਰਤਨ ਕਰਕੇ ਜਾ ਰਹੇ ਆ। ਉਹ ਕਹਿੰਦਾ ਵੀ ਭਾਵੇਂ ਉਹਨੂੰ ਇਹ ਹੋ ਗਿਆ ਵੀ ਜਹਾਂਗੀਰ ਦੇ ਆਪਣੇ ਖਿਆਲ ਭਾਵੇਂ ਜਿੱਦਾਂ ਦੇ ਮਰਜ਼ੀ ਵੀ ਆ, ਪਰ ਇਹ ਤੋਂ ਅਸੀਂ ਇਹਨੂੰ ਰਾਜਾ ਬਣਾ ਕੇ ਕੰਮ ਲੈ ਸਕਦੇ ਹਾਂ। ਏਦਾਂ ਗੱਲ ਹੋ ਗਈ ਨਾ, ਤੇਰਾ ਦੁਸ਼ਮਣ मेरा दुश्मन एक है, बस तो हम दोनों दोस्त है। हम दोनों दोस्त हैं। ਤੁਹਾਡਾ ਦੁਸ਼ਮਣ ਤੇ ਮੇਰਾ ਦੁਸ਼ਮਣ ਇੱਕੋ ਹੀ ਆ, ਤਾਂ ਅਸੀਂ ਦੋਨੋਂ ਦੋਸਤ। ਬਿਲਕੁਲ। ਫਿਰ ਸ਼ੇਖ ਅਹਿਮਦ ਸਰਹੰਦੀ ਜਿਹੜਾ ਸੀਗਾ ਉਹਦੀਆਂ ਜਿੰਨੀਆਂ ਸਾਰੀਆਂ ਸਰਗਰਮੀਆਂ ਕਾਰਗੁਜ਼ਾਰੀਆਂ ਸੀਗੀਆਂ ਉਹ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਕੌਣ ਵਿੱਚ ਨਿਭਾਏ ਰੋਲ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਨਾ ਜਿਹੜੀਆਂ ਸੀਗੀਆਂ ਇੱਕ ਪੱਤਰਕਾਰ ਦੇ ਰੂਪ ਵਿੱਚ ਉਹਨੇ ਕੁਝ ਹਵਾਲੇ ਜਿਹੜੇ ਆ ਉਹ ਆਪਾਂ ਸਰੋਤਿਆਂ ਨਾਲ ਸਾਂਝੇ ਕਰਦੇ ਆ। ਉਹਨੇ ਲਿਖੇ ਜਿਹੜੇ ਆ ਮਕਤੂਬਾਤ ਇਮਾਮੇ ਰਬਾਨੀ, ਉਹਦੀ ਇੱਕ ਚਿੱਠੀ ਵਿੱਚ ਅੰਕਿਤ ਹੈ ਕਿ ਹਿੰਦੁਸਤਾਨ ਵਿੱਚ ਗਊ ਵੱਧ ਨਾਲੋਂ ਹੋਰ ਕੋਈ ਉਚੇਰਾ ਇਸਲਾਮੀ ਫਰਜ਼ ਸੇਵਾ ਤੇ ਪੁੰਨ ਦਾ ਕੰਮ ਨਹੀਂ, ਕਿਉਂਕਿ ਇਸ ਹਰਕਤ ਨਾਲ ਹਿੰਦੂਆਂ ਨੂੰ ਜਲੀਲ ਤੇ ਉਤਸ਼ਾਹਹੀਣਾ ਬਣਾਇਆ ਜਾ ਸਕਦਾ ਹੈ। ਉਹਦਾ ਮਤਲਬ ਦੂਜੇ ਧਰਮਾਂ ਪ੍ਰਤੀ ਮਤਲਬ ਇਸ ਤਰ੍ਹਾਂ ਦਾ ਨਜ਼ਰੀਆ ਸੀ ਸ਼ੇਖ ਅਹਿਮਦ ਸਰਹੰਦੀ ਦਾ ਵੀ ਹਰ ਤਰ੍ਹਾਂ ਦੇ ਨਾਲ ਦੂਜੇ ਜਿਹੜੇ ਵੀ ਇਸਲਾਮ ਦੇ ਧਾਰਨੀ ਨਹੀਂ ਉਹਨਾਂ ਨੂੰ ਜ਼ਲੀਲ ਕੀਤਾ ਜਾਵੇ, ਦਬਾਇਆ ਜਾਵੇ, ਉਤਸ਼ਾਹਹੀਣ ਕੀਤਾ ਜਾਵੇ। ਉਹਦੀ ਇੱਕ ਚਿੱਠੀ ਇਹ ਵੀ ਅੰਕਿਤ ਕਰਦੀ ਹੈ ਕਿ ਇਸਲਾਮ ਦੀ ਸੋਭਾ ਤੇ ਇੱਜ਼ਤ ਇਸੇ ਵਿੱਚ ਹੈ ਕਿ ਕਾਫਰਾਂ ਨੂੰ ਖੁਆਰ ਕੀਤਾ ਜਾਏ। ਉਹ ਕਹਿੰਦਾ ਕਾਫਰਾਂ ਨਾਲ, ਜਿਹੜੇ ਕਾਫਰ ਦਾ ਮਤਲਬ ਜਿਹੜੇ ਇਸਲਾਮ ਧਰਮ ਨੂੰ ਨਹੀਂ ਮੰਨਦੇ, ਭਰਪਣ ਦੀ ਭਾਵਨਾ ਰੱਖਣਾ ਇਸਲਾਮ ਦੇ ਵਾਧੇ ਵਿੱਚ ਵਿਘਨ ਪਾਉਂਦਾ ਹੈ। ਮਤਲਬ ਉਹਨਾਂ ਦਾ ਕਹਿੰਦਾ ਮੈਂ ਤੁਸੀਂ ਉਹਨਾਂ ਦੇ ਨਾਲ ਦੋਸਤੀ ਕਰਨੀ, ਪਿਆਰ ਕਰਨਾ, ਭਰਪਣ ਦੀ ਭਾਵਨਾ ਰੱਖਣੀ, ਭਾਵਨਾ ਨੂੰ ਸਤਿਕਾਰ ਨਾਲ ਅਥਵਾ ਇੱਜ਼ਤ ਦੇਣੀ, ਉਹ ਕਹਿੰਦੇ ਪਈ ਇਹ ਇਸਲਾਮ ਦੀ ਤੋਹੀਨ ਆ। ਹੁਣ ਦੇਖੋ ਮਤਲਬ ਮਨੁੱਖ ਹੀ ਨਹੀਂ ਸਮਝਣਾ ਮਤਲਬ ਦੂਸਰੇ ਨੂੰ। ਜੇ ਤੁਸੀਂ ਕਿਸੇ ਨੂੰ ਹੈਲੋ ਹਾਏ ਵੀ ਕਹਿਤੀ ਜਿਹੜਾ ਕਿ ਤੁਹਾਡੇ ਧਰਮ ਨੂੰ ਨਹੀਂ ਮੰਨਦਾ ਤੇ ਤੁਸੀਂ ਉਹਨੇ ਇਹ ਪ੍ਰਚਾਰ ਕਰਤਾ ਵੀ ਇਹ ਜਿਹੜੀ ਆ ਆਪਣੇ ਸਾਡੇ ਧਰਮ ਦੀ ਬਹੁਤ ਭਾਰੀ ਹਾਨੀ ਆ, ਬੇਇੱਜ਼ਤੀ ਆ। ਇੱਕ ਸ਼ੇਖ ਫਰੀਦ ਬੁਖਾਰੀ ਜਿਹਦੀ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਕਿ ਉਸ ਵੇਲੇ ਕੈਬਨਿਟ ਵਿੱਚ ਸੀਗਾ, ਉਹ ਇਹਦਾ ਚੇਲਾ ਸੀ ਸ਼ੇਖ ਅਹਿਮਦ ਦਾ। ਉਹ ਵੀ ਕਹਿੰਦਾ ਉਹਨੂੰ ਇੱਕ ਚਿੱਠੀ ਲਿਖੀ ਇਹਨੇ ਸ਼ੇਖ ਅਹਿਮਦ ਸਰਹੰਦੀ ਨੇ, ਉਹਦੇ ਵਿੱਚ ਲਿਖਦਾ ਕਿ ਇਹ ਮੇਰੀ ਬੜੀ ਤੀਬਰ ਖਾਸ਼ ਹੈ ਕਿ ਹਿੰਦੂਆਂ ਨਾਲ ਜੋ ਕਿ ਖੁਦਾ ਅਤੇ ਪੈਗੰਬਰ ਦੇ ਦੁਸ਼ਮਣ ਹਨ ਰੱਜ ਕੇ ਧੱਕਾ ਕੀਤਾ ਜਾਵੇ। ਇਹਨਾਂ ਦਾ ਭਰਮਾ ਨਿਰਾਦਰ ਅਤੇ ਦੁਰੇ ਹੋਣੀ ਚਾਹੀਦੀ ਆ। ਇਹਨਾਂ ਬਦਕਿਸਮਤ ਬੰਦਿਆਂ ਦੀ ਨਿਤ ਹੀ ਬੇਇੱਜ਼ਤੀ ਕੀਤੀ ਜਾਣੀ ਚਾਹੀਦੀ ਆ। ਰੱਬ ਨੂੰ ਖੁਸ਼ ਕਰਨ ਦਾ ਇਸ ਤੋਂ ਵੱਧ ਹੋਰ ਕੋਈ ਸੌਖਾ ਤਰੀਕਾ ਨਹੀਂ ਹੈ। ਇਹ ਗੱਲ ਦ੍ਰਿੜਤਾ ਨਾਲ ਪੱਲੇ ਬੰਨ੍ਹ ਲੈਣੀ ਚਾਹੀਦੀ ਆ। ਹੁਣ ਜਿਹਨਾਂ ਬੰਦਿਆਂ ਦੇ ਇਹ ਖਿਆਲ ਹੋਣ ਉਹਨਾਂ ਤੋਂ ਮਤਲਬ ਕੀ ਆਸ ਕੀਤੀ ਜਾ ਸਕਦੀ ਹੈ, ਉਹ ਕਿਹੋ ਜਿਹੇ ਗੁਲ ਸਮਾਜ ਵਿੱਚ ਖਿਲਾ ਸਕਦੇ ਆ ਜੇ ਉਹਨਾਂ ਦਾ ਹੁਣ ਉਹ ਮਤਲਬ ਸਭ ਤੋਂ ਵੱਡਾ ਧਾਰਮਿਕ ਰਹਿਬਰ ਬਣਿਆ ਸੀ, ਜੇ ਤੋਂ ਸਾਰੀ ਡਾਇਰੈਕਸ਼ਨ ਚੱਲਦੀ ਸੀ ਇਸਲਾਮ ਦੇ ਪ੍ਰਚਾਰਕਾਂ ਨੂੰ, ਤੇ ਉਹ ਆਹ ਚੀਜ਼ਾਂ ਜਿਹੜੀਆਂ ਸੀ ਪ੍ਰਚਾਰ ਰਿਹਾ ਸੀ, ਤੇ ਜਿਹੜਾ ਆਮ ਮੁਸਲਮਾਨ ਇਹਨਾਂ ਦੇ ਪਿੱਛੇ ਲੱਗਾ ਹੋਊਗਾ ਉਹ ਵਾਕਈ ਇਹ ਸਮਝਦਾ ਹੋਊਗਾ ਵੀ ਜੇ ਮੈਂ ਗੁਆਂਢੀ ਦੇ ਨਾਲ ਹੱਸ ਕੇ ਬੋਲਿਆ, ਚੱਜ ਨਾਲ ਬੋਲਿਆ, ਜਾਂ ਉਹਨੂੰ ਪਾਣੀ ਦੀ ਲੋੜ ਮੈਂ ਪਾਣੀ ਦਾ ਗਲਾਸ ਦੇਤਾ ਤੇ ਮੈਂ ਤਾਂ ਇਸਲਾਮ ਦੀ ਤੋਹੀਨ ਕਰ ਰਿਹਾ। ਮਤਲਬ ਕਿਹੋ ਜਿਹੇ ਇੱਕ ਹਾਲਾਤ ਪੈਦਾ ਕੀਤੇ ਜਾ ਰਹੇ ਸੀਗੇ। ਫਿਰ ਸ਼ੇਖ ਫਰੀਦ ਬੁਖਾਰੀ ਨੂੰ ਕਾਂਗੜ ਉੱਤੇ ਹਮਲਾ ਕਰਨ ਦੀ ਤਿਆਰੀ ਵਿੱਚ ਨਾ ਸ਼ੇਖ ਫਰੀਦ ਬੁਖਾਰੀ ਦੀ ਅਗਵਾਈ ਹੇਠ ਮਤਲਬ ਉੱਥੇ ਕਾਂਗੜੇ ਦੇ ਉੱਤੇ ਹਮਲਾ ਕਰਨ ਲਈ ਭੇਜਿਆ ਗਿਆ ਸੀਗਾ। ਇਤਿਹਾਸ ਵਿੱਚ ਇਹ ਆਉਂਦਾ ਜ਼ਿਕਰ। ਤੇ ਉਦੋਂ ਮਤਲਬ ਸ਼ੇਖ ਅਹਿਮਦ ਸਰਹੰਦੀ ਨੇ ਉਹਨੂੰ ਇੱਕ ਚਿੱਠੀ ਲਿਖੀ ਫੇ, ਜਿਹਦੇ ਵਿੱਚ ਉਹ ਆਪਣਾ ਮਤਲਬ ਜਿਹੜਾ ਇੱਕ ਖਦਸ਼ਾ ਸੀ, ਆਪਣਾ ਜਿਹੜਾ ਇੱਕ ਸ਼ੌਕ ਸੀ ਕਹਿ ਲਓ, ਉਹ ਪ੍ਰਗਟ ਇਸ ਤਰ੍ਹਾਂ ਕਰਦਾ ਵੀ ਕਾਂਗੜੇ ਦੇ ਮੰਦਿਰ ਦੀਆਂ ਮੂਰਤਾਂ ਜੋ ਬਿਨਾਂ ਮਤਲਬ ਦੇ ਖੁਦਾ ਬਣੀਆਂ ਪਈਆਂ ਹਨ ਉਹਨਾਂ ਦੀ ਵੱਧ ਤੋਂ ਵੱਧ ਨਿਰਾਦਰੀ ਤੇ ਭ੍ਰਿਸ਼ਟਤਾ ਕਰਨੀ ਚਾਹੀਦੀ ਹੈ। ਇਹਨਾਂ ਝੂਠੇ ਖੁਦਾਵਾਂ ਨੂੰ ਮੰਨਣ ਵਾਲੇ ਹਿੰਦੂਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨਾ ਚਾਹੀਦਾ ਹੈ।
ਫਿਰ ਕਹਿੰਦਾ ਸਰੀਰਕ ਕਮਜ਼ੋਰੀ ਅਤੇ ਸਰ ਦੀ ਰੁਕਾਵਟ ਬਣੀ ਪਈ ਹੈ, ਨਹੀਂ ਤਾਂ ਇਹ ਫਕੀਰ ਭਾਵ ਮੈਂ ਖੁਦ ਸ਼ੇਖ ਅਹਿਮਦ ਸਰਹੰਦੀ ਖੁਦ ਹਾਜ਼ਰ ਹੋ ਕੇ ਇਹਨਾਂ ਪੱਥਰਾਂ ਦੀਆਂ ਮੂਰਤੀਆਂ ਉੱਤੇ ਥੁੱਕਦਾ ਤੇ ਇਹਨਾਂ ਨੂੰ ਇਸ ਕੰਮ ਨੂੰ ਮਹਾਨ ਪਵਿੱਤਰ ਤੇ ਧਰਮ ਦਾ ਕੰਮ ਸਮਝਦਾ। ਹੁਣ ਇਹੋ ਜਿਹੇ ਬੰਦਿਆਂ ਨੂੰ ਜਿਹੜੀ ਸਿੱਖੀ ਦੀ ਲਹਿਰ ਪੂਰੇ ਜੋਬਨ ਤੇ ਸੀ, ਉਹ ਕਿੰਨੀ ਕੁ ਰੜਕਦੀ ਹੋਊਗੀ ਜਾਂ ਉਹਦੇ ਪ੍ਰਤੀ ਇਹਨਾਂ ਦੇ ਦਿਲ ਵਿੱਚ ਕਿਸ ਤਰ੍ਹਾਂ ਦੇ ਮਤਲਬ ਖਲਬਲੀਆਂ ਨਿੱਤ ਉੱਠਦੀਆਂ ਹੋਣਗੀਆਂ। ਉਹ ਮਤਲਬ ਵੀ ਜਿਹੜੀ ਆ ਇੱਕ ਜਿਹਦਾ ਬੰਦਾ ਤਸਵੀਰ ਆਪਣੇ ਮਨ ਵਿੱਚ ਸੋਚ ਕੇ ਬਣਾ ਸਕਦਾ। ਅੱਛਾ, ਇੱਕ ਹੋਰ ਚਿੱਠੀ ਦਾ ਜ਼ਿਕਰ ਆਪਾਂ ਕਰਨਾ ਚਾਹਾਂਗੇ। ਉਹਨੇ ਆਪਣੇ ਇੱਕ ਹਿੰਦੂ ਸੇਵਕ ਸੀਗਾ ਇਹਨਾਂ ਦਾ, ਉਹਦਾ ਨਾਮ ਲਿਖਿਆ ਹਿਰਦੇ ਰਾਮ। ਹਿਰਦੇ ਰਾਮ ਨੇ ਉਹਨਾਂ ਨੂੰ ਲਿਖਿਆ ਆਪਣੇ ਸ਼ੇਖ ਅਹਿਮਦ ਸਰਹੰਦੀ ਨੂੰ ਖੁਸ਼ ਕਰਨ ਲਈ, ਜਿੱਦਾਂ ਇੱਕ ਚਿੱਠੀ ਲਿਖੀ। ਹਾਂਜੀ, ਤੇ ਦੇਖੋ ਜੀ ਵੀ ਜਿਹੜਾ ਰਾਮ ਤੇ ਰਹੀਮ ਆ ਇੱਕੋ ਹੀ ਆ, ਉਹਨਾਂ ਵਿੱਚ ਕੋਈ ਫਰਕ ਨਹੀਂਗਾ, ਔਰ ਹੈ ਅਸਲੀਅਤ ਵੀ ਇਹੀ ਆ। ਅਸੀਂ ਵੀ ਇਸ ਚੀਜ਼ ਨੂੰ ਮੰਨਦੇ ਆ, ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹ ਸਿੱਖਿਆ ਦਿੱਤੀ ਆ ਵੀ ਇਹਨਾਂ ਵਿੱਚ ਕੋਈ ਫਰਕ ਨਹੀਂ। ਚਾਹੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਏ, ਕੋਈ ਸੇਵੇ ਗੁਸਾਈਆਂ, ਕੋਈ ਅੱਲਾ ਏ, ਵੀ ਫਰਕ ਕੋਈ ਨਹੀਂ ਹੈਗਾ। ਹੁਣ ਤਾਂ ਬੜੀ ਆਪਣੇ ਨੂੰ ਮਤਲਬ ਪਿਆਰ ਨਾਲ ਸਤਿਕਾਰ ਨਾਲ ਲਿਖੀ ਚਿੱਠੀ, ਤੇ ਉਹਦੇ ਜਵਾਬ ਵਿੱਚ ਜਿਹੜੀ ਸ਼ੇਖ ਨੇ ਉਹਨੂੰ ਚਿੱਠੀ ਲਿਖੀ, ਉਹ ਵੀ ਮਤਲਬ ਕਮਾਲ ਦੀ ਆ, ਸੁਣਨੇ ਵਾਲੀ ਗੱਲ ਆ। ਉਹਨੂੰ ਲਿਖਿਆ ਕਿ ਉਹਦੀ ਚਿੱਠੀ ਦਾ ਲਿਖਦੇ ਆ, ਕਹਿੰਦੇ ਰਾਮ ਕ੍ਰਿਸ਼ਨ ਜਿਨ੍ਹਾਂ ਨੂੰ ਹਿੰਦੂ ਪੂਜੀਆ ਮੰਨਦੇ ਹਨ, ਰੱਬ ਦੀ ਕਮੀਨੀ ਮਖਲੂਕ ਹਨ। ਹੁਣ ਦੇਖ ਲਓ ਕਬਾ, ਦੇਖੋ ਵੀ ਇੱਥੇ ਜਿਹੜਾ ਬੰਦਾ ਕਹਿੰਦਾ ਅੱਲਾ ਸਭ ਤੋਂ ਉੱਚਾ ਆ, ਹਾਂ ਹੈਨਾ, ਹੁਣ ਉੱਥੇ ਆਪ ਹੀ ਆਪਣੇ ਮੂੰਹ ਰਾਹੀਂ ਬਈ ਉਹ ਕਹਿ ਰਿਹਾ ਵੀ ਅੱਲਾ ਨੇ ਸਭ ਤੋਂ ਕਮੀਨੀ ਤਾਂ ਘਟੀਆ ਉਹਦੀ ਕਰਤੂਤ ਆ, ਜਾਂ ਕਹਿ ਲਓ ਵੀ ਉਹਦੀ ਮਤਲਬ ਮਖਲੂਕ ਦਾ ਮਤਲਬ ਹੁੰਦਾ ਵੀ ਉਹਦੀ ਇਹ ਪਰਜਾ ਜਾਂ ਜਨਤਾ ਵੀ ਸਭ ਤੋਂ ਘਟੀਆ ਕਮੀਨੀ ਪਰਜਾ, ਜਿਹਨਾਂ ਨੂੰ ਤੁਸੀਂ ਰੱਬ ਬਣਾ ਸਮਝ ਕੇ ਪੂਜਦੇ ਆ। ਲੇਕਿਨ ਉਹ ਰੱਬ ਦੀ ਕਰਤੂਤ ਆ ਨਾ, ਜਿਹਨੂੰ ਘਟੀਆ ਕਰਤੂਤ ਆ, ਮਤਲਬ ਰੱਬ ਵੀ ਘਟੀਆ ਕਰਤੂਤਾਂ ਕਰਦਾ ਉਹਦੇ ਹਿਸਾਬ ਨਾਲ। ਪਰ ਜੇ ਇੰਨੀ ਸੋਚਣ ਵਾਲੇ ਹੋਣ ਤਾਂ ਫਿਰ ਇੱਥੇ ਤੱਕ ਗੱਲਾਂ ਜਾਂਦੀਆਂ ਕਾਹਨੂੰ। ਇਤਿਹਾਸ ਫਿਰ ਕੁਝ ਹੋਰ ਦਾ ਹੋਰ ਹੁੰਦਾ ਗੁਰਦੀਪ ਸਿੰਘ। ਹੁਣ ਜਿਹੜਾ ਅਕਲ ਨਾਲ ਇਹ ਕੰਮ ਲੈਣ ਵਾਲੇ ਬੰਦੇ ਹੁੰਦੇ ਤਾਂ ਹੁਣ ਜਿਹੜਾ ਕੁਮਾਰ ਕਹਿ ਦਿੰਦੇ ਜਿਹੜੇ ਮਿੱਟੀ ਦੇ ਬਰਤਨ ਬਣਾਉਂਦਾ ਜਾਂ ਕਿਦਾਂ, ਹੁਣ ਮੇਰੇ ਵਰਗਾ ਜਿਹੜਾ ਵੀ ਐਕਸਪਰਟ ਨਾ ਹੋਵੇ, ਹੈਨਾ, ਜਿਹਦੇ ਕੋਲ ਨਹੀਂ ਸਕਿੱਲ ਨਾ ਹੋਵੇ, ਉਹਨਾਂ ਟੇਡੇ ਮੇਡੇ ਜੇ ਬਣਾ ਦੇਣੇ ਭਾਂਡੇ ਮਿੱਟੀ ਦੇ, ਤਾਂ ਮੇਰੇ ਵਰਗੇ ਨੂੰ ਫਿਰ ਕੀ ਕਹਿੰਦੇ ਵੀ ਨਹੀਂ ਵੀ ਆ ਨਾ ਇਹਦੇ ਜਿਹੜੀ ਹੈਗੀ ਕਰਨੀ ਜਾਂ ਇਹਦੇ ਜਿਹੜੇ ਹੁਨਰ ਆ ਉਹਨਾਂ ਵਧੀਆ ਨਹੀਂ ਇਹਦੇ ਹੱਥਾਂ 'ਚ। ਲੇਕਿਨ ਜਿਹੜਾ ਟੌਪ ਦਾ ਭਾਂਡੇ ਬਣਾਉਂਦਾ ਆ, ਸਿਰਫ ਤਾਂ ਸਿਰਫ ਟੌਪ ਦੇ, ਉਹਨੂੰ ਕੀ ਕਿਹਾ ਜਾਂਦਾ? ਐਕਸਪਰਟ। ਜਾਂ ਹੁਣ ਇੱਥੇ ਰੱਬ ਇੱਕ ਪਾਸੇ ਐਕਸਪਰਟ ਬੰਦੇ ਵਧੀਆ ਜਿਹੜੇ ਇਸਲਾਮ ਨੂੰ ਬਿਲੋਂਗ ਕਰਦੇ ਆ ਉਹ ਪੈਦਾ ਕਰਦਾ ਆ, ਤਾਂ ਇੱਕ ਪਾਸੇ ਜਿਹੜੇ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਆ ਉਹ ਘਟੀਆ ਆ, ਉਹਨਾਂ ਨੂੰ ਪੈਦਾ ਕਰ ਰਿਹਾ ਆ। ਹੁਣ ਰੱਬ ਦਾ ਕੁਝ ਪਤਾ ਹੀ ਨਹੀਂ ਚੱਲਦਾ, ਕਦੀ ਵਧੀਆ ਬਣਾ ਦਿੰਦਾ, ਕਦੀ ਘਟੀਆ ਬਣਾ ਦਿੰਦਾ। ਉਹਦੇ ਮੂਡ ਤੇ ਡਿਪੈਂਡ ਆ, ਉਹਦਾ ਮੂਡ ਠੀਕ ਆ ਤਾਂ ਵਧੀਆ ਪੈਦਾ ਕਰ ਦਿੰਦਾ। ਸੋ ਇਹੋ ਜਿਹੀ ਸੋਚ ਦੇ ਧਾਰਨੀ ਇਹ ਸੀਗੇ ਉਸ ਵੇਲੇ ਦੇ ਇਹਨਾਂ ਦੇ ਜਿਹੜੇ ਮੁਖੀ ਸੀਗੇ ਧਰਮ ਦੇ ਹਿੰਦੁਸਤਾਨ ਦੇ ਵਿੱਚ। ਉਹ ਕਹਿੰਦੇ ਰਾਮ ਕ੍ਰਿਸ਼ਨ ਆਦਿ ਨੂੰ ਹਿੰਦੂ ਪੂਜਿਆ ਮੰਨਦੇ ਹਨ, ਇਹ ਰੱਬ ਦੀ ਕਮੀਨੀ ਮਖਲੂਕ ਹਨ। ਫਿਰ ਅੱਗੇ ਲਿਖਦੇ ਉਹਨੂੰ ਸਾਵਧਾਨ ਕਰਦੇ ਹੋਏ ਹਿਰਦੇ ਰਾਮ ਨੂੰ ਵੀ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਆਪਣੇ ਪੁਰਖਿਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ। ਸ਼ਰਮ ਦੀ ਗੱਲ ਹੈ ਕਿ ਕੋਈ ਸਾਰੀ ਸ੍ਰਿਸ਼ਟੀ ਦੇ ਕਰਤਾ ਨੂੰ ਰਾਮ ਤੇ ਕ੍ਰਿਸ਼ਨ ਦੇ ਨਾਮ ਨਾਲ ਸੰਬੋਧਨ ਕਰੇ। ਫਿਰ ਕਹਿੰਦਾ ਇਹ ਗੱਲ ਤਾਂ ਇਹੋ ਹੈ ਜਿਵੇਂ ਕੋਈ ਕਿਸੇ ਆਲਮਗੀਰ ਬਾਦਸ਼ਾਹ ਨੂੰ ਚੂੜਾ ਕਹਿ ਕੇ ਸਤਿਕਾਰ ਹੁੰਦਾ ਮੰਨੇ। ਰਾਮ ਤੇ ਰਹਿਮਾਨ ਨੂੰ ਇੱਕੋ ਮੰਨਣਾ ਬੇਵਕੂਫੀ ਹੈ। ਦੇਖੋ ਮਤਲਬ ਤੰਗ ਨਜ਼ਰੀ ਦੀ ਵੀ ਕੋਈ ਹੱਦ ਹੁੰਦੀ ਆ, ਇਹ ਸਾਰੇ ਹੱਦ ਬੰਨੇ ਇਹ ਬੰਦੇ ਟੱਪ ਚੁੱਕੇ ਸੀਗੇ। ਸੋ ਇਹਨਾਂ ਤੋਂ ਜਿੱਦਾਂ ਮਤਲਬ ਹੁਣ ਦੇਖੋ ਜਿਹੜੇ ਇਸ ਤਰ੍ਹਾਂ ਦੀ ਸੋਚ ਵਾਲੇ ਬੰਦੇ ਔਰ ਪੂਰੀ ਪਾਵਰ ਵਿੱਚ ਧਾਰਮਿਕ ਨੇਤਾ ਇਕੱਲੇ ਹਿੰਦੁਸਤਾਨ ਦੇ ਨਹੀਂ, ਇਹ ਬਗਦਾਦ ਤੱਕ ਲਿੰਕ ਇਹਨਾਂ ਦੇ ਸੀ, ਇਰਾਨ, ਅਫਗਾਨਿਸਤਾਨ, ਬਗਦਾਦ, ਉੱਥੋਂ ਤੱਕ ਇਹਦਾ ਜਿਹੜਾ ਸੀ ਮਤਲਬ ਇਹਦੀ ਸਰਦਾਰੀ ਸੀ ਸ਼ੇਖ ਅਹਿਮਦ ਸਰਹੰਦੀ ਦੀ। ਤੇ ਜੋ ਕੁਝ ਵੀ ਧਾਰਮਿਕ ਕਾਰਜ ਜਾਂ ਕੋਈ ਗੱਲਬਾਤ ਹੋਣੀ ਸੀ ਇਹਦੀ ਸਲਾਹ ਤੋਂ ਬਿਨਾਂ ਨਹੀਂ ਸੀ ਹੁੰਦੀ। ਇਹ ਤਾਂ ਲਿਖਤਾਂ ਵਿੱਚ ਹੈ ਕਿ ਬਗਦਾਦ ਤੱਕ ਸੀ ਇਹਦਾ ਬੋਲਬਾਲਾ। ਹੋ ਸਕਦਾ ਪਰੇ ਸਾਰੇ ਮਿਡਲ ਈਸਟ ਵਿੱਚ ਹੀ ਉਸ ਵੇਲੇ ਦਾ ਇਹਨੂੰ ਆਪਣਾ ਹੈਡ ਮੰਨਦੇ ਹੋਣ, ਕੀ ਕਹਿ ਸਕਦੇ ਆ। ਹੁਣ ਇਹ ਇੰਨਾ ਕੱਟੜ ਨੀਤੀ ਦਾ ਧਾਰਨੀ ਸੀਗਾ ਵੀ ਆਪਣੀ ਸਕੀਮ ਅਨੁਸਾਰ ਫਿਰ ਜਦੋਂ ਉਹਨੇ ਜਹਾਂਗੀਰ ਨੂੰ ਸ਼ੇਖ ਫਰੀਦ ਬੁਖਾਰੀ ਅਤੇ ਆਪਣੇ ਹੁਨੇਕ ਜਿਹੜੇ ਉਹਦੇ ਕੈਬਨਿਟ ਦਰਬਾਰੀ ਸੀਗੇ ਮਦਦ ਨਾਲ ਅਮਲੀ ਤੌਰ ਤੇ
ਉਹਦਾ ਅਕਬਰ ਦਾ ਜਿੱਦਾਂ ਜਾਨਸ਼ੀਨ ਬਣਾਉਣ ਵਿੱਚ ਕਾਮਯਾਬ ਹੋ ਗਿਆ ਤਾਂ ਜਹਾਂਗੀਰ ਨੂੰ ਇਸਲਾਮ ਦੇ ਬਾਦਸ਼ਾਹ ਦੇ ਵਿਸ਼ੇਸ਼ਣ ਨਾਲ ਫਿਰ ਪ੍ਰਭੂਸ਼ਣ ਕੀਤਾ ਇਹਨਾਂ ਨੇ। ਉਹਨਾਂ ਨੇ ਉਦੋਂ ਫਿਰ ਇੱਕ ਚਿੱਠੀ ਵਿੱਚ ਆਪਣੇ ਲਿਖਿਆ, ਆਪਣੀ ਚਿੱਠੀ ਨੰਬਰ 47 ਆ, ਮਕਤੂਬਾਤ ਇਮਾਮ ਰਬਾਨੀ ਦੀ ਚਿੱਠੀ ਆ ਇਹ, ਉਹ ਮਤਲਬ ਕਿਤਾਬ ਹੈ, ਉਹਦੀ ਚਿੱਠੀ ਦੇ ਵਿੱਚ ਪੇਜ ਨੰਬਰ 47 ਉਹ ਲਿਖੀ ਕਿਹਨੂੰ ਆ? ਬੁਖਾਰੀ ਨੂੰ, ਜਿਹਦੀ ਮਦਦ ਨਾਲ ਜਹਾਂਗੀਰ ਨੂੰ ਇਹਨੇ ਸ਼ੇਖ ਅਹਿਮਦ ਸਰਹੰਦੀ ਨੇ ਉਹਦੀ ਬਾਦਸ਼ਾਹ ਦੀ ਗੱਦੀ ਤੇ ਬਹਾਲਿਆ। ਉਹ ਲਿਖਦਾ ਕਹਿੰਦਾ ਕਿ ਇਸਲਾਮ ਦੀ ਸਰਬ ਉਤਪਤਾ ਨੂੰ ਨਾ ਮੰਨਣ ਵਾਲੇ ਅਕਬਰ ਬਾਦਸ਼ਾਹ ਦੀ ਮੌਤ ਦੀ ਖਬਰ ਅਤੇ ਇਸਲਾਮ ਦੇ ਬਾਦਸ਼ਾਹ ਦੇ ਤਖਤ ਉੱਤੇ ਬੈਠਣ ਦੀ ਖਬਰ ਅੱਜ ਸਾਰੇ ਸੱਚੇ ਮੁਸਲਮਾਨਾਂ ਨੇ ਬੜੇ ਚਾਅ ਨਾਲ ਸੁਣੀ ਅਤੇ ਸਭ ਨੇ ਫੈਸਲਾ ਕੀਤਾ ਹੈ ਕਿ ਇਸਲਾਮ ਦੇ ਬਾਦਸ਼ਾਹ ਜਹਾਂਗੀਰ ਨੂੰ ਪੂਰੀ ਮਦਦ ਦਿੱਤੀ ਜਾਏ ਤਾਂ ਕਿ ਇਸਲਾਮ ਦਾ ਭਰਪੂਰ ਪਸਾਰਾ ਕਰਕੇ ਇਸ ਦੀ ਤਾਕਤ ਵਿੱਚ ਵਾਧਾ ਕੀਤਾ ਜਾਏ। ਫਿਰ ਜਦੋਂ ਅਕਬਰ ਜਿਹੜਾ ਸੀ ਉਹ ਤਾਂ ਅੱਖਾਂ ਮੀਟ ਗਿਆ ਤੇ ਉਧਰੋਂ ਇਹਨੇ ਕੀ ਕੀਤਾ, ਇਹ ਰਾਜਗੱਦੀ ਤੇ ਬੈਠਾ ਹੀ ਸੀਗਾ, ਪਹਿਲਾਂ ਉਹਨਾਂ ਦੀ ਸੁਲ੍ਹਾ ਹੋ ਗਈ ਸੀ, ਫਿਰ ਇਹਨੇ ਸਰਹੰਦੀ ਨੇ ਕਰਾਤੀ ਸੀ। ਤੇ ਉਹਨੂੰ ਕੀ ਕੀਤਾ, ਜਦੋਂ ਅਕਬਰ ਬਾਦਸ਼ਾਹ ਨੇ ਅੱਖਾਂ ਮੀਟ ਲਈਆਂ, ਅਕਾਲ ਚਲਾਣਾ ਕਰ ਗਿਆ ਤੇ ਇਹਨੂੰ ਜਹਾਂਗੀਰ ਨੂੰ ਪਤਾ ਲੱਗ ਗਿਆ ਕਿ ਮੇਰੇ ਵਿਰੋਧ ਦੇ ਵਿੱਚ ਹੋ ਸਕਦਾ ਖੁਸਰੋ ਬਗਾਵਤ ਕਰਦਾ ਹੈ। ਉਹਨੇ ਖੁਸਰੋ ਨੂੰ ਖੁਸ਼ ਕਰਨ ਲਈ ਮਤਲਬ ਕੁਝ ਰੁਪਈਆ ਪੈਸਾ ਦੇ ਕੇ ਤਾਂ ਆਗਰੇ ਦੇ ਕਿਲੇ ਨੂੰ ਕਹਿ ਕੇ ਤੂੰ ਉਹਨੂੰ ਆਪਣੇ ਮਹੱਲ ਨੂੰ ਸਜਾ ਬਜਾ ਕੇ ਤੇ ਉੱਥੇ ਐਸ਼ ਆਰਾਮ ਨਾਲ ਰਹਿ। ਪਰ ਉਹ ਵੀ ਥੋੜਾ ਇਸ ਤਾੜ ਵਿੱਚ ਸੀਗਾ ਕਿ ਮੈਨੂੰ ਜੇ ਮੌਕਾ ਮਿਲੇ ਤਾਂ ਮੈਂ ਇਹਦਾ ਤਖਤਾ ਉਲਟਾਉਣਾ। ਉਹ ਉੱਥੋਂ ਭੱਜ ਨਿਕਲਿਆ ਤੇ ਉਹਨੇ ਬਾਹਰ ਆਣ ਕੇ ਜਿੱਦਾਂ ਫੌਜ ਜਿਹੜੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਤੇ ਫੌਜ ਇਕੱਠੀ ਕਰਦਾ ਉਹ ਸਾਰਾ ਉੱਥੋਂ ਚੱਲ ਕੇ ਤੇ ਆਪਣੇ ਲਾਹੌਰ ਆ ਪਹੁੰਚਿਆ, ਦਰਿਆ ਬਿਆਸ ਨੂੰ ਪਾਰ ਕਰਕੇ। ਤੇ ਮਗਰ ਇਹਨਾਂ ਨੇ ਵੀ ਫੌਜਾਂ ਲਾਤੀਆਂ ਉਹਦੇ। ਉਹ ਫਿਰ ਮਤਲਬ ਜਦੋਂ ਉੱਥੇ ਲੜਾਈ ਹੋਈ ਇਹਨਾਂ ਦੀ ਲਾਹੌਰ ਦੇ ਕਿਲੇ ਨੂੰ ਘੇਰਾ ਪਾਇਆ ਇਹਨਾਂ ਨੇ, ਉਹ ਸ਼ੇਖ ਫਰੀਦ ਬੁਖਾਰੀ ਜਿਹੜਾ ਆ ਉਹਨੇ ਉਹ ਜਿਹੜਾ ਸੀ ਘੇਰੇ ਨੂੰ ਕਿਲਾ ਜਿਹੜਾ ਘੇਰ ਰੱਖਿਆ ਸੀਗਾ ਤੇ ਉਹਨੂੰ ਮਤਲਬ ਇਹ ਹਰਾ ਨਹੀਂ ਸਕਿਆ ਖੁਸਰੋ ਆਪਣੀਆਂ ਫੌਜਾਂ ਨਾਲ, ਤੇ ਇਹਨੂੰ ਉੱਥੋਂ ਭੱਜਣਾ ਪਿਆ। ਪਰ ਇਹ ਦਰਿਆ ਚਨਾਬ ਨੂੰ ਪਾਰ ਕਰਨ ਲੱਗਾ, ਉੱਥੇ ਫੜਿਆ ਗਿਆ। ਉਹਨੇ ਜਿਹਨੂੰ ਪਿੱਛੋਂ ਜਿੱਦਾਂ ਜਹਾਂਗੀਰ ਆਪ ਤੇ ਨਾਲ ਉਹਦੀਆਂ ਫੌਜਾਂ ਉਹ ਵੀ ਲਾਹੌਰ ਆ ਪਹੁੰਚੀਆਂ। ਉਹਨੇ ਫਿਰ ਜਿੰਨੇ ਵੀ ਮਤਲਬ ਲੋਕਾਂ ਤੋਂ ਪਤਾ ਲੱਗਦਾ ਰਿਹਾ ਵੀ ਜਿਨ ਵੀ ਖੁਸਰੋ ਦੀ ਮਦਦ ਕੀਤੀ ਆ, ਉਹਨੂੰ ਮਤਲਬ ਜਹਾਂਗੀਰ ਨੇ ਆਪ ਫੜ ਕੇ ਸੱਦ ਕੇ ਕਿਸੇ ਨੂੰ ਸਜ਼ਾਏ ਮੌਤ, ਕਿਸੇ ਨੂੰ ਕੁਛ, ਕਿਸੇ ਨੂੰ ਕਿਸੇ ਤਰ੍ਹਾਂ ਦੇ ਢੰਗ ਦੇ ਨਾਲ ਮਤਲਬ ਉਹਨਾਂ ਨੂੰ ਤਸੀਹੇ ਦਿੱਤੇ, ਇੰਨੀਆਂ ਸਜ਼ਾਵਾਂ ਦਿੱਤੀਆਂ ਵੀ ਮਤਲਬ ਇੰਨੀ ਦਹਿਸ਼ਤ ਫੈਲਾਤੀ ਕਿ ਕੋਈ ਉਹਨਾਂ ਦੇ ਖਿਲਾਫ ਮੁੜ ਕੇ ਖੁਸਰੋ ਦੇ ਹੱਕ 'ਚ ਗੱਲ ਹੀ ਨਾ ਕਰ ਸਕੇ। ਉਹ ਤੋਂ ਅੱਗੇ ਚੱਲ ਕੇ ਕੀ ਹੁੰਦਾ, ਜਿਵੇਂ ਆਪਾਂ ਇਹ ਗੱਲ ਸਾਰੀ ਖੁਲਾਸਾ ਕਰਦੇ ਆ ਰਹੇ ਹਾਂ ਭਈ ਸ਼ੇਖ ਅਹਿਮਦ ਸਰਹੰਦੀ ਜਿਹੜਾ ਸੀ ਉਹ ਸਾਰਿਆਂ ਨੂੰ ਰਹਿਨਮਾਈ ਦੇ ਰਿਹਾ ਸੀਗਾ। ਉਹ ਇਸ ਗੱਲ ਤੋਂ ਵੀ ਕਾਫੀ ਔਖਾ ਸੀਗਾ ਕਿ ਦੇਸ਼ ਵਿੱਚ ਸਿੱਖ ਮਤ ਦਿਨ ਬ ਦਿਨ ਬੜੀ ਤੇਜ਼ੀ ਨਾਲ ਵੱਧ ਰਿਹਾ ਤੇ ਸਿੱਖ ਮਤ ਦੇ ਜਿਹੜੇ ਅਸੂਲ ਆ ਬੜੇ ਸਾਫ ਸੁਥਰੇ, ਦਿਲ ਖਿੱਚਵੇਂ, ਤੇ ਗੁਰੂ ਸਾਹਿਬਾਨ ਦਾ ਜੀਵਨ ਵੀ ਜਿਹੜਾ ਸੀ ਬਹੁਤ ਵਧੀਆ ਸੀਗਾ ਤੇ ਜਾਤ ਪਾਤ ਦੇ ਭੇਦ ਭਾਵ ਵੀ ਸਿੱਖ ਮਤ ਦੇ ਜਿਹੜੇ ਸੀਗੇ ਪ੍ਰਚਾਰ ਉਹਦੇ ਵਿੱਚ ਬੜੀ ਸਹਾਇਤਾ ਕਰ ਰਹੇ ਸੀਗੇ ਤੇ ਲੋਕੀ ਮਤਲਬ ਚੰਗਾ ਸਾਰਾ ਸਭ ਕੁਝ ਜਿਹੜਾ ਸੀ ਉਹ ਛੱਡ ਕੇ ਤੇ ਇੱਧਰ ਨੂੰ ਆ ਰਹੇ ਸੀਗੇ। ਫਿਰ ਇੱਕ ਵਾਰੀ ਇਹਦੀ ਗੱਲ ਆ ਕਿ 1597 ਵਿੱਚ ਜਦੋਂ ਕਾਲ ਪੈ ਗਿਆ, ਆਪਾਂ ਨੂੰ ਪਤਾ ਵੀ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ, ਸ੍ਰੀ ਗੁਰੂ ਹਰਗੋਬਿੰਦ ਸਿੰਘ ਉਦੋਂ ਬੜੇ ਬੱਚੇ ਛੋਟੀ ਉਮਰ ਦੇ ਬਾਲਕ ਸਨ, ਉਹਨਾਂ ਨੂੰ ਨਾਲ ਲੈ ਕੇ ਤੇ ਉੱਥੇ ਲੋਕਾਂ ਦੀ ਬੜੀ ਉਹਨੀ ਸਹਾਇਤਾ ਕੀਤੀ। ਪਰ ਉਹ ਜਿਹੜਾ ਸਹਾਇਤਾ ਕਰਨ ਸੀ ਉਹਦੇ ਨਾਲ ਪਾਪੂਲੈਰਿਟੀ ਜਿਹੜੀ ਸੀ, ਪ੍ਰੀਅਤਾ ਸੀਗੀ ਗੁਰੂ ਘਰ ਦੀ ਹੋਰ ਵੀ ਲੋਕਾਂ ਵਿੱਚ ਵਧੀ। ਤੇ ਹੁਣ ਸ਼ੇਖ ਅਹਿਮਦ ਸਰਹੰਦੀ ਵਰਗਿਆਂ ਨੂੰ ਉੱਥੇ ਮਤਲਬ ਕਿਨ ਪੁੱਛਣਾ, ਜਿਹੜੇ ਕਿ ਹਰ ਵੇਲੇ ਮਤਲਬ ਇੰਨੇ ਤੰਗ ਦਿਲ ਤੇ ਹਰ ਵੇਲੇ ਮਤਲਬ ਤਵਲੇ ਵਾਂਗੂ ਕੱਸੇ ਹੀ ਰਹਿੰਦੇ ਸੀ ਵੀ ਕਿਸੇ ਨਾ ਕਿਸੇ ਪਾਸੇ ਚੜ੍ਹਾਈ ਕਰੀ ਰੱਖਣੀ। ਹੋਇਆ ਕੀ ਵੀ ਸ਼ੇਖ ਅਹਿਮਦ ਸਰਹੰਦੀ ਨੇ ਫਿਰ ਮਤਲਬ ਜਿਹੜਾ ਸੀ ਨਾ ਉਹ ਸੁਪਨਾ ਜਿਹੜਾ ਸੀ ਉਹਦਾ ਚੱਲ ਰਿਹਾ ਕਿ ਸਾਰੇ ਹਿੰਦੁਸਤਾਨ ਵਿੱਚ ਅਸੀਂ ਇਸਲਾਮ ਦਾ ਜਿਹੜਾ ਛਤਰ ਰਾਜ ਜਿਹੜਾ ਉਹਨੂੰ ਕਾਇਮ ਕਰਨਾ ਆ। ਤੇ ਮਤਲਬ ਉਹਦੇ ਵਾਸਤੇ ਫਿਰ ਉਹਨੇ ਕੀ ਕੀਤਾ, ਉਹ ਜਿਹੜਾ ਵਾਅਦਾ ਜਹਾਂਗੀਰ ਤੋਂ ਲਿਆ ਸੀਗਾ ਗੱਦੀ ਤੇ ਬਹਾਉਣ ਬਦਲੇ, ਉਹ ਫਿਰ ਜਹਾਂਗੀਰ ਨੂੰ ਗੱਦੀ ਤੇ ਬੈਠਿਆ 6 ਮਹੀਨੇ ਹੋਏ ਤਾਂ ਉਹਨੇ ਉਹਦੇ ਮੂਹਰੇ ਉਹ ਸਾਰਾ ਖੁਲਾਸਾ ਕਰ ਦਿੱਤਾ। ਉਦੋਂ ਤੱਕ ਦੇਖੋ ਜਹਾਂਗੀਰ ਉਧਰੋਂ ਆਇਆ, ਖੁਸਰੋ ਦਾ ਪਿੱਛਾ ਕਰਦਾ, ਦਰਿਆ ਪਾਰ ਕੀਤਾ, ਲਾਹੌਰ ਪਹੁੰਚਿਆ। ਜਿਹੜੇ ਵੀ ਰਾਹ ਵਿੱਚ ਉਹਨੂੰ ਪਤਾ ਲੱਗਦਾ ਗਿਆ ਕਿ ਖੁਸਰੋ ਦੀ ਮਦਦ ਕੀਤੀ, ਜਿੱਥੇ ਖੁਸਰੋ ਠਹਿਰਿਆ ਉਹਨਾਂ ਨੂੰ ਬੜੀਆਂ ਕਰੜੀਆਂ ਸਜ਼ਾਵਾਂ ਦਿੱਤੀਆਂ। ਪਰ ਉਦੋਂ ਤੱਕ ਜਦੋਂ ਤੱਕ ਇਹ ਮਤਲਬ ਸਾਰਾ ਸਿਲਸਿਲਾ ਖੁਸਰੋ ਨੂੰ ਫੜ ਲੈਣਾ, ਸਭ ਕੁਝ ਕਰ ਲੈਣਾ ਸੀਗਾ, ਹੋ ਗਿਆ,
ਤੇ ਉਹ ਜਹਾਂਗੀਰ ਦਾ ਕਦਾਚਿਤ ਧਿਆਨ ਇਸ ਪਾਸੇ ਨਹੀਂ ਸੀਗਾ ਵੀ ਕੋਈ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਸਿੱਖੀ ਦੀ ਜਿਹੜੀ ਲਹਿਰ ਆ ਉਹ ਬੜੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ। ਤੇ ਉਹਦੇ ਉਸ ਵੇਲੇ ਮਤਲਬ ਹੋਇਆ ਕਿ ਭਈ ਉਹਦਾ ਜਿਹੜਾ ਖੁਸਰੋ ਦੀ ਹਮਾਇਤ ਕਰਨ ਵਾਲਿਆਂ ਦੇ ਵਾਸਤੇ ਉਹਦੇ ਦਿਲ 'ਚ ਬਹੁਤ ਗੁੱਸਾ ਸੀਗਾ ਜਹਾਂਗੀਰ, ਮਤਲਬ ਪੂਰਾ ਭਾਂਬੜ ਉਹਦੇ ਬਲ ਰਿਹਾ ਸੀਗਾ। ਉਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸ਼ੇਖ ਅਹਿਮਦ ਸਰਹੰਦੀ ਗੁਰਦੀਪ ਸਿੰਘ ਤੇ ਸ਼ੇਖ ਫਰੀਦ ਬੁਖਾਰੀ ਇਹਨਾਂ ਦੀ ਚੰਡਾਲ ਚੌਂਕੜੀ ਨੇ ਇੱਕ ਫਿਰ ਸਾਜ਼ਿਸ਼ ਰਚੀ। ਉੱਥੇ ਸਾਜ਼ਿਸ਼ ਕੀ ਸੀਗੀ ਵੀ ਇੱਕ ਫਰਜ਼ੀ ਸ਼ਿਕਾਇਤ ਜਹਾਂਗੀਰ ਦੇ ਕੋਲ ਪਹੁੰਚਾਤੀ ਵੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੋਇੰਦਵਾਲ ਵਿਖੇ ਭੱਜੇ ਆਉਂਦੇ ਜਿਹੜਾ ਬਾਗੀ ਖੁਸਰੋ ਸੀਗਾ ਉਹਨੂੰ ਆਸਰਾ ਦਿੱਤਾ, ਉਹਦੀ ਮਦਦ ਕੀਤੀ। ਉਹ ਇਸ ਕਰਕੇ ਕਿਹਾ ਤਾਂ ਕਿ ਉਹ ਜਹਾਂਗੀਰ ਦਾ ਟੱਕਰਾ ਕਰ ਸਕੇ, ਉਹਨੂੰ ਅਸ਼ੀਰਵਾਦ ਵੀ ਦਿੱਤੀ। ਫਿਰ ਕਹਿੰਦੇ ਉਹਦੇ ਮੱਥੇ ਤੇ ਕੇਸਰ ਦਾ ਤਿਲਕ ਲਾਇਆ। ਇਹ ਫਰਜ਼ੀ ਕਹਾਣੀ ਸਿਰਫ ਇਸ ਲਈ ਘੜੀ ਤਾਂ ਕਿ ਜਹਾਂਗੀਰ ਦੇ ਗੁੱਸੇ ਨੂੰ ਭੜਕਾਇਆ ਜਾ ਸਕੇ ਤੇ ਖੁਸਰੋ ਦੇ ਹਮਾਇਤੀਆਂ ਦੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਵੀ ਖੌਫਨਾਕ ਕਸ਼ਟ ਦੇ ਕੇ ਸ਼ਹੀਦ ਕਰਾ ਦਿੱਤਾ ਜਾਵੇ। ਹੁਣ ਅਸਲੀ ਗੱਲ ਇਹ ਹੈ ਕਿ ਕੋਈ ਸ਼ੱਕ ਨਹੀਂ ਵੀ ਖੁਸਰੋ ਦੀ ਮਦਦ ਕਰਨ ਬਾਰੇ ਗੁਰੂ ਪਾਤਸ਼ਾਹ ਦੇ ਖਿਲਾਫ ਕੀਤੀ ਸ਼ਿਕਾਇਤ ਜਿਹੜੀ ਉਹ ਬਿਲਕੁਲ ਝੂਠੀ ਸੀਗੀ, ਨਿਰਮੂਲ ਸੀਗੀ। ਪਰ ਕਿਉਂਕਿ ਜਹਾਂਗੀਰ ਦਾ ਗੁੱਸੇ ਨਾਲ ਭਰਿਆ ਪਿਆ ਸੀ, ਉਹਨੂੰ ਤਾਂ ਹੁਣ ਸੁਝਦਾ ਕੋਈ ਨਹੀਂ, ਤਾਂ ਜੇ ਕੋਈ ਮਾੜਾ ਜਿਹਾ ਵੀ ਦੱਸਦਾ ਵੀ ਖੁਸਰੋ ਦੀ ਕਿਹਨੇ ਹੈਲਪ ਕੀਤੀ ਆ ਤੇ ਉਹਦੇ ਲਈ ਇੱਕੋ ਹੀ ਸੀ ਵੀ ਸਜ਼ਾਏ ਮੌਤ। ਫਿਰ ਉਹਦਾ ਸਾਰਾ ਪ੍ਰਤੀ ਕਰਮ ਜਿਹੜਾ ਉਦੋਂ ਜਦੋਂ ਕੋਈ ਸ਼ਿਕਾਇਤ ਹੋਈ ਆ ਉਹਦਾ ਜੋ ਉਹਦੇ ਦਿਲ ਤੇ ਜੋ ਅਸਰ ਹੋਇਆ ਗੁਰੂ ਸਾਹਿਬ ਪ੍ਰਤੀ ਜਾਂ ਸਿੱਖ ਗੁਰੂ ਘਰ ਪ੍ਰਤੀ ਜਾਂ ਸਿੱਖ ਕੌਮ ਪ੍ਰਤੀ, ਉਹ ਆਪਣੀ ਸਵੈ ਜੀਵਨੀ ਦੇ ਵਿੱਚ ਲਿਖਦਾ ਬੜਾ ਆਪਣੇ ਹੱਥੀਂ। ਔਰ ਉਹ ਜਿਹੜੀ ਲਿਖਤ ਆ ਉਹ ਬੜਾ ਧਿਆਨ ਦੇ ਮੰਗ ਕਰਦੀ ਆ। ਉਹਦੇ ਵਿੱਚੋਂ ਬਹੁਤ ਰਾਜ਼ ਜਿਹੜੇ ਆ ਉਹ ਖੁੱਲ ਕੇ ਸਾਹਮਣੇ ਆਉਂਦੇ ਆ। ਉਹਨਾਂ ਜਿਹੜਾ ਜਹਾਂਗੀਰ ਨੇ ਇਹਦੇ ਵਿੱਚ ਜਿਹੜਾ ਲਿਖਿਆ ਉਹਦੀ ਜਿਹੜੀ ਆਪਣੀ ਲਿਖਤ ਹੈਗੀ ਆ ਉਹਨੂੰ ਆਪਾਂ ਬਹੁਤ ਵਾਰੀ ਸਟੇਜਾਂ ਤੋਂ ਪ੍ਰਚਾਰਕਾਂ ਤੋਂ ਸੁਣਦੇ ਆ ਪਈ ਤੁਜ਼ਕੇ ਜਹਾਂਗੀਰੀ। ਇਹ ਬਾਦਸ਼ਾਹ ਨੂੰ ਇੱਕ ਸੀਗਾ ਵੀ ਆਪਣੀ ਇਹ ਆਪ ਲਿਖਦੇ ਸੀਗੇ ਜੀਵਨੀਆਂ, ਕੋਈ ਤੁਜ਼ਕੇ ਜਹਾਂਗੀਰੀ, ਕੋਈ ਤੁਜ਼ਕੇ ਬਾਬਰੀ, ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਂ ਰੱਖੇ ਜਾਂਦੇ ਸੀਗੇ। ਸੋ ਜਿਹੜਾ ਜਹਾਂਗੀਰ ਆ ਉਹਨੇ ਆਪਣੀ ਤੁਜ਼ਕੇ ਜਹਾਂਗੀਰੀ ਵਿੱਚ ਜਿਹੜਾ ਜੋ ਕੁਝ ਲਿਖਿਆ ਉਹ ਆਪਣਾ ਮੈਂ ਹੂਬਹੂ ਆਪਣੇ ਮੇਰੇ ਕੋਲ ਪਿਆ ਹੈਗਾ, ਮੈਂ ਪੜ੍ਹ ਕੇ ਤੁਹਾਨੂੰ ਇਹ ਤੇ ਸਾਂਝਾ ਕਰਦਾ ਸਰੋਤਿਆਂ ਨਾਲ ਵੀ। ਉਹ ਕਹਿੰਦਾ ਲਿਖਦਾ ਵੀ ਗੋਇੰਦਵਾਲ ਵਿੱਚ ਜੋ ਬਿਆਸ ਨਦੀ ਦੇ ਕਿਨਾਰੇ ਤੇ ਹੈ, ਪੀਰਾਂ ਬਜ਼ੁਰਗਾਂ ਦੇ ਭੇਸ ਵਿੱਚ ਗੁਰੂ ਅਰਜਨ ਨਾਮ ਦਾ ਇੱਕ ਹਿੰਦੂ ਰਹਿੰਦਾ ਸੀ। ਉਸਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬਹੁਤ ਸਾਰੇ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੀ ਰਹਿਤ ਬੈਤ ਦਾ ਸ਼ਰਧਾਲੂ ਬਣਾ ਕੇ ਆਪਣਾ ਵਲੀ ਤੇ ਪੀਰ ਹੋਣ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਕਹਿੰਦੇ ਸਨ। ਸਾਰਿਆਂ ਪਾਸੇ ਤੋਂ ਫਰੇਬੀ ਤੇ ਠੱਗੀ ਪਸੰਦ ਲੋਕ ਉਸ ਕੋਲ ਆ ਕੇ ਉਸ ਉੱਤੇ ਪੂਰਾ ਇਤਕਾਦ ਅਤੇ ਸ਼ਰਧਾ ਦਾ ਇਜ਼ਹਾਰ ਕਰਦੇ ਸਨ। ਕਿੱਦਾਂ 3-4 ਪੀੜ੍ਹੀਆਂ ਤੋਂ ਉਹਨਾਂ ਦੀ ਇਹ ਦੁਕਾਨ ਗਰਮ ਸੀ। ਕਿਤਨੇ ਸਮੇਂ ਤੋਂ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਸੀ ਕਿ ਝੂਠ ਦੀ ਇਸ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ ਗੁਰੂ ਨੂੰ ਮੁਸਲਮਾਨੀ ਮਤ ਵਿੱਚ ਲੈ ਕੇ ਆਉਣਾ ਚਾਹੀਦਾ ਹੈ। ਇਹ ਸ਼ਹਾਦਤ ਤੋਂ ਬਾਅਦ ਦੀ ਲਿਖਤ ਆ, ਇਸੇ ਕਰਕੇ ਇਹਦਾ ਜਿਹੜਾ ਹੈਗਾ ਆ ਕੀ ਕਹਿੰਦੇ ਹੁੰਦੇ ਆ ਟੈਂਸ ਉਹ ਪਾਸਟ ਵਿੱਚ ਚੱਲ ਰਿਹਾ। ਕਹਿੰਦਾ ਇਹਨਾਂ ਦਿਨਾਂ ਵਿੱਚ ਹੀ ਖੁਸਰੋ ਨੇ ਇਹ ਦਰਿਆ ਪਾਰ ਕੀਤਾ। ਇਸ ਜਾਹਲ ਤੇ ਹਕੀਰ ਖੁਸਰੋ ਨੇ ਇਰਾਦਾ ਕੀਤਾ ਕਿ ਉਹ ਇਸ ਦੇ ਨਜ਼ਦੀਕ ਹੋਏ। ਉਸਨੇ ਗੁਰੂ ਦੇ ਰਹਿਣ ਦੇ ਡੇਰੇ ਤੇ ਆਪਣਾ ਪੜਾਅ ਕੀਤਾ। ਇਹ ਉਸ ਨੂੰ ਮਿਲਿਆ ਤੇ ਕਈ ਮਿੱਥੀਆਂ ਹੋਈਆਂ ਗੱਲਾਂ ਉਸ ਨੂੰ ਸੁਣਾਈਆਂ ਤੇ ਕੇਸਰ ਨਾਲ ਇੱਕ ਉਂਗਲੀ ਉਸ ਦੇ ਮੱਥੇ ਤੇ ਲਗਾਈ, ਜਿਸ ਨੂੰ ਹਿੰਦੂ ਤਿਲਕ ਕਹਿੰਦੇ ਹਨ ਅਤੇ ਚੰਗਾ ਸ਼ਗਨ ਕਰਕੇ ਸਮਝਦੇ ਹਨ। ਜਦ ਇਹ ਗੱਲ ਮੇਰੇ ਕੰਨਾਂ ਵਿੱਚ ਪਈ ਤਦ ਮੈਂ ਅੱਗੇ ਹੀ ਇਹਨਾਂ ਦੀ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ, ਭਾਵ ਗੁਰੂ ਅਰਜਨ ਦੇਵ ਜੀ ਨੂੰ, ਅਤੇ ਉਸ ਦੇ ਘਰ ਘਾਟ ਤੇ ਬੱਚਿਆਂ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਜਾਵੇ। ਮੁਰਤਜ਼ਾ ਖਾਨ ਜਿਹੜਾ ਉਹ ਸ਼ੇਖ ਫਰੀਦ ਬੁਖਾਰੀ ਸੀਗਾ। ਮੁਰਤਜ਼ਾ ਖਾਨ ਦਾ ਖਿਤਾਬ ਉਹਨੂੰ ਉਦੋਂ ਮਿਲਿਆ ਜਦੋਂ ਖੁਸਰੋ ਦੇ ਨਾਲ ਉਹ ਕਿਲੇ ਦੇ ਵਿੱਚ ਲਾਹੌਰ ਵਿੱਚ ਜੰਗ ਕੀਤੀ ਤੇ ਇਹਨੂੰ ਕਿਲਾ ਜਿਹੜਾ ਸੀ ਉਹ ਫਤਿਹ ਕੀਤਾ ਤੇ ਖੁਸਰੋ ਨੂੰ ਉੱਥੋਂ ਭਜਾਤਾ ਕਿ ਉਸ ਨੂੰ ਹੁਕਮ ਕਹਿੰਦਾ ਮੈਂ ਦਿੱਤਾ ਫਿਰ ਗੁਰੂ ਅਰਜਨ ਦੇਵ ਨੂੰ ਜਿਹੜਾ ਫੜ ਕੇ ਉਸ ਨੂੰ ਸਿਆਸਤ ਅਤੇ ਯਾਸਾ ਦੇ ਸਖਤ ਕਾਨੂੰਨ ਹੇਠ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ। ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ਇਹ ਜਿਹੜੀ ਲਿਖਤ ਆ ਜਹਾਂਗੀਰ ਦੀ ਆਪਣੇ ਹੱਥ ਲਿਖਤ, ਇਹ ਬੜੀ ਅਹਿਮੀਅਤ ਰੱਖਦੀ ਆ। ਹੁਣ ਇਸ ਚਿੱਠੀ ਦੇ ਵਿੱਚੋਂ ਗੁਰਦੀਪ ਸਿੰਘ ਜੀ ਜਿਹੜੇ ਸਾਡੇ ਵਿਦਵਾਨ ਲੋਕ ਨੇ ਉਹ ਕੁਝ ਨੁਕਤੇ
ਉਠਾਉਂਦੇ ਨੇ, ਲੱਭਦੇ ਨੇ ਹਕੀਕਤ ਲਈ। ਉਹ ਕਹਿੰਦੇ ਇਸ ਚਿੱਠੀ ਤੋਂ ਜੋ ਜਿਹੜੇ ਨੁਕਤੇ ਆ ਉਹ ਚੰਗੀ ਤਰ੍ਹਾਂ ਜਿਹੜੇ ਸਮਝਣੇ ਚਾਹੀਦੇ ਆ, ਸਾਡੇ ਜ਼ਿਹਨ ਨਸ਼ੀਨ ਹੋਣੇ ਚਾਹੀਦੇ, ਉਹ ਇਹ ਆ। ਨੰਬਰ 1 ਵੀ ਗੁਰੂ ਅਰਜਨ ਦੇਵ ਜੀ ਹਿੰਦੂ ਨਹੀਂ ਸਨ। ਉਹਨਾਂ ਦਾ ਆਪਣਾ ਇੱਕ ਸੰਪੂਰਨ ਤੇ ਸੁਤੰਤਰ ਮਤ ਸੀ। ਪਰ ਜਦ ਮੁਸਲਮਾਨਾਂ ਨੇ ਹਿੰਦ ਵਿੱਚ ਮੁਸਲਮਾਨੀ ਮਤ ਦਾ ਪ੍ਰਚਾਰ ਆਰੰਭ ਕੀਤਾ ਸੀ ਤਾਂ ਉਸ ਵੇਲੇ ਮੁੱਖ ਰੂਪ ਵਿੱਚ ਵਿਰੋਧੀ ਮਤ ਸਿਰਫ ਤੇ ਸਿਰਫ ਹਿੰਦੂ ਹੀ ਸੀ। ਸੋ ਗੁਰੂ ਅਰਜਨ ਪਾਤਸ਼ਾਹ ਨੂੰ ਇਸਲਾਮ ਵਿਰੋਧੀ ਜਾਣ ਕੇ ਜਹਾਂਗੀਰ ਨੇ ਹਿੰਦੂ ਲਿਖਿਆ। ਨੰਬਰ 2 ਪਿੱਛੇ ਬਿਆਨ ਕੀਤੇ ਜਾ ਚੁੱਕੇ ਇਸ ਵਿਚਾਰ ਦੀ ਜਿਹੜੀ ਜਹਾਂਗੀਰ ਦੀ ਲਿਖਤ ਤੋਂ ਪੁਸ਼ਟੀ ਹੋ ਜਾਂਦੀ ਹੈ ਕਿ ਬੇਸ਼ੁਮਾਰ ਹਿੰਦੂ ਸਿੱਖ ਮਤ ਦੇ ਦਾਇਰੇ ਵਿੱਚ ਆ ਚੁੱਕੇ ਸਨ ਅਤੇ ਧੜਾ-ਧੜ ਆ ਰਹੇ ਸਨ। ਇਸ ਸੱਚਾਈ ਨੂੰ ਦਬਰਿਸਤਾਨ ਮਜ਼ਾਹਬ ਦੇ ਕਰਤਾ ਜਿਹਨੂੰ ਕਿ ਮੁਹਸਿਨ ਫਾਨੀ ਕਹਿੰਦੇ ਆ, ਉਹਨੇ ਵੀ ਲਿਖਿਆ ਕਿ ਹਰ ਗੁਰੂ ਜਾਮੇ ਵਿੱਚ ਸਿੱਖਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੁੰਦਾ ਗਿਆ ਅਤੇ ਗੁਰੂ ਅਰਜਨ ਦੇਵ ਜੀ ਤੱਕ ਆਉਂਦਿਆਂ ਇਹ ਗਿਣਤੀ ਬਹੁਤ ਵੱਧ ਗਈ ਸੀ। ਦੇਸ਼ ਵਿੱਚ ਬਹੁਤ ਘੱਟ ਸ਼ਹਿਰ ਜਾਂ ਕਸਬੇ ਐਸੇ ਸਨ ਜਿੱਥੇ ਕੁਝ ਨਾ ਕੁਝ ਗਿਣਤੀ ਵਿੱਚ ਸਿੱਖ ਨਾ ਰਹਿੰਦੇ ਹੋਣ। ਅਗਲੀ ਗੱਲ ਕਿ ਜਹਾਂਗੀਰ ਦੀ ਲਿਖਤ ਇਸ ਗੱਲ ਦੀ ਵੀ ਪ੍ਰੋੜਤਾ ਕਰ ਦਿੰਦੀ ਹੈ ਕਿ ਬਹੁਤ ਸਾਰੇ ਮੁਸਲਮਾਨ ਵੀ ਸਿੱਖ ਬਣ ਚੁੱਕੇ ਸਨ। ਇਹ ਗੱਲ ਵੱਖਰੀ ਹੈ ਕਿ ਉਹ ਉਹਨਾਂ ਮੁਸਲਮਾਨਾਂ ਨੂੰ ਜਹਾਂਗੀਰ ਆਪਣੀ ਤੰਗਦਿਲੀ ਕਾਰਨ ਬੇਸਮਝ, ਮੂਰਖ ਤੇ ਜਾਹਲ ਲਿਖਦਾ ਹੈ। ਇਸ ਲਿਖਤ ਤੋਂ ਇੱਕ ਗੱਲ ਹੋਰ ਸਪਸ਼ਟ ਹੁੰਦੀ ਗੁਰਦੀਪ ਸਿੰਘ ਜੀ ਕਿ ਗੁਰੂ ਅਰਜਨ ਦੇਵ ਦੇ ਜ਼ਮਾਨੇ ਦੀ ਜਿੱਦਾਂ ਮਸ਼ਹੂਰ ਸ਼ਖਸੀਅਤ ਸਨ ਅਤੇ ਦੂਰ ਦੂਰ ਤੱਕ ਜਾਣੇ ਜਾਂਦੇ ਸਨ। ਪੰਜਵੀਂ ਗੱਲ ਇਹ ਇਸ ਵੱਲ ਵੀ ਇਸ਼ਾਰਾ ਕਰਦੀ ਹੈ ਲਿਖਤ ਕਿ ਦੂਰ ਦਰਾਡੇ ਤੋਂ ਸਿੱਖ ਆ ਕੇ ਆਪਣੇ ਆਪ ਨੂੰ ਗੁਰੂ ਘਰ ਨਾਲ ਸੰਬੰਧਿਤ ਕਰਦੇ ਸਨ ਅਤੇ ਗੁਰੂ ਨਾਨਕ ਦੀ ਗੱਦੀ ਦੀ ਸ਼ਾਨ ਬਹੁਤ ਚੜ੍ਹਦੀਆਂ ਕਲਾਂ ਵਿੱਚ ਸੀ। ਛੇਵੀਂ ਗੱਲ ਸਿੱਖਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਲਈ ਅਟੁੱਟ ਸ਼ਰਧਾ ਤੇ ਪੂਰਾ ਭਰੋਸਾ ਤੇ ਯਕੀਨ ਸੀ। ਸੱਤਵਾਂ ਨੁਕਤਾ ਜਹਾਂਗੀਰ ਚੂੰਕਿ ਅਜੇ ਨਵਾਂ ਹੀ ਸ਼ੇਖ ਅਹਿਮਦ ਸਰਹੰਦੀ ਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆਇਆ ਸੀ, ਇਸ ਲਈ ਨਵਾਂ ਮੁਸਲਮਾਨ ਅੱਲਾ ਅੱਲਾ ਪੁਕਾਰੇ ਦੀ ਲੋਕ ਉਕਤੀ ਮੁਤਾਬਕ ਉਸਨੇ ਇਸਲਾਮ ਦਾ ਬਾਦਸ਼ਾਹ ਹੋਣ ਦਾ ਸਬੂਤ ਵੀ ਦਿੱਤਾ ਹੈ। ਉਹ ਤੰਗਦਿਲ ਮੁਤਸਵੀ ਰੁਪਈਏ ਕਾਰਨ ਸੰਸਾਰ ਦੇ ਇੱਕ ਮਾਤਰ ਸਚਾਈ ਅਤੇ ਨੇਕੀ ਦੇ ਘਰ ਨੂੰ ਝੂਠ ਦੀ ਦੁਕਾਨ ਕਰਕੇ ਸੰਬੋਧਨ ਕਰਦਾ ਹੈ। ਅਸੀਂ ਪਿੱਛੇ ਉਹਦੀ ਚਿੱਠੀ ਪੜ੍ਹੀ ਨਾ ਜਿਹੜੀ, ਉਹਦੇ ਵਿੱਚ ਕਹਿੰਦਾ ਵੀ ਮੇਰੀ ਇਹ ਝੂਠ ਦੀ ਦੁਕਾਨ ਬੰਦ ਕਰਨ ਦਾ ਕਈਆਂ ਚਿਰਾਂ ਦਾ ਇਰਾਦਾ ਸੀ। 8ਵੀਂ ਗੱਲ ਕਹਿੰਦੇ ਤਖਤ ਲੈਣ ਤੋਂ ਪਹਿਲੇ ਸ਼ੇਖ ਬੁਖਾਰੀ ਤੇ ਕੱਟੜ ਮੁਸਲਮਾਨਾਂ ਨਾਲ ਜਹਾਂਗੀਰ ਨੇ ਜੋ ਵਾਅਦੇ ਕੀਤੇ ਸਨ ਉਸ ਦਾ ਵੀ ਉਸ ਨੂੰ ਪੂਰਨ ਚੇਤਾ ਸੀ। ਉਹ ਵਾਅਦੇ ਸਨ ਗੈਰ ਮੁਸਲਿਮ ਕਾਫਰਾਂ ਦਾ ਦਮਨ ਜਾਂ ਕੁਚਲਣ ਬਾਰੇ। ਉਸਨੇ ਸਪਸ਼ਟ ਮੰਨਿਆ ਹੈ ਕਿ ਉਹ ਕਾਫੀ ਦਿਨਾਂ ਤੋਂ ਸਿੱਖੀ ਦੇ ਇਸ ਮਹਾਨ ਸੋਮੇ ਨੂੰ ਬੰਦ ਕਰਨ ਬਾਰੇ ਸੋਚ ਰਿਹਾ ਸੀ। ਇਹੋ ਗੱਲ ਹੀ ਦਰਅਸਲ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦਾ ਮੁੱਖ ਕਾਰਨ ਹੈ। ਨੰਬਰ 9 ਖੁਸਰੋ ਨੂੰ ਗੁਰੂ ਅਰਜਨ ਦੇਵ ਜੀ ਦੇ ਮਿਲਣ ਤੇ ਸਹਾਇਤਾ ਲੈਣ ਬਾਰੇ ਜੋ ਬੇਬੁਨਿਆਦ ਸ਼ਿਕਾਇਤ ਇੱਕ ਸਾਜ਼ਿਸ਼ ਦੇ ਤੌਰ ਤੇ ਜਹਾਂਗੀਰ ਨੂੰ ਕੀਤੀ ਗਈ ਸੀ ਉਸ ਦਾ ਵੀ ਸਪਸ਼ਟ ਜ਼ਿਕਰ ਹੈ। ਇਸ ਸ਼ਿਕਾਇਤ ਵਿੱਚ ਇਹ ਗੱਲ ਕਿ ਬਿਆਸ ਦੇ ਕਿਨਾਰੇ ਗੋਇੰਦਵਾਲ ਵਿਖੇ ਖੁਸਰੋ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਅਤੇ ਉਸਨੇ ਗੁਰੂ ਸਾਹਿਬ ਪਾਸੋਂ ਸਹਾਇਤਾ ਲਈ ਅਤੇ ਅਸ਼ੀਰਵਾਦ ਪ੍ਰਾਪਤ ਕੀਤੀ। ਕਿਉਂਕਿ ਗੁਰੂ ਅਰਜਨ ਦੇਵ ਜੀ ਉਹਨਾਂ ਦਿਨਾਂ ਵਿੱਚ ਗੋਇੰਦਵਾਲ ਵਿਖੇ ਹੈ ਹੀ ਨਹੀਂ ਸਨ। ਇਹ ਸਾਰੀ ਗੱਲ ਇੱਕ ਘ੍ਰਿਣਿਤ ਸਾਜ਼ਿਸ਼ ਦੇ ਰੂਪ ਵਿੱਚ ਜ਼ਾਹਰ ਹੋ ਜਾਂਦੀ ਹੈ। ਬਿਲਕੁਲ ਇੱਥੇ ਵੀ ਇੱਕ ਹੋਰ ਨੁਕਤਾ ਹੈਗਾ ਨਾ, ਜੇ ਗੌਰਤਲਬ ਗੱਲ ਆ ਵੀ ਜਦੋਂ ਆ ਕਿਹਾ ਜਾਂਦਾ ਆ ਸ਼ਿਕਾਇਤ ਦੇ ਵਿੱਚ ਬਈ ਗੁਰੂ ਨੇ ਨਾ ਤਾਂ ਆਸ਼ੀਰਵਾਦ ਦਿੱਤਾ ਖੁਸਰੋ ਨੂੰ, ਨਾਲੇ ਉਹਦੇ ਮੱਥੇ ਤੇ ਕੇਸਰ ਦਾ ਤਿਲਕ ਲਾਇਆ। ਹੁਣ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਿਹੜੇ ਜਨੇਊ ਤਾਂ ਤਿਲਕ ਦਾ ਧਾਰਨ ਕਰਨਾ, ਉਦੋਂ ਤੋਂ ਗੁਰੂ ਨਾਨਕ ਦੇਵ ਜੀ ਤੋਂ ਖੰਡਨ ਹੋ ਰਿਹਾ ਸੀਗਾ ਇਸ ਗੱਲ ਦਾ। ਤਾਂ ਹੁਣ ਉਹੀ ਗੁਰੂ ਸਾਹਿਬਾਨ ਤਿਲਕ ਲਾ ਕੇ ਉਹਨੂੰ ਆਸ਼ੀਰਵਾਦ ਦੋਗੇ, ਇੱਥੇ ਝੂਠ ਸਾਬਤ ਹੋ ਜਾਂਦਾ। ਬਿਲਕੁਲ ਜਿੱਦਾਂ ਹੁਣ ਸਿੱਖਾਂ ਨੂੰ ਸੋਚਣ ਦੀ ਲੋੜ ਆ, ਜਿੱਦਾਂ ਹੁਣ ਅਸੀਂ ਦੂਜਿਆਂ ਦੀ ਮਤ ਨਹੀਂ ਚੇਂਜ ਕਰ ਸਕਦੇ। ਜਿੱਦਾਂ ਹੁਣ ਜਹਾਂਗੀਰ ਜੋ ਲਿਖਦਾ ਆਪਣੇ ਚਿੱਠੀ ਦੇ ਵਿੱਚ ਉਹਨੂੰ ਅਸੀਂ ਬਦਲ ਨਹੀਂ ਕਰ ਸਕਦੇ। ਉਹ ਜਿੰਨਾ ਜੇ ਦੁਨੀਆ ਰਹੇਗੀ, ਕੌਮਾਂ ਰਹਿਣਗੀਆਂ, ਇਹ ਚਿੱਠੀ ਇਸ ਤਰ੍ਹਾਂ ਹੀ ਰਹੇਗੀ। ਨਾਲੇ ਪਰ ਇਹਨੂੰ ਅਸੀਂ ਕਿਸ ਤਰ੍ਹਾਂ ਲੈਣਾ ਹੈ, ਇਹ ਚੋਂ ਨਤੀਜੇ ਕੀ ਕੱਢਣੇ ਆ, ਉਹ ਸਾਡੀ ਸਮਝ ਤੇ ਆ। ਉਸ ਐਂਗਲ ਤੋਂ ਸੋਚਦਾ ਸੀ। ਉਹਨੂੰ ਜਿਹੜਾ ਇਨਫੋਰਮੇਸ਼ਨ ਦਿੱਤੀ ਗਈ ਸੀ ਉਹ ਗਲਤ ਦਿੱਤੀ ਗਈ ਸੀ। ਤਾਂ ਸਾਨੂੰ ਸਿੱਖਾਂ ਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਆ, ਹੋਰ ਕਿਸੇ ਵੀ ਚੀਜ਼ ਤੇ ਨਹੀਂ। ਬਿਲਕੁਲ ਜਿਹੜਾ ਗੁਰੂ ਜਨੇਊ ਤਾਂ ਤਿਲਕ ਤਿਆਗ ਚੁੱਕਾ ਸੀ, ਉਹ ਹੋਰ ਕਿਸੇ ਬੰਦੇ ਨੂੰ ਤਿਲਕ ਕਿੱਦਾਂ ਲਾਉਣ ਦਾ ਬਈ
ਉਹ ਰਸਮ ਨੂੰ ਕਿਵੇਂ ਅਪਣਾ ਸਕਦੇ ਜਾਂ ਨਿਭਾ ਸਕਦੇ ਆ। ਬਿਲਕੁਲ। ਫਿਰ ਉਹ ਚਿੱਠੀ ਵਿੱਚ ਇਹ ਵੀ ਜ਼ਿਕਰ ਆ ਕਿ ਹਿੰਦੂ ਇਸ ਨੂੰ ਤਿਲਕ ਕਹਿੰਦੇ ਹਨ ਤੇ ਇਸ ਨੂੰ ਚੰਗਾ ਸ਼ਗਨ ਕਰਕੇ ਮੰਨਦੇ ਹਨ। ਹੁਣ ਸ਼ਗਨ ਅਪਸ਼ਗਨ ਦਾ ਤਾਂ ਗੁਰੂ ਘਰ ਦੇ ਵਿੱਚੋਂ ਮੁੰਡੋਂ ਜੜੋਂ ਪੁੱਟ ਕੇ ਸਿੱਟਤੀ ਗੱਲ ਵੀ ਨਾ ਕੋਈ ਸ਼ਗਨ ਅਪਸ਼ਗਨ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ। ਬਿਲਕੁਲ ਜੀ, ਸਾਰੇ ਦਿਨ ਇੱਕੋ ਜਿਹੇ, ਸਾਰੇ ਵਕਤ ਇੱਕੋ ਜਿਹੇ। ਬਿਲਕੁਲ। ਸੋ ਇਸ ਕਰਕੇ ਜੇ ਤਿਲਕ ਲਾਉਣਾ ਜਾਂ ਆਸ਼ੀਰਵਾਦ ਦੇਣ ਦੀ ਘਟਨਾ ਆਪਣੇ ਆਪ ਹੀ ਬੇਬੁਨਿਆਦ ਆ ਔਰ ਇਸ ਸਾਰੀ ਸਾਜ਼ਿਸ਼ ਦਾ ਜਿਹੜਾ ਉਹ ਰਾਜ ਖੋਲ ਦਿੰਦੀ ਆ। ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਸ਼ਰਾਬ ਤਾਂ ਆਸ਼ੀਰਵਾਦ ਬਾਰ ਦੀ, ਇੱਥੇ ਉਹ ਸੇਮ ਫਿਲਾਸਫੀ ਸ਼ੁਭ ਤਾਂ ਅਸ਼ੁਭ ਹਾਂ ਉਹ ਇਹਦੇ ਤੇ ਲਾਗੂ ਹੋ ਜਾਂਦੀ ਆ। ਸਿੱਖ ਮਤ ਦੇ ਵਿੱਚ ਇਹਦੀ ਕੋਈ ਥਾਂ ਹੈ ਨਹੀਂ, ਬਿਲਕੁਲ ਨਹੀਂ। ਦੂਜੀ ਜਿਹਦਾ ਤੁਸੀਂ ਪਹਿਲਾਂ ਗੱਲ ਕੀਤੀ ਆ ਪਹਿਲੇ ਗੁਰੂ ਸਾਹਿਬਾਨ ਤੋਂ ਇਸ ਚੀਜ਼ ਦਾ ਖੰਡਨ ਸੀ। ਹੁਣ ਪਹਿਲੇ ਸਤਿਗੁਰੂਆਂ ਕੋਲ ਹਮਾਂਜੂ ਆਇਆ, ਅਕਬਰ ਆਇਆ, ਬਾਦਸ਼ਾਹ ਆਉਂਦੇ ਰਹੇ, ਪਰ ਸਾਰੇ ਪਹਿਲੇ ਹੋ ਚੁੱਕੇ। ਸਿੱਖ ਇਤਿਹਾਸ ਵਿੱਚ ਕਿਤੇ ਵੀ ਕੋਈ ਐਸਾ ਇਸ਼ਾਰਾ ਨਹੀਂ ਮਿਲਦਾ ਕਿ ਕਿਸੇ ਗੁਰੂ ਸਾਹਿਬ ਨੇ ਬਾਦਸ਼ਾਹ, ਨਵਾਬ, ਰਾਜੇ, ਮਹਾਰਾਜੇ ਜਾਂ ਅਮੀਰ ਵਜ਼ੀਰ ਨੂੰ ਕਦੇ ਕਿਸੇ ਕਿਸਮ ਦਾ ਤਿਲਕ ਲਾਇਆ ਹੋਵੇ, ਕਿਉਂਕਿ ਐਸੀ ਫੋਕੀ ਰਸਮ ਗੁਰੂ ਘਰ ਵਿੱਚ ਕਦੀ ਵੀ ਨਹੀਂ ਰਹੀ। ਫਿਰ ਜਹਾਂਗੀਰ ਦਾ ਇਹ ਲਿਖਣਾ ਕਿ ਹਿੰਦੂ ਇਸ ਨੂੰ ਚੰਗਾ ਸ਼ਗਨ ਕਰਕੇ ਮੰਨਦੇ ਹਨ, ਇਹ ਸਾਰੀ ਚਿੱਠੀ ਦੀ ਝੂਠ ਦੀ ਜਿਹੜੀ ਸਾਜ਼ਿਸ਼ ਆ ਉਹ ਉਗੜ ਕੇ ਸਾਹਮਣੇ ਆ ਜਾਂਦੀ ਆ। ਅੱਛਾ, ਅਖੀਰ ਤੇ ਗੁਰੂ ਅਰਜਨ ਦੇਵ ਜੀ ਜਿਹੜਾ ਅਗਲਾ ਨੁਕਤਾ ਆ ਉਹ ਸਮਝਣਾ ਗੁਰਦੀਪ ਸਿੰਘ ਬਹੁਤ ਅਹਿਮ ਆ। ਹਾਂਜੀ, ਉਹ ਨਾਲ ਅਸੀਂ ਜਿਹੜੀ ਅੱਗੇ ਇੱਕ ਅਗਲੀ ਗੱਲ ਤੁਸੀਂ ਕਰਨੀ ਉਹਦੇ ਵੱਲ ਨੂੰ ਇਹ ਲਿੰਕ ਜੁੜ ਰਿਹਾ। ਉਹ ਕਹਿੰਦੇ ਗੁਰੂ ਅਰਜਨ ਦੇਵ ਜੀ ਜੈਸੇ ਮਹਾਨ ਧਾਰਮਿਕ ਆਗੂ ਜੋ ਹਿੰਦੂਆਂ ਤੇ ਸਾਊ ਮੁਸਲਮਾਨਾਂ ਪਾਸੋਂ ਇੱਕੋ ਜਿਹਾ ਸਤਿਕਾਰ ਤੇ ਪਿਆਰ ਪ੍ਰਾਪਤ ਕਰ ਰਹੇ ਸਨ ਨੂੰ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਬਾਦਸ਼ਾਹ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਦੇ ਸਕਦਾ। ਹਾਂਜੀ, ਬਿਲਕੁਲ ਸਹੀ। ਜਿਹੜੀ ਸ਼ਖਸੀਅਤ ਇੰਨੀ ਪ੍ਰਿਆ ਹੋਵੇ ਲੋਕਾਂ ਵਿੱਚ, ਸਿੱਖਾਂ ਵਿੱਚ ਵੀ, ਹਿੰਦੂਆਂ ਵਿੱਚ ਵੀ, ਤੇ ਜਿਹੜੇ ਸਹੀ ਸੋਚ ਦੇ ਜਿਹੜੇ ਮੁਸਲਮਾਨ ਨੇ, ਸਾਊ ਮੁਸਲਮਾਨ, ਉਹਨਾਂ ਵਿੱਚ ਵੀ, ਔਰ ਹਜ਼ਾਰਾਂ ਦੀ ਗਿਣਤੀ ਨਹੀਂ ਲੱਖਾਂ ਦੀ ਗਿਣਤੀ ਵਿੱਚ ਉਹ ਮਤਲਬ ਸੰਗਤਾਂ ਦਾ, ਲੋਕਾਂ ਦਾ ਭਲਾ ਕਰਦੇ ਹੋਣ, ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਸ਼ਰਧਾਲੂ ਹੋਣ, ਤੇ ਕੋਈ ਇੱਕ ਆਮ ਬੰਦਾ ਉੱਠ ਕੇ ਉਹਨਾਂ ਦੀ ਸ਼ਹਾਦਤ ਦਾ ਹੁਕਮ ਦੇ ਦੇਵੇ, ਇਹ ਸੋਚਿਆ ਵੀ ਨਹੀਂ ਜਾ ਸਕਦਾ, ਇਹਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਏਡੀ ਵੱਡੀ ਸ਼ਖਸੀਅਤ ਨੂੰ ਏਡਾ ਵੱਡਾ ਮਤਲਬ ਕਾਰਾ ਉਹਨਾਂ ਦੇ ਭਾਣਾ ਵਰਤਾਉਣ ਦਾ ਹੁਕਮ, ਗੁਨਾਹ ਮਤਲਬ ਇੱਕ ਵੱਜਰ ਪਾਪ ਦਾ ਹੁਕਮ ਜਿਹੜਾ ਸੀ ਉਹ ਇੱਕ ਪਾਪੀ ਬਾਦਸ਼ਾਹ ਹੀ ਦੇ ਸਕਦਾ ਸੀ। ਇਹ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਆ ਰੋਜ਼ੇ ਰੋਸ਼ਨ ਦੀ ਤਰ੍ਹਾਂ ਕਿ ਗੁਰੂ ਅਰਜਨ ਦੇਵ ਜੀ ਜਿਹੜੀ ਸ਼ਹਾਦਤ ਆ ਉਹਦਾ ਜਿਹੜਾ ਸਿਹਰਾ ਆ, ਉਹਦਾ ਜਿਹੜਾ ਹੁਕਮ ਉਹ ਜਹਾਂਗੀਰ ਤੋਂ ਕਰਵਾਇਆ ਗਿਆ, ਔਰ ਕਰਵਾਉਣ ਵਿੱਚ ਜਿਹੜਾ ਹੱਥ ਆ ਅਸਲੀ ਉਹ ਜਿਹੜਾ ਕਿਉਂ ਆਪਣੇ ਆਪ ਨੂੰ, ਜਿਹੜੀ ਤੁਸੀਂ ਗੱਲ ਕਰਦੇ ਉਹਨੇ ਰੱਬ ਤਾਂ ਨਹੀਂ ਕਹਾਇਆ ਆਪਣੇ ਆਪ ਨੂੰ ਸਿੱਧਾ ਅੱਲਾ, ਪਰ ਉਹ ਤੋਂ ਉਹ ਘੱਟ ਵੀ ਨਹੀਂ ਸਮਝਦਾ ਸੀ, ਤੇ ਉਹਦੇ ਇਹ ਸਾਰਾ ਛੜਯੰਤਰ ਸੀ। ਨਾਲ ਉਹਦਾ ਸੀਗਾ ਇੱਕ ਚੇਲਾ ਸ਼ੇਖ ਫਰੀਦ ਬੁਖਾਰੀ ਜਿਹਦਾ ਨਾਂ ਆ। ਤੇ 12ਵਾਂ ਨੁਕਤਾ ਉਹ ਇਹ ਕਹਿੰਦੇ ਕਿ ਗੁਰੂ ਮਹਾਰਾਜ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਤੇ ਇਸ ਦੇ ਕਾਲੇ ਹੁਕਮ ਨੂੰ ਮੁਰਤਜ਼ਾ ਖਾਨ ਰਾਹੀਂ ਲਿਆਂਦਾ ਗਿਆ। ਇਹ ਮੁਰਤਜ਼ਾ ਖਾਨ ਹੋਰ ਕੋਈ ਨਹੀਂ, ਸ਼ੇਖ ਅਹਿਮਦ ਸਰਹੰਦੀ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਚੇਲਾ ਸ਼ੇਖ ਬੁਖਾਰੀ ਸੀ, ਜਿਸ ਨੂੰ ਸ਼ਾਹੀ ਖਿਦਮਤ ਕਰਨ ਦੀ ਵਜ੍ਹਾ ਨਾਲ ਮੁਰਤਜ਼ਾ ਖਾਨ ਦੀ ਉੱਚੀ ਉਪਾਧੀ ਨਾਲ ਸੁਸ਼ੋਭਿਤ ਕੀਤਾ ਗਿਆ ਸੀ। ਹੁਣ ਦੇਖੋ ਜਿਹੜੀ ਫਿਰ ਇਹ ਸਾਰਾ ਸਭ ਕੁਝ ਜਦੋਂ ਹੋ ਗਿਆ, ਇਹ ਚਿੱਠੀ 'ਚ ਹੁਣ ਸਾਰਾ ਸਭ ਕੁਝ ਸਾਬਤ ਹੋ ਗਿਆ, ਹੁਕਮ ਹੋ ਗਿਆ, ਗ੍ਰਿਫਤਾਰੀਆਂ ਹੋ ਗਈਆਂ, ਗੁਰੂ ਜੀ ਨੂੰ ਲਾਹੌਰ ਸੱਦਿਆ ਗਿਆ ਅਤੇ ਗ੍ਰਿਫਤਾਰ ਕਰਕੇ ਪਹਿਲੀ ਹੀ ਗਿਣੀ ਮਿਥੀ ਸਾਜ਼ਿਸ਼ ਦੇ ਸਕੀਮ ਮੁਤਾਬਕ ਅੰਦਰਖਾਨੇ ਕਹਿਰ ਦੇ ਜ਼ੁਲਮ ਢਾਏ ਗਏ, ਦਿਨਾਂ ਤੱਕ ਭੁੱਖੇ ਰੱਖਿਆ ਗਿਆ, ਪਿਆਸੇ ਰੱਖਿਆ ਗਿਆ ਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਹੁਣ ਦੇਖੋ, ਭੁੱਖੇ ਪਿਆਸੇ ਰੱਖਣਾ, ਦੇਗ ਵਿੱਚ ਵਾਲਣਾ, ਤੱਤੀ ਤਵੀ ਤੇ ਬਿਠਾਲਿਆ ਗਿਆ, ਸੜਦੀ ਬਲਦੀ ਰੇਤ ਅੱਗ ਵਰਗੀ ਸਰੀਰ ਉੱਤੇ ਪਾ ਕੇ ਸਰੀਰ ਛਾਲੇ ਛਾਲੇ ਕਰ ਦਿੱਤਾ ਗਿਆ। 4 ਦਿਨ ਇਹੋ ਜਿਹੇ ਜਿਹੜੇ ਖੌਫਨਾਕ ਤਸੀਹੇ ਦੇਣ ਉਪਰੰਤ ਗੁਰੂ ਜੀ ਨੂੰ ਹੋਰ ਕਸ਼ਟ ਦੇਣ ਦੀ ਨੀਅਤ ਨਾਲ ਛਾਲਿਆਂ ਨਾਲ ਫਿੱਸੇ ਸਰੀਰ ਨੂੰ ਰਾਵੀ ਦੇ ਠੰਡੇ ਜਲ ਵਿੱਚ ਡੁਬੋ ਕੇ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਜਿਹੜਾ ਸ਼ਹਾਦਤ ਆ, ਇਹਨੂੰ ਮਤਲਬ ਸੁਣ ਕੇ ਅੱਜ ਵੀ ਚਾਹੇ ਸਿੱਖ ਨੇ ਚਾਹੇ ਕੋਈ ਗੈਰ ਸਿੱਖ ਨੇ, ਜਿਹੜੇ ਵੀ ਸਾਊ ਲੋਕ ਨੇ, ਬੁੱਧੀਮਾਨ ਲੋਕ ਨੇ, ਰੱਬ ਨੂੰ ਪਿਆਰ ਕਰਨ ਵਾਲੇ ਲੋਕ ਨੇ, ਮਨੁੱਖਤਾ ਨਾਲ ਪਿਆਰ ਕਰਨ ਵਾਲੇ ਲੋਕ ਨੇ, ਉਹਨਾਂ ਦੇ ਲੂਹ ਕੰਡੇ ਖੜੇ ਹੋ ਜਾਂਦੇ ਆ। ਔਰ ਇਸ ਤਰ੍ਹਾਂ ਦੇ ਤਸੀਹੇ ਔਰ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਆਪਣੇ ਕੀ ਕਹਿੰਦੇ ਹੁੰਦੇ ਆ ਸਜ਼ਾਵਾਂ ਹੈਰਾਨੀਜਨਕ। ਸੋ ਦੇਖੋ, ਇੰਨੇ ਤਸੀਹੇ ਖੌਫਨਾਕ ਦਿੱਤੇ ਗਏ ਔਰ ਗੁਰੂ ਸਾਹਿਬ ਨੇ ਇਤਨੀ ਅਡੋਲਤਾ ਤੇ ਦ੍ਰਿੜਤਾ ਦਿਖਾਈ ਵੀ ਇੱਕ ਰੱਤੀ ਭਰ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ
ਅਫਸੋਸ ਜਾਂ ਪਛਤਾਵਾ, ਜਾਂ ਮੀਆਂ ਮੀਰ ਨੇ ਕਹਿੰਦੇ ਨਾ ਆ ਕੇ ਕਿਹਾ ਸੀ ਵੀ ਮੈਂ ਐ ਕਰ ਦੂੰਗਾ, ਉਹ ਕਹਿੰਦੇ ਨਹੀਂ, ਹੁਣ ਇਹ ਜੋ ਭਾਣਾ ਆ ਇਹਨੂੰ ਇਸ ਤਰ੍ਹਾਂ ਹੀ ਮੰਨਣਾ ਆ। ਗੁਰੂ ਸਾਹਿਬ ਦੇ ਉਹ ਮੈਨੂੰ ਬਚਨ ਸ਼ਬਦ ਯਾਦ ਆ ਰਿਹਾ ਵੀ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਸੇਵਕ ਕੀ ਓੜਕ ਨਿਭੀ ਪ੍ਰੀਤ। ਬਿਲਕੁਲ ਭਾਈ ਸਾਹਿਬ ਜੀ, ਇੱਥੇ ਇੱਕ ਗੌਰਤਲਬ ਗੱਲ ਆ ਆਪਾਂ ਸਾਰੇ ਗੱਲ ਕਰਦੇ ਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ, ਤੇ ਇਵਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਆ। ਬਿਲਕੁਲ। ਹੁਣ ਜਦੋਂ ਗੁਰੂ ਸਾਹਿਬਾਨ, ਸਾਨੂੰ ਸਾਰਿਆਂ ਨੂੰ ਪਤਾ ਗੁਰੂ ਸਾਹਿਬਾਨ ਇੱਕ ਜੋਤ ਹੋ ਸੀਗੇ, ਈਵਨ ਜਦੋਂ ਸਰੀਰਕ ਰੂਪ 'ਚ ਇੱਥੇ ਸੀਗੇ ਦੁਨੀਆ ਦੇ ਵਿੱਚ, ਰੱਬ ਦੇ ਨਾਲ ਇੱਕ ਮਿਕ ਸੀਗੇ। ਲੇਕਿਨ ਜਿਹੜੇ ਉਹਨਾਂ ਦੇ ਦੇਖੋ ਮਾਤਾ ਜੀ ਸੀਗੇ, ਰਾਈਟ, ਹੁਣ ਜਿਹੜੀ ਉਹਨਾਂ ਦਾ ਦੇਖ ਲਓ ਵੀ ਹੁਣ ਅਸੀਂ ਸਾਨੂੰ ਸਬਕ ਲੈਣਾ ਚਾਹੀਦਾ ਸਿੱਖਾਂ ਨੂੰ। ਅੱਜ ਕੱਲ ਜਿਹੜੇ ਅਸੀਂ ਸਿੱਖ ਆ ਨਾ, ਕਿਸੇ ਦੀ ਵੀ ਮੌਤ ਹੋ ਜਾਵੇ ਕੁਦਰਤੀ ਢੰਗ ਨਾਲ ਹੀ, ਭਾਵੇਂ 80 ਸਾਲਾਂ ਦਾ ਬੁੜਾ ਹੋ ਕੇ ਮਰ ਜਾਵੇ ਜਾਂ ਭਾਵੇਂ 50 ਸਾਲ ਦਾ ਮਰ ਜਾਵੇ, ਅਸੀਂ ਇੱਥੇ ਪਿੱਟ ਕੇ ਰੋਂਦੇ ਆ। ਬਿਲਕੁਲ, ਪਿੱਟ ਕੇ ਰੋਵਾਂਗੇ। ਇੱਥੇ ਫਿਊਨਰਲ ਹਾਲ ਚਲ ਜਾਓ, ਕਿਤੇ ਕੋਈ ਹੱਦ ਨਹੀਂ ਹੁੰਦੀ ਰੋਣ ਦੀ। ਇੱਕ ਤੋਂ ਬਾਅਦ ਇੱਕ ਨਾ ਦੂਜੇ ਦੇ ਕੰਪੀਟੀਸ਼ਨ ਲੱਗਾ ਹੁੰਦਾ ਵੀ ਮੈਂ ਉਹ ਤੋਂ ਜ਼ਿਆਦਾ ਵੱਧ ਕੇ ਉੱਚੀ ਰੋਵਾਂ। ਦੂਸਰੀ ਗੱਲ, ਅਸੀਂ ਇੱਥੇ ਚਿੱਟੀਆਂ ਚਾਦਰਾਂ ਵਿਛਾ ਕੇ ਮਹੀਨਾ ਅਫਸੋਸ ਤੇ ਬੈਠੇ ਰਹਿੰਦੇ ਆ। ਔਰ ਚਲੋ ਜੀ ਅਫਸੋਸ ਕਰਨ ਚੱਲੀਏ ਫਲਾਣੇ ਦੇ ਘਰ, ਚਲੋ ਜੀ ਅਫਸੋਸ ਕਰਨ ਚੱਲੀਏ ਫਲਾਣੇ ਦੇ ਘਰ। ਆ ਗੁਰੂ ਸਾਹਿਬਾਨ ਦੇ ਘਰ ਦੇਖ ਲਓ, ਕੱਲੇ ਗੁਰੂ ਸਾਹਿਬਾਨ ਉਸ ਲੈਵਲ ਤੇ ਨਹੀਂ ਸੀਗੇ, ਉਹਨਾਂ ਦੇ ਜਿਹੜੇ ਪਰਿਵਾਰ ਜਨ ਸੀਗੇ, ਉਹਨਾਂ ਦੇ ਸਿੱਖ ਵੀ ਉਸ ਸਮੇਂ ਦੇ ਸਿੱਖ, ਕੋਈ ਸਿੱਖ ਟੱਪਰ ਵਿਛਾ ਕੇ ਉੱਥੇ ਨਹੀਂ ਬੈਠਾ ਬਈ ਅਫਸੋਸ ਕਰੀਏ ਗੁਰੂ ਸਾਹਿਬਾਨ ਦੇ ਸ਼ਹੀਦੀ ਹੋਈ ਹੈ, ਲੈਟਸ ਡੂ ਅਫਸੋਸ। ਭਾਣਾ ਮੰਨ ਕੇ ਅਗਲੀਆਂ ਸਕੀਮਾਂ ਜੀ ਉਹਨਾਂ ਦੀ ਤਿਆਰੀ ਕਰਦੇ ਸੀ, ਕੋਈ ਸਿੱਖ ਕਰਨਾ ਰੋਇਆ ਨਹੀਂ ਬੈਠ ਕੇ, ਕਿਸੇ ਨੇ ਛਾਤੀ ਨਹੀਂ ਠੋਕੀਆਂ, ਰੋਣ ਨਹੀਂ ਬੈਠੇ ਵੀ ਹਾਏ ਸਾਡਾ ਤਾਂ ਗੁਰੂ ਅਕਾਲ ਚਲਾਣਾ ਕਰ ਗਿਆ, ਅਸੀਂ ਤਾਂ ਲੁੱਟੇ ਗਏ, ਮਾਰੇ ਗਏ। ਨਹੀਂ, ਬਿਲਕੁਲ ਨਹੀਂ। ਹੁਣ ਉਹ ਜਿਹੜੀ ਚੜ੍ਹਦੀ ਕਲਾ ਗੁਰੂ ਸਾਹਿਬਾਨ ਨੇ ਦਿਖਾਲੀ ਸੀਗੀ, ਉਹ ਸਿੱਖਿਆ ਸਿੱਖਾਂ ਨੇ ਗੁਰੂ ਤੋਂ। ਔਰ ਅਸੀਂ ਅੱਜ ਕੱਲ ਕੀ ਕਰ ਰਹੇ ਹਾਂ, ਅਸੀਂ ਕੀ ਸਿੱਖ ਰਹੇ ਹਾਂ? ਕੁਛ ਨਹੀਂ। ਹੁਣ ਜਿਹੜੀ ਗੁਰੂ ਸਾਹਿਬਾਨ ਦੀ ਸ਼ਹੀਦੀ ਸੀਗੀ, ਅਸੀਂ ਗੱਲ ਕਰਕੇ ਬਸ ਆਪਣੇ ਘਰਾਂ ਨੂੰ ਤੁਰਦੇ ਜਾਂਦੇ ਹਾਂ, ਲੇਕਿਨ ਅਸੀਂ ਉਹਦੇ ਤੇ ਅਮਲ ਕਦੀ ਨਹੀਂ ਕਰਦੇ। ਕੀ ਸਿੱਖਿਆ ਉਹਦੇ ਚੋਂ, ਅਸੀਂ ਕਦੀ ਉਹਦੇ ਤੇ ਗੌਰ ਨਹੀਂ ਕਰਦੇ। ਕਦੀ ਆਪਣੇ ਬੱਚਿਆਂ ਨਾਲ, ਭੈਣ ਭਰਾਵਾਂ ਨਾਲ ਘਰ ਦੇ ਵਿੱਚ ਬੈਠ ਕੇ ਗੱਲਬਾਤ ਨਹੀਂ ਕਰਦੇ। ਸਾਨੂੰ ਛੋਟੀ ਛੋਟੀ ਚੀਜ਼ ਦਾ ਆਪਣੇ ਜੀਵਨ ਦੇ ਵਿੱਚ ਅਫਸੋਸ ਹੁੰਦਾ ਆ, ਦੁੱਖ ਹੁੰਦਾ ਆ। ਹੁਣ ਇੱਥੇ ਗੁਰੂ ਸਾਹਿਬਾਨ ਨੂੰ 4 ਦਿਨ ਤਸੀਹੇ ਦਿੱਤੇ ਗਏ। ਮੌਤ ਆਣੀ ਤਾਂ ਬੜੀ ਸੌਖੀ ਆ, ਮੌਤ ਆ ਜਾਂਦੀ, ਲੈ ਕੇ ਚੱਲ ਜਾਂਦੀ, ਲੇਕਿਨ ਜਦੋਂ ਜੀਵਨ ਤੇ ਮੌਤ ਦੇ ਵਿੱਚ ਦਾ ਜਿਹੜਾ ਟਾਈਮ ਹੁੰਦਾ ਆ, ਜਿਹੜੇ 4 ਦਿਨ ਤਸੀਹੇ ਦਿੱਤੇ ਗਏ, ਉਹ ਜਿਹੜਾ ਟਾਈਮ ਸੀਗਾ ਉਹਦੇ ਵਿੱਚ ਅਡੋਲ ਰਹਿਣਾ, ਆਂਸੂ ਨਹੀਂ ਬਹਾਣੇ, ਆ ਹੁੰਦੀ ਆ ਚੜ੍ਹਦੀ ਕਲਾ ਦੀ ਨਿਸ਼ਾਨੀ। ਬਿਲਕੁਲ ਆ ਹੁੰਦੀ ਆ ਅਡੋਲਤਾ ਦੀ ਨਿਸ਼ਾਨੀ। ਹੁਣ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੱਲ ਹੁੰਦੀ ਆ, ਇੱਥੇ ਜ਼ਿਕਰ ਇੱਕ ਆਂਦਾ ਆ ਚੰਦੂ ਦਾ। ਹਾਂਜੀ, ਬਿਲਕੁਲ। ਹੁਣ ਚੰਦੂ ਦਾ ਕੀ ਭੂਮਿਕਾ ਸੀ, ਉਹਦਾ ਕੀ ਰੋਲ ਸੀ? ਹੁਣ ਸਾਨੂੰ ਪਤਾ ਚੱਲ ਗਿਆ ਵੀ ਸ਼ੇਖ ਅਹਿਮਦ ਸਰਹੰਦੀ ਦਾ ਬਹੁਤ ਬੜਾ ਹੱਥ ਸੀ, ਲੇਕਿਨ ਚੰਦੂ ਦਾ ਵੀ ਭੂਮਿਕਾ ਸੀਗੀ ਇਹਦੇ ਵਿੱਚ। ਉਹ ਕੀ ਭੂਮਿਕਾ ਸੀ ਚੰਦੂ ਦੀ? ਚੰਦੂ ਜਿਹੜਾ ਉਹ ਵੀ ਇੱਕ ਇਤਿਹਾਸਕ ਪਾਤਰ ਆ, ਔਰ ਉਸ ਦੀ ਭੂਮਿਕਾ ਵੀ ਕਾਬਲੇ ਗੌਰ ਆ, ਕਾਬਲੇ ਜ਼ਿਕਰ ਆ ਕਿ ਉਸਨੇ ਵੀ ਗੁਰੂ ਘਰ ਦੇ ਨਾਲ ਜਿਹੜੀ ਸੀ ਜਿੰਨੇ ਜੋਗਾ ਸੀ ਆਪਣੀ ਜਿੱਦ, ਆਪਣੀ ਦੁਸ਼ਮਣੀ ਜਿਹੜੀ ਸੀ ਉਹ ਨਿਭਾਈ ਆ। ਉਹਦਾ ਜਿਹੜਾ ਕਹਾਣੀ ਉਹ ਇਸ ਤਰ੍ਹਾਂ ਕਿ ਚੰਦੂ ਸ਼ਾਹ ਨੇ ਆਪਣੀ ਧੀ ਜਿਹੜੀ ਆ ਉਹਦੀ ਸਦਾ ਕੌਰ, ਉਹਦਾ ਰਿਸ਼ਤਾ ਜਿਹੜਾ ਸੀ ਟੋਲਣ ਵਾਸਤੇ ਜਿੱਦਾਂ ਭੇਜ ਦਿੰਦੇ ਸੀ ਪੁਰਾਣੇ ਸਮੇਂ 'ਚ ਬੰਦਿਆਂ ਨੂੰ ਕੋਈ ਰਿਸ਼ਤਾ ਲੱਭੋ, ਤੇ ਉਹਨਾਂ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਸੰਦ ਕਰਕੇ ਤਾਂ ਰਿਸ਼ਤਾ ਆਫਰ ਕਰ ਦਿੱਤਾ, ਤੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਕਬੂਲ ਕਰ ਲਿਆ। ਤੇ ਜਦੋਂ
ਉਹ ਰਿਸ਼ਤੇ ਦੀ ਚੋਣ ਬਾਰੇ ਉਹਨਾਂ ਬੰਦਿਆਂ ਨੇ ਜਾ ਕੇ, ਉਹਨਾਂ ਲੋਕਾਂ ਨੇ ਜਾ ਕੇ ਚੰਦੂ ਸ਼ਾਹ ਨੂੰ ਦੱਸਿਆ ਕਿ ਅਸੀਂ ਤੁਹਾਡੀ ਧੀ ਦਾ ਜਿਹੜਾ ਰਿਸ਼ਤਾ ਸੀ ਉਹਦੇ ਲਈ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹਰਗੋਬਿੰਦ ਸਾਹਿਬ ਜੀ ਨੂੰ ਚੁਣ ਕੇ ਆਏ ਆ। ਤੇ ਉਹਨੇ ਮਤਲਬ ਬੜਾ ਔਖਾ ਹੋ ਕੇ ਬੋਲੇ ਸੀ ਕਿ ਚਵਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾਇਆ ਆ। ਆਪਣੇ ਆਪ ਨੂੰ ਮਤਲਬ ਬਹੁਤ ਉੱਚਾ ਚਬਾਰੇ ਵਰਗਾ ਸਾਬਤ ਕੀਤਾ ਤੇ ਗੁਰੂ ਘਰ ਨੂੰ ਇੱਕ ਨੀਵਾਂ ਮੋਰੀ ਦੀ ਇੱਟ ਵਰਗਾ ਦੱਸਿਆ। ਹੋ ਸਕਦਾ ਉੱਥੇ ਜਿਹੜੇ ਉਹ, ਕਿਉਂਕਿ ਉਹ ਸਰਕਾਰੀ ਦਰਬਾਰੇ ਇੱਕ ਕਰਮਚਾਰੀ ਸੀ, ਹੋ ਸਕਦਾ ਉੱਥੇ ਉਹਨਾਂ ਨੂੰ ਖੁਸ਼ ਕਰਨ ਲਈ ਉਹਨੇ ਗੱਲ ਕਹੀ, ਪਰ ਉਸ ਗੱਲ ਦਾ ਗੁਰੂ ਘਰ ਦੇ ਗੁਰੂ ਸੰਗਤਾਂ ਨੇ ਬਹੁਤ ਬੁਰਾ ਮਨਾਇਆ ਔਰ ਗੁਰੂ ਸਾਹਿਬਾਨ ਨੂੰ ਇਹ ਸਾਰੀ ਗੱਲਬਾਤ ਜੋ ਦੱਸੀ ਗਈ ਤੇ ਗੁਰੂ ਸਾਹਿਬ ਨੇ ਵੀ ਇਸ ਹੰਕਾਰੀ ਚੰਦੂ ਸ਼ਾਹ ਦੇ ਇਹਨਾਂ ਜਿਹੜੇ ਹੰਕਾਰ ਭਰੇ ਜਿਹੜੇ ਬੋਲ ਸੀ ਉਹਨਾਂ ਨੂੰ ਮਤਲਬ ਸਮਝਦਿਆਂ, ਕੰਸੀਡਰ ਕਰਦਿਆਂ ਹੋਇਆਂ ਉਸ ਘਰ ਦੇ ਵਿੱਚ ਆਪਣਾ ਜਿਹੜਾ ਇਹ ਰਿਸ਼ਤਾ ਸੀ ਕਰਨ ਤੋਂ ਇਨਕਾਰ ਕਰ ਦਿੱਤਾ। ਕਿਉਂ ਕਰ ਦਿੱਤਾ? ਕਿਉਂਕਿ ਸਾਰੀ ਸਿੱਖ ਸੰਗਤ ਇਹ ਚਾਹੁੰਦੀ ਸੀ। ਇੱਥੋਂ ਇੱਕ ਇਹ ਵੀ ਗੱਲ ਸਪਸ਼ਟ ਹੁੰਦੀ ਆ ਵੀ ਜਿਹੜੀ ਗੁਰੂ ਘਰ ਦੇ ਵਿੱਚ ਸੰਗਤ ਜਿਹੜੀ ਆ ਉਹਦੀ ਪ੍ਰਧਾਨਤਾ ਕਿੰਨੀ ਆ, ਮਹਾਨਤਾ ਕਿੰਨੀ ਆ। ਹੁਣ ਜਦੋਂ ਸੰਗਤ ਕਹੀ ਜਾਂਦੀ ਆ, ਹਾਂ, ਆ ਇੱਥੇ ਸੰਗਤ ਕੀ ਆ? ਪੰਥ। ਸਮੁੱਚਾ ਪੰਥ ਜਦੋਂ ਸੰਗਤ ਇਕੱਠੀ ਹੋ ਜਾਂਦੀ, ਜਦੋਂ ਪੰਥ ਇਕੱਠਾ ਹੋ ਜਾਂਦਾ। ਹਾਂ, ਹੁਣ ਆ ਦੇਖੋ ਜੀ, ਇੱਥੇ ਇੱਕ ਸਾਨੂੰ ਉਦਾਹਰਣ ਮਿਲਦਾ, ਐਗਜ਼ਾਮਪਲ ਮਿਲਦੀ ਆ। ਕਈ ਕਹਿ ਦਿੰਦੇ ਨਾ ਜਿਹਦਾ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੱਲੇ ਲਾ ਦਿੰਦੇ ਆ, ਕੋਈ ਵੀ ਗੱਲ ਹੁੰਦੀ ਆ ਲਾ ਦਿੰਦੇ ਵੀ ਨਹੀਂ ਜੀ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ, ਆ ਉੱਥੋਂ ਚਲਾਈ ਸੀਗੀ, ਵੀ ਪਹਿਲਾਂ ਗੁਰੂਆਂ ਦੇ ਟਾਈਮ ਤੇ ਆ ਗੱਲਾਂ ਨਹੀਂ ਸੀਗੀਆਂ। ਇਹ ਪਹਿਲਾਂ ਤੋਂ ਹੀ ਸਭ ਕੁਝ ਚੱਲਿਆ ਆ ਰਿਹਾ। ਜਿਹੜਾ ਗੁਰੂ ਗ੍ਰੰਥ, ਗੁਰੂ ਪੰਥ ਦਾ ਜਿਹੜਾ ਸੰਕਲਪ ਹੈ ਉੱਥੋਂ ਸਟਾਰਟ ਹੋ ਚੁੱਕਾ ਸੀ, ਗੁਰੂ ਨਾਨਕ ਦੇਵ ਜੀ ਤੋਂ ਸਟਾਰਟ ਹੋ ਚੁੱਕਾ ਸੀ। ਬਿਲਕੁਲ ਹਰੇਕ ਸਟੇਜ ਤੇ ਆ ਕੇ ਡਿਵੈਲਪ ਹੋਇਆ। ਜਿੱਦਾਂ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਹੁੰਦੇ ਗਏ, ਸਰੂਪ ਉਹਨਾਂ ਦਾ ਤਿਆਰ ਹੁੰਦਾ ਗਿਆ, ਉਦਾਂ ਉਦਾਂ ਉਹਨਾਂ ਦੀ ਸਥਾਪਨਾ ਕੀਤੀ ਗਈ ਗਾਹਾਂ ਤੋਂ ਗਾਹਾਂ। ਹੁਣ ਫਿਰ ਗੁਰੂ ਗੋਬਿੰਦ ਸਿੰਘ ਜੀ ਤੇ ਹੀ ਆਉਂਦੇ ਆਉਂਦੇ ਉਹ ਪੂਰਾ ਮੁਕੰਮਲ ਹੋ ਚੁੱਕੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ, ਤਾਂ ਉਹਨਾਂ ਨੂੰ ਗੁਰਗੱਦੀ ਦਿੱਤੀ ਗਈ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੋਂ ਸਟਾਰਟ ਹੋ ਚੁੱਕਾ ਸੀਗਾ ਖਾਲਸਾ ਪੰਥ ਦੀ ਸਥਾਪਨਾ, ਜਿਹੜੀ ਕਰਨੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਾਈਂ। ਇੱਥੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਵਿੱਚ ਸਾਨੂੰ ਪਤਾ ਚੱਲਦਾ ਆ ਵੀ ਇਸ ਘਟਨਾ ਤੋਂ ਵੀ ਪੰਥ ਦੀ ਜਿਹੜੀ ਸਥਾਪਨਾ ਇਨੀ ਗੁਰੂਆਂ ਨੇ, ਗੁਰੂ ਨਾਨਕ ਦੇਵ ਜੀ ਨੇ ਕਰਨੀ ਸੀ, ਉਹ ਕਿੱਦਾਂ ਮਤਲਬ ਸਟੇਜਾਂ ਤੇ, ਸਟੇਜ ਬਾਈ ਸਟੇਜ ਹਰੇਕ ਗੁਰੂ ਨੇ, ਹਰੇਕ ਗੁਰੂ ਸਾਹਿਬਾਨ ਨੇ ਕਿੱਦਾਂ ਉਹਨੂੰ ਅੱਗੇ ਵਧਾਇਆ ਤੇ ਨਿਭਾਇਆ। ਹੁਣ ਦੇਖੋ, ਜਦੋਂ ਗੁਰੂ ਸਾਹਿਬ ਨੇ ਜਿਹਦਾ ਬੇਖੌਫ ਹੋ ਕੇ ਉਹ ਰਿਸ਼ਤਾ ਜਿਹੜਾ ਸੀ ਨਾਮ ਮਨਜ਼ੂਰ ਕਰ ਦਿੱਤਾ ਤੇ ਚੰਦੂ ਸ਼ਾਹ ਗੁਰੂ ਘਰ ਦਾ ਦੁਸ਼ਮਣ ਬਣ ਗਿਆ। ਉਹਦੇ ਮਨ ਵਿੱਚ ਗੁਰੂ ਘਰ ਲਈ ਕਿੰਨੇ ਸਾੜੇ ਈਰਖਾ ਦੇ ਜਿਹਦਾ ਭਾਂਬੜ ਬਣ ਲੱਗ ਪਏ। ਜਿਹਦਾ ਉੱਤੇ ਪਹਿਲਾਂ ਆਪਾਂ ਜ਼ਿਕਰ ਕੀਤਾ, ਚੰਦੂ ਸ਼ਾਹ ਕੋਈ ਪ੍ਰਮੁੱਖ ਹਸਤੀ ਨਹੀਂ ਸੀ, ਨਾ ਹੀ ਉਸ ਸਮੇਂ ਦੀ ਹਿੰਦੁਸਤਾਨੀ ਸਿਆਸੀ ਸਟੇਜ ਉੱਤੇ ਕੋਈ ਵਕਤ ਵਾਲੀ ਥਾਂ ਰੱਖਦਾ ਸੀ ਕਿ ਉਹ ਕੋਈ ਏਡਾ ਵੱਡਾ ਆਪ ਕੰਮ ਸਿੱਧੇ ਤੌਰ ਤੇ ਕਰਾ ਸਕਦਾ। ਪਰ ਉਹ ਆਪਣੀ ਵਿਰੋਧਤਾ ਦਾ ਰੋਲ ਉਹਨੇ ਜ਼ਰੂਰ ਅਦਾ ਕੀਤਾ। ਆਮ ਤੌਰ ਤੇ ਜਿੱਦਾਂ ਕਹਿੰਦੇ ਨਾ ਝੋਲੀ ਚੁੱਕ ਗਦਾਰ ਜਾਂ ਨੀਚ ਆਦਮੀ ਜੋ ਕੁਝ ਕਰ ਸਕਦਾ ਸੀ ਉਹਨੇ ਉਹ ਕੀਤਾ। ਇਹ ਗੱਲ ਦੱਸਣ ਦੀ ਵੀ ਮਤਲਬ ਲੋੜ ਆ ਕਿ ਕਈ ਵਾਰ ਹਾਕਮ ਸ਼੍ਰੇਣੀ ਨਾਲ ਮੂੰਹ ਲੱਗਾ ਹੋਣ ਕਾਰਨ ਇੱਕ ਅੱਤ ਛੋਟੇ ਦਰਜੇ ਦਾ ਜਿਹੜਾ ਸਰਕਾਰੀ ਮੁਲਾਜ਼ਮ ਆ ਉਹ ਵੀ ਕਿਸੇ ਦੇ ਕੰਮ ਪੂਰੇ ਹੋਣ ਵਿੱਚ ਭਾਰੀ ਵਿਘਨ ਜਿਹੜਾ ਖੜਾ ਕਰ ਸਕਦਾ। ਤੇ ਅੱਜ ਕੱਲ ਤਾਂ ਇਹ ਚੀਜ਼ ਆਮ ਦੇਖਣ ਆਉਂਦੀ ਆ ਵੀ ਸਰਕਾਰੀ ਦਫ਼ਤਰਾਂ ਵਿੱਚ ਜਿਹੜੇ ਚਪੜਾਸੀ ਜਾਂ ਕਲਰਕ ਲੱਗੇ ਹੁੰਦੇ ਆ, ਜੇ ਉਹਨਾਂ ਨੂੰ ਉਹ ਹੀ ਤੁਹਾਡੇ ਕਿਸੇ ਕੰਮ 'ਚ ਵਿਘਨ ਪਾ ਦੇਣ ਤਾਂ ਕਈ ਵਾਰ ਵੱਡੇ ਵੱਡੇ ਅਫਸਰਾਂ ਤੋਂ ਵੀ ਉਹ ਕੰਮ ਜਿਹੜੀ ਉਲਝਣ ਉਹ ਦੂਰ ਕਰਨ ਦੀ ਬੜੀ ਔਖੀ ਹੋ ਜਾਂਦੀ ਆ। ਤੇ ਉਹ ਇਸ ਤਰ੍ਹਾਂ ਦੇ ਜਿਹੜੇ ਕਰਮਚਾਰੀ ਉਹ ਰਿਸ਼ਵਤ ਵੀ ਕਮਾਉਂਦੇ ਰਹਿੰਦੇ ਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਵਿੱਚ ਕਾਮਯਾਬ ਵੀ ਹੋ ਜਾਂਦੇ ਆ। ਤੇ ਇਸ ਕਰਕੇ ਇਹ ਜਿਹੜਾ ਸੀਗਾ ਆਪਣਾ ਚੰਦੂ ਸ਼ਾਹ ਸਰਕਾਰੀ ਮੁਲਾਜ਼ਮਾਂ ਦੇ ਮਨਾਂ ਵਿੱਚ ਗੁਰੂ ਘਰ ਪ੍ਰਤੀ ਚੰਗੀ ਦੁਸ਼ਮਣੀ ਤੇ ਈਰਖਾ ਤੇ ਨਫ਼ਰਤ ਭਰੀ ਵੀ ਜਿਹੜਾ ਕੰਮ ਮਤਲਬ ਉਹਨੇ ਬਿਨਾਂ ਝਿਜਕ ਕੀਤਾ। ਰਾਜ ਦਰਬਾਰੀਆਂ, ਅਮੀਰਾਂ, ਵਜ਼ੀਰਾਂ ਤੱਕ ਗੁਰੂ ਜੀ ਦੇ ਵਿਰੁੱਧ ਚੁਗਲੀਆਂ ਲਗਾ ਕੇ ਇਹ ਮਤਲਬ ਜਿੰਨੇ ਜੋਗਾ ਸੀਗਾ, ਜਿੰਨਾ ਕਿ ਕਰ ਸਕਦਾ ਸੀਗਾ, ਉਹਨੇ ਇਹ ਸਾਰੀ ਜਿਹੜੀ ਭੂਮਿਕਾ ਨਿਭਾਈ ਆ। ਤੇ ਦੂਜੀ ਗੱਲ ਇਹ ਹੁੰਦੀ ਆ ਵੀ ਜਦੋਂ ਤੁਹਾਡਾ ਤੁਸੀਂ ਆਪ ਕਿਸੇ ਦਾ ਕੁਝ ਵਿਗਾੜ ਨਾ ਸਕੋ ਤੇ ਤੁਸੀਂ ਫਿਰ ਜਿਹੜੇ ਦੂਸਰੇ ਉਹਨਾਂ ਦਾ ਦੁਸ਼ਮਣ ਹੁੰਦੇ ਆ ਜਾਂ ਉਹਨਾਂ ਪ੍ਰਤੀ ਘਿਰਣਾ ਰੱਖਦੇ ਆ, ਉਹਨਾਂ ਦੇ ਨਾਲ ਤੁਸੀਂ ਜਾ ਕੇ ਸਾਂਝ ਪਾਉਂਦੇ ਆ। ਕੱਲਾ ਚੰਦੂ ਸ਼ਾਹ ਨਾਲ ਪ੍ਰਿਥੀ ਚੰਦ ਗੁਰੂ ਸਾਹਿਬ ਦਾ ਆਪਣਾ ਭਰਾ, ਉਹ ਵੀ ਇਤਿਹਾਸ ਗਵਾਹੀ ਦਿੰਦਾ ਕਿ ਉਹ ਵੀ ਇਸ ਘਟਨਾਵਾਂ ਦੇ ਵਿੱਚ, ਕਿਉਂਕਿ ਉਹ ਆਪ ਗੁਰੂ ਬਣਨਾ ਚਾਹੁੰਦਾ ਸੀ, ਉਹ ਵੀ ਚਾਹੁੰਦਾ ਸੀ ਗੁਰੂ ਸਾਹਿਬ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਸਾਰੇ ਖਤਮ ਹੋਣ ਤੇ ਗੁਰਗੱਦੀ ਜਿਹੜੀ ਆ
ਉਹ ਮੇਰੇ ਹਵਾਲੇ ਕੀਤੀ ਜਾਵੇ। ਸੋ ਇਹ ਚੰਦੂ ਸ਼ਾਹ ਹੁਣਾਂ ਦਾ ਜਿਹੜੀ ਭੂਮਿਕਾ ਆ, ਇਹ ਮਤਲਬ ਇਤਿਹਾਸ ਵਿੱਚ ਜਿੰਨਾ ਚਿਰ ਦੁਨੀਆ ਰਹੇਗੀ ਇਹ ਫਟਕਾਰ ਦੇ ਕਾਬਿਲ ਉਹਨਾਂ ਨੇ ਭੂਮਿਕਾ ਨਿਭਾਈ ਆ, ਤੇ ਜਿਹਨੂੰ ਕੋਈ ਕਦੀ ਵੀ ਜਿੱਦਾਂ ਉਹ ਮਾਫ ਨਹੀਂ ਕੀਤੀ ਜਾ ਸਕਦਾ ਇਦਾਂ ਦੇ ਕਰੈਕਟਰਾਂ ਨੂੰ ਇਤਿਹਾਸ ਦੇ ਵਿੱਚ। ਲੇਕਿਨ ਹੁਣ ਅਖੀਰ ਵਿੱਚ ਅਸੀਂ ਇਹ ਗੱਲ ਕਰਕੇ ਤੇ ਸੰਗਤਾਂ ਤੋਂ ਤੇ ਟਾਈਮ ਵੀ ਸਾਡਾ ਤਕਰੀਬਨ ਹੋਣੇ ਵਾਲਾ ਹੀ ਆ, ਤੇ ਗੁਰੂ ਅਰਜਨ ਸਾਹਿਬ ਦਾ ਜਿਹੜਾ ਸ਼ਹੀਦੀ ਆ ਉਹਦਾ ਜਿਹੜੀ ਆ ਹਕੀਕਤ ਆ ਉਹਨੂੰ ਮੈਂ 2-4 ਲਫ਼ਜ਼ਾਂ ਦੇ ਵਿੱਚ ਗੁਰਦੀਪ ਸਿੰਘ ਬੰਦ ਕਰਦਾ ਵੀ ਸਤਿਗੁਰਾਂ ਨੇ ਸਚਾਈ ਤੇ ਧਰਮ ਦੀ ਬਿਰਧੀ ਲਈ ਕਸ਼ਟ ਸਹਿਣ, ਅਡੋਲ ਚਿਤ ਰਹਿਣ ਅਤੇ ਖੜੇ ਮੱਥੇ ਰਹਿ ਕੇ ਭਾਣੇ ਅੰਦਰ ਰਾਜੀ ਰਹਿਣ ਦਾ ਲਾਸਾਨੀ ਅਤੇ ਬੇਮਿਸਾਲ ਕਾਰਨਾਮਾ ਕਰਕੇ ਆਉਣ ਵਾਲੀਆਂ ਸਮੂਹ ਸਿੱਖ ਨਸਲਾਂ ਨੂੰ ਗੁਰਮਤ ਅਤੇ ਸਿੱਖੀ ਦੇ ਵਿਕਾਸ ਲਈ ਬੇਪਨਾਹ ਕਸ਼ਟ ਸਹਿ ਸਕਣ ਅਤੇ ਸਦਾ ਚੜ੍ਹਦੀ ਕਲਾ ਤੇ ਵਾਧੇ ਵੱਲ ਜਾਣ ਦਾ ਅਮਲੀ ਸਬਕ ਸਿਖਾਇਆ ਉਹਨਾਂ ਦੀ ਸ਼ਹਾਦਤ ਨੇ। ਜ਼ੁਲਮ, ਤਸ਼ੱਦਦ ਅਤੇ ਅਨਿਆਂ ਵਿਰੁੱਧ ਫਤਿਹ ਪਾਉਣ ਤੱਕ ਲੜਨ ਤੇ ਜੂਝਣ ਦਾ ਜੋ ਅਮੁੱਕ ਬਲ ਸਿੱਖਾਂ ਦੇ ਮਗਰਲੇ ਸਾਰੇ ਇਤਿਹਾਸ ਵਿੱਚ ਸੈਂਕੜੇ ਤੇ ਹਜ਼ਾਰਾਂ ਮਰ ਜੀਵੜੇ ਸਿੱਖਾਂ ਨੇ ਪ੍ਰਗਟ ਤੌਰ ਤੇ ਜ਼ਾਹਰ ਕੀਤਾ ਹੈ, ਉਹ ਸਭ ਕਾਸੇ ਲਈ ਰੌਸ਼ਨੀ ਦੇਣ ਦਾ ਮਹਾਨ ਕੰਮ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦ੍ਰਿੜਤਾ, ਅਡੋਲਤਾ ਤੇ ਸੂਰਮਗਤੀ ਨੇ ਹੀ ਕੀਤਾ ਹੈ। ਇਹ ਸਾਨੂੰ ਦੇਣ ਆ ਸਾਡੇ ਗੁਰੂ ਸਾਹਿਬਾਨ ਦੀ ਇਸ ਲਾਸਾਨੀ ਸ਼ਹਾਦਤ ਦੀ। ਔਰ ਅੱਜ ਵੀ ਜਿਹੜੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਤੇ ਗੁਰਮਤ ਦੇ ਧਾਰਨੀ ਹਨ, ਉਹ ਇਸੇ ਤਰ੍ਹਾਂ ਖਿੜੇ ਮੱਥੇ ਸੱਚ ਦੀ ਖਾਤਰ ਆਪਾ ਕੁਰਬਾਨ ਕਰਨ ਲਈ ਤਤਪਰ ਰਹਿੰਦੇ ਨੇ। ਔਰ ਇਹੋ ਜਿਹੇ ਹੀ ਮਰਜੀਵੜਿਆਂ ਦੀ ਕਹਾਣੀ ਹੈ 1984 ਦਾ ਜਿਹੜਾ ਨੀਲਾ ਤਾਰਾ ਆਪਰੇਸ਼ਨ ਅਸੀਂ ਕਹਿੰਦੇ ਆ, ਸਾਕਾ ਨੀਲਾ ਤਾਰਾ, ਉਹ ਗੁਰੂ ਸਾਹਿਬਾਨ ਦੇ ਹੀ ਇਸ ਪਾਏ ਹੋਏ ਪੂਰਨੇ ਸਿਖਾਏ ਹੋਏ ਸਬਕਾਂ ਦਾ ਨਤੀਜਾ ਹੈ। ਔਰ ਜਿੱਥੇ ਤੱਕ ਅਸੀਂ ਇਹ ਗੱਲ ਕੀਤੀ ਆ ਕਿ ਜਿਹੜੀ ਬੁਨਿਆਦੀ ਕਾਰਨ ਸ਼ੇਖ ਅਹਿਮਦ ਸਰਹੰਦੀ ਸਮਝਦਾ ਸੀ ਕਿ ਇਹ ਗੁਰੂ ਘਰ ਨੂੰ ਇਸ ਗੁਰੂ ਘਰ ਦੇ ਮਤ ਨੂੰ ਜਿਹੜਾ ਹੈ ਖਤਮ ਕੀਤਾ ਜਾਵੇ, ਕਿਉਂਕਿ ਉਹਨਾਂ ਦੇ ਆਪਣੇ ਮਤ ਨੂੰ ਇੱਕ ਬਹੁਤ ਭਾਰੀ ਖਤਰਾ ਸੀ, ਬਹੁਤ ਭਾਰੀ ਉਹਨਾਂ ਦੇ ਮਤ ਤੇ ਚੋਟ ਸੀ। ਔਰ ਮੌਜੂਦਾ ਹਾਲਾਤ ਦੇ ਵਿੱਚ ਵੀ ਇਹੀ ਜਿਹੜੀ ਆ ਇਹ ਖਦਸ਼ਾ ਹੈ ਉੱਥੋਂ ਦੀ ਬਹੁ ਗਿਣਤੀ ਨੂੰ ਹੈ, ਸਾਡੇ ਫਲਸਫੇ ਤੋਂ, ਸਾਡੇ ਇਸ ਸੱਚ ਭਰੇ ਮਾਰਗ ਤੋਂ। ਇਹੀ ਹੈ ਕਿ ਤਰੀਕੇ ਡਿਫਰੈਂਟ ਢੰਗ ਤਰੀਕੇ ਕਿਸੇ ਤਰ੍ਹਾਂ ਦੇ ਹੋ ਸਕਦੇ, ਪੋਲਿਟਿਕਸ ਇਨਵੋਲਵ ਹੋ ਸਕਦੀ ਹੈ, ਕੋਈ ਹੋਰ ਚੀਜ਼ਾਂ ਇਨਵੋਲਵ ਹੋ ਸਕਦੀਆਂ, ਪਰ ਬੁਨਿਆਦੀ ਜਿਹੜਾ ਵਿਰੋਧ ਹੈ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ਜਿਹੜੀ ਸਾਜ਼ਿਸ਼ ਨੇ ਕੰਮ ਕੀਤਾ, ਜਿਸ ਡਰ ਨੇ ਕੰਮ ਕੀਤਾ, ਉਹੋ ਹੀ ਡਰ ਅੱਜ ਦੇ ਹਾਕਮਾਂ ਨੂੰ ਆ। ਔਰ ਉਹੋ ਹੀ ਡਰ ਜਿਹੜਾ ਆ ਉਹੋ ਹੀ ਹਮੇਸ਼ਾ ਸਾਡੇ ਅੱਗੇ ਇਸ ਤਰ੍ਹਾਂ ਦੀਆਂ ਜਿਹੜੇ ਘਟਨਾਵਾਂ ਆ ਉਹ ਖੜੀਆਂ ਕਰਕੇ ਪੇਸ਼ ਕਰਦਾ ਆ। ਲੇਕਿਨ ਮੁਬਾਰਕ ਹੈ ਕਿ ਖਾਲਸਾ ਪੰਥ ਉਹਨਾਂ ਸਾਰਿਆਂ ਨੂੰ ਲਿਤਾੜਦਾ ਹੋਇਆ ਹਮੇਸ਼ਾ ਅੱਗੇ ਵੱਧਦਾ ਔਰ ਅੱਗੇ ਵੱਧਦਾ ਰਹੇਗਾ। ਹਾਂਜੀ ਭਾਈ ਸਾਹਿਬ ਸਤਵਿੰਦਰਪਾਲ ਸਿੰਘ ਜੀ, ਅਸੀਂ ਸਰੋਤਿਆਂ ਤੋਂ ਮਾਫੀ ਮੰਗ ਲਈਏ ਵੀ ਅੱਜ ਅਸੀਂ 1984 ਦੀ ਘਟਨਾ ਤੇ ਜਿੰਨੀ ਗੱਲਬਾਤ ਕਰਨੀ ਸੀ ਅੱਜ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਅਗਲੇ ਸ਼ੁੱਕਰਵਾਰ ਰੱਬ ਦੀ ਮਿਹਰ ਹੋਈ ਤਾਂ ਸਰੋਤਿਆਂ ਨਾਲ ਜ਼ਰੂਰ ਸਾਂਝ ਪਾਵਾਂਗੇ, ਤਾਂ 1984 ਦੀ ਸ਼ਹਾਦਤ ਤੇ ਜ਼ਰੂਰ ਗੱਲ ਕਰਾਂਗੇ, ਜਿਹੜੀ ਉਸ ਵੇਲੇ ਘੱਲੂਘਾਰਾ ਹੋਇਆ 1984 ਚ, ਉਹਦੇ ਤੇ ਜ਼ਰੂਰ ਗੱਲਬਾਤ ਕਰਾਂਗੇ, ਕੰਟੀਨਿਊ ਰੱਖਾਂਗੇ ਅੱਜ ਦੀ ਗੱਲਬਾਤ। ਕਿਉਂਕਿ ਗੁਰੂ ਸਾਹਿਬਾਨ ਦੀ ਜਿਹੜੀ ਜੀਵਨੀ ਸੀ ਤਾਂ ਉਹਨਾਂ ਦੀ ਸ਼ਹਾਦਤ ਜਿਹੜੀ ਸੀ ਗੁਰੂ ਅਰਜਨ ਦੇਵ ਜੀ ਦੀ, ਉਹ ਇੰਨੀ ਮਹਾਨ ਸੀ ਤਾਂ ਵੀ ਜਿਹੜਾ 1.5 ਘੰਟਾ ਆ ਉਹ ਵੀ ਘੱਟ ਪੈਂਦਾ ਬਿਲਕੁਲ ਉਹਦੇ ਤੇ ਗੱਲਬਾਤ ਕਰਨਾ। ਤਾਂ ਇਸੇ ਨਾਲ ਅਸੀਂ ਜਾਣ ਤੋਂ ਪਹਿਲਾਂ ਅਸੀਂ ਦੱਸ ਦਈਏ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜੇ ਕਿਸੇ ਦਾ ਨਾਂ ਲੈਂਦੇ ਆ ਜਾਂ ਕਿਸੇ ਸੰਸਥਾ ਦਾ ਨਾਂ ਲੈਂਦੇ ਆ ਤਾਂ ਅਸੀਂ ਕੋਈ ਨਫ਼ਰਤ ਵਾਂਝੋ ਜਾਂ ਕੋਈ ਨਿੱਜੀ ਰੰਜਿਸ਼ ਨਹੀਂ ਸਾਡੀ ਉਹਨਾਂ ਨਾਲ। ਲੇਕਿਨ ਜਿੱਥੇ ਸਿੱਖ ਸਿਧਾਂਤਾਂ ਦੀ ਗੱਲ ਆਉਂਦੀ ਆ, ਉਹਨਾਂ ਤੇ ਜੇ ਕੋਈ ਚੋਟ ਕਰਦਾ ਆ ਤਾਂ ਉਹਦਾ ਜਵਾਬ ਦੇਣਾ ਸਾਡਾ ਐਜ਼ ਅ ਸਿੱਖ ਸਾਡਾ ਫਰਜ਼ ਬਣਦਾ ਆ, ਤਾਂ ਉਹ ਕੋਸ਼ਿਸ਼ ਅਸੀਂ ਕਰਦੇ ਆ। ਤਾਂ ਭਾਈ ਸਾਹਿਬ ਇੱਥੇ ਹੀ ਅਸੀਂ ਸਰੋਤਿਆਂ ਤੋਂ ਇਜਾਜ਼ਤ ਲਈਏ ਤਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।